ਗਵਾਲ ਛੰਦ ਸਵਾਮੀ ਘਾਤ ਕਿਰਤ ਘਣਤਾ ਦੋ ਵੀਰ ਹੈ ਦੁਰਧਰਖ। ਦੋ ਦੋ ਇਕੱਠੇ ਲੈ ਲਏ ਇਹਨਾਂ ਨੇ, ਕਿਉਂਕਿ ਔਗਣ ਨੇ ਜ਼ਿਆਦਾ, ਅਸਲ 'ਚ ਮੋਟੇ ਮੋਟੇ ਔਗਣ ਲਏ ਨੇ। ਗੱਲ ਔਗਣਾਂ ਦੀ ਚੱਲਦੀ ਹੈ। ਜਿੰਨੇ ਔਗਣ ਹੁੰਦੇ ਨੇ ਇਹ ਅਵਿਵੇਕ ਦੇ ਪਾਸੇ ਹੁੰਦੇ ਨੇ, ਧੜੇ 'ਚ ਨੇ। ਜਿੰਨੀਆਂ ਮੱਤਾਂ ਨੇ ਬਾਕੀ ਇਹਨਾਂ 'ਚ ਔਗਣ ਨੇ ਸਾਰੀਆਂ ਦੇ ਵਿੱਚ ਹੀ। ਜਿਹੜਾ ਬਿਲਕੁਲ ਸਹੀ ਪਟੜੀ ਤੇ ਨਹੀਂ ਹੈ ਗੁਰਮਤਿ ਤੇ, ਉੱਥੇ ਔਗਣ ਨੇ, ਚਾਹੇ ਕੋਈ ਵੀ ਹੈ। ਜਿੰਨੇ ਫਿਰਦੇ ਨੇ ਨਾ ਸਿੱਖਾਂ ਦੇ ਵਿੱਚ, ਹੋਰ ਕੁਝ ਕਰਦੇ, ਸਾਰਿਆਂ 'ਚ ਔਗਣ ਨੇ। ਜਿਹੜਾ ਗੁਰਮਤਿ ਦੇ ਸਹੀ ਲਾਈਨ ਤੇ ਹੈ ਉਹਨੂੰ ਤਾਂ ਇਹੋ ਜਿਹਾ ਅੰਡ ਵੰਡ ਕਰਨ ਦੀ ਕੁਛ ਲੋੜ ਹੀ ਨਹੀਂ ਹੈ। ਕਿਸੇ ਨੂੰ ਦੁਨੀਆ ਦੀ ਵਡਿਆਈ ਦੀ ਹੈ, ਮੇਰੀ ਫੋਟੋਆਂ ਖਿੱਚ ਲੈਂਦੇ ਨੇ, CM ਦੇ ਨਾਲ ਖਿੱਚ ਲੈਂਦੇ ਨੇ, ਉਹ ਅਖਬਾਰਾਂ 'ਚ ਛਪ ਜਾਂਦੀਆਂ ਨੇ ਖਬਰਾਂ। ਦੁਨਿਆਵੀ ਵਡਿਆਈ ਵਡੂਈ ਦੀਆਂ ਭੁੱਖਾਂ ਦੀ ਜਿਹੜੇ ਲੋਕ ਨੇ, ਉਹ ਸਵਾਰ ਸੂਰ ਵੀ ਨਹੀਂ ਕੁਛ ਨਹੀਂ ਸਕਦੇ ਲੋਕਾਂ ਦਾ। ਅੱਜ 2-4 ਦਿਨ ਦੀ ਗੱਲ ਹੈ, ਭੁੱਲ ਜਾਂਦੇ ਨੇ ਲੋਕ ਇਹਨਾਂ ਨੂੰ ਝੱਟ। ਕੋਈ ਬਹੁਤੀ ਗੱਲਬਾਤ ਨਹੀਂ ਹੁੰਦੀ ਇਹਨਾਂ ਦੀ ਜ਼ਿਆਦਾ। ਸਵਾਮੀ ਘਾਤ ਕਿਰਤ ਘਣਤਾ ਦੋ ਵੀਰ ਹੈ ਦੁਰਧਰਖ। ਸਵਾਮੀ ਦੇ ਨਾਲ, ਆਪਣੇ ਮਾਲਕ ਨਾਲ ਧੋਖਾ ਕਰਨਾ, ਜਿਹਦਾ ਅੰਨ ਖਾਣਾ ਉਹਦੇ ਨਾਲ ਧੋਖਾ ਕਰਨਾ, ਕਿਰਤ ਘਣ ਹੁੰਦਾ। ਗੁਰਬਾਣੀ 'ਚ ਕਿਰਤ ਘਣ ਆਇਆ ਤੇ ਕਿਰਤ ਘਣ ਲਿਖਤਾ, ਕਿਉਂ ਕਿਰਤ ਘਣ ਲਿਖਦੇ ਨੇ। ਕਿਰਤ ਘਣ ਹੁੰਦਾ ਗੱਦਾਰੀ ਕਰਨਾ। ਇੱਥੋਂ ਪਟੜੀ ਉਹਨਾਂ ਨੇ ਲਿਆਂਦੀ ਆਪਣੇ ਵੱਲ ਸਿੱਧੀ ਪ੍ਰੈਜ਼ੈਂਟ ਦੇ ਵਿੱਚ। ਇਹ ਕੌਣ ਸੀ? ਇਹ ਸੀਗਾ ਪਠਾਨ। ਉਹ ਜਿਹੜੇ ਭੰਗਾਣੀ ਸਾਹਿਬ ਦੇ ਜੰਗ 'ਚ ਭੇਜੇ ਸੀ ਨਾ ਬੁੱਧੂ ਸ਼ਾਹ ਨੇ, ਧਾਰਮਿਕ ਬੰਦੇ ਨੇ ਭੇਜੇ ਨੇ, ਧਾਰਮਿਕ ਬੰਦੇ ਦੇ ਚੇਲੇ ਨੇ। ਉਹਦੇ ਕੋਲ ਆ ਕੇ ਰੋਏ ਨੇ ਵੀ ਔਰੰਗਜ਼ੇਬ ਨੇ ਸਾਨੂੰ ਕੱਢ ਦਿੱਤਾ, ਸਾਨੂੰ ਕਿਤੇ ਨਹੀਂ ਨੌਕਰੀ ਮਿਲਣੀ। ਪਠਾਨ ਸੀ ਇਹ 500। ਤੂੰ ਸਾਡਾ ਪੀਰ ਹੈ, ਤੂੰ ਸਾਡੀ ਰੋਜ਼ੀ ਰੋਟੀ ਦਾ ਹੱਲ ਕਰ। ਉਹ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਉੱਥੇ ਹੈ ਪੌਂਟੇ ਸਾਹਿਬ, ਉਹਦੇ ਬਿਨਾਂ ਤੁਹਾਨੂੰ ਨਹੀਂ ਕੋਈ ਰੱਖ ਸਕਦਾ। ਭਾਈਧਾਰੀਆਂ ਤਾਂ ਰੱਖ ਨਹੀਂ ਸਕਦੇ, ਉਹ ਤਾਂ ਉਹਦੇ ਗੁਲਾਮ ਨੇ। ਹੋਰ ਹਿੰਦੁਸਤਾਨ ਤਾਂ ਕਿਸੇ ਨੇ ਰੱਖਣਾ ਨਹੀਂ, ਰਾਜਾ ਹੀ ਰੱਖੂ। ਕੋਈ ਤਨਖਾਹ ਦਊ 500 ਆਦਮੀ ਨੂੰ, ਕੀ ਕਰੂਗਾ? ਉਹਦੇ ਕੋਲ ਫੌਜ ਹੈਗੀ ਹੈ, ਉਹ ਰੱਖ ਲੂਗਾ। ਆ ਲੈ ਜਾਓ ਚਿੱਠੀ, ਮੈਂ ਦੇ ਦਿੰਦਾ, ਚਲੇ ਜਾਓ। ਤੇ ਨਮਕ ਹਰਾਮੀ ਦੀ ਤਾਂ ਗੱਲ ਥੀ ਨਹੀਂ ਸੀ, ਖਿਆਲ ਵੀ ਨਹੀਂ ਸੀ ਕਿਸੇ ਨੂੰ ਨਮਕ ਹਰਾਮੀ ਕਰਨਗੇ। ਪਰ ਜਦ ਜੰਗ ਦਾ ਟਾਈਮ ਆਉਂਦਾ ਬਾਈਧਾਰੀਆਂ ਨਾਲ, ਜਦੋਂ ਹਯਾਤ ਖਾਂ ਦੇ ਮਨ 'ਚ ਮੈਲ ਆ ਜਾਂਦੀ ਹੈ, ਉਹ ਕਹਿੰਦਾ ਆਪਾਂ ਬਾਈਧਾਰੀਆਂ ਤੇ ਇਹਨਾਂ ਨੇ ਹਾਰੇ ਜਾਣਾ, ਆਪਾਂ ਪਹਿਲੇ ਹੀ ਉਹਨਾਂ ਨਾਲ ਰਲ ਜਾਂਦੇ ਹਾਂ, ਆਪਾਂ ਖਜ਼ਾਨਾ ਲੁੱਟ ਲਾਂਗੇ। ਆਪਾਂ ਨੂੰ ਪਤਾ ਖਜ਼ਾਨਾ ਕਿੱਥੇ। ਸਵਾਮੀ ਦਾ ਘਾਤ ਕੀਤਾ, ਕਿਉਂਕਿ ਧਰਮ ਦੇ ਨਾਲ ਅਟੈਚ ਹੋ ਕੇ ਆਏ ਨੇ ਇੱਧਰੋਂ। ਜੇ ਧਰਮ ਨਾਲ ਅਟੈਚ ਨਾ ਹੁੰਦੇ, ਰਾਜ ਵੀ ਦੋ ਇਹ ਲਿਖਿਆ ਅੱਗੇ, ਰਾਜ ਵੀ ਹੈ, ਕਿਉਂਕਿ ਲੜਾਈ ਰਾਜ ਮਤਲਬ ਪ੍ਰਬੰਧ ਦੀ ਗੱਲ ਹੈ। ਫੌਜ ਰੱਖਣੀ ਇੱਕ ਰਾਜੇ ਦੀ ਉਹ ਗੱਲ ਹੁੰਦੀ ਹੈ। ਇਹ ਰਾਜ ਤਾਂ ਹੈ ਨਹੀਂ, ਧਰਮ ਨੂੰ ਬਚਾਉਣ ਵਾਸਤੇ ਵੀ ਫੌਜ ਰੱਖਣੀ ਪੈ ਜਾਂਦੀ ਹੈ। ਇਹਨਾਂ ਨੇ ਫੌਜ ਕਿਉਂ ਰੱਖੀ ਸੀ? ਰਕਸ਼ਾ ਵਾਸਤੇ ਰੱਖੀ ਸੀ ਫੌਜ। ਰਕਸ਼ਾ ਵਾਸਤੇ ਹੀ ਰੱਖਦੇ ਹੁੰਦੇ ਤੇ ਸਰਦਾਰ ਵੀ ਫੌਜ। ਇਹ ਪਹਿਲਾਂ ਕੀ ਰੱਖਦੇ ਨੇ ਜਿਹੜੇ ਗਾਰਡ ਰੱਖਦੇ ਨੇ ਲੋਕ, ਹਿਫਾਜ਼ਤ ਵਾਸਤੇ ਹੀ ਰੱਖਦੇ ਨੇ ਨਾ। ਵੱਧਦੇ ਜਿਉਂ ਉਹਨਾਂ ਦੀ ਲੋੜ ਵੱਧਦੀ ਹੈ, ਗਾਰਡਾਂ ਦੀ ਤਾਦਾਦ ਵੱਧ ਜਾਂਦੀ ਹੈ, ਗਾਰਡਾਂ ਦੀ ਇੱਦਾਂ ਹੀ ਫੌਜ ਬਣ ਜਾਂਦੀ ਹੈ। ਸਿਕਿਉਰਿਟੀ ਜਿਹੜੀ ਹੈ ਇਹ ਕੀ ਹੈ? ਇਹ ਫੌਜ ਹੈ ਕਿਸਮ ਦੀ, ਜਿੰਨੀ ਮਰਜ਼ੀ ਵੱਡੀ ਫੌਜ ਕਰ ਲਓ। ਈਸਟ ਇੰਡੀਆ ਕੰਪਨੀ ਨੇ ਜਿਹੜੀ ਫੌਜ ਰੱਖੀ ਸੀ, ਸਿਕਿਉਰਿਟੀ ਵਾਸਤੇ ਰੱਖੀ ਸੀ। ਉਹ ਤਾਂ ਕੰਪਨੀ ਸੀ, ਉਹ ਕਿਹੜਾ ਰਾਜ ਸੀ ਉਹਨਾਂ ਕੋਲ? ਸਿਕਿਉਰਿਟੀ ਵਾਸਤੇ ਰੱਖੀ ਸੀ। ਉਹ ਛੋਟੇ ਛੋਟੇ ਰਾਜਾ ਸੀ, ਉਹਨਾਂ ਨੂੰ ਜਿੱਤਦੇ ਚਲੇ ਗਏ, ਮਨਮਰਜ਼ੀ ਕਰਦੇ ਸੀ। ਸਮਝੇ ਨਹੀਂ? ਉਹਨੇ ਸਿੰਘਾਂ ਤੇ ਕਿਉਂ ਸਰਕਾਰ ਡਰ ਜਾਂਦੀ ਹੈ? ਉਹਦੇ ਫਾਟਕ ਸੀਗਾ, ਕਦੇ ਸੰਤਾ ਸਿੰਘ ਗਿਆ, ਉਹਨੇ ਫਾਟਕ ਖੋਲਿਆ ਨਾ, ਇਹ ਖੜ ਕੇ ਜਾ ਕੇ ਉਹ ਕਹਿੰਦਾ ਫਾਟਕ ਕਿਉਂ ਨਹੀਂ ਖੋਲਦਾ? ਕਹਿੰਦੇ ਗੱਡੀ ਆਉਣ ਵਾਲੀ ਹੈ। ਕਹਿੰਦੇ ਲਾਓ ਇਹਦੇ ਹੱਥਕੜੀ, ਫਾਟਕ ਵਾਲੇ ਦੇ ਹੱਥਕੜੀ ਲਾ ਲਈ, ਉੱਥੇ ਚਾਬੀਆਂ ਲੈ ਕੇ ਕਹਿੰਦੇ ਖੋਲੋ ਫਾਟਕ। ਫਾਟਕ ਖੋਲ ਕੇ ਨਿਕਲੇ। ਉਹ ਕਿਸੇ ਨੇ ਕੁਛ ਨਹੀਂ ਕਿਹਾ, ਕਿਉਂ? ਉਹਨਾਂ ਨੂੰ ਪਤਾ ਵੀ ਇਹਨਾਂ ਦਾ ਕੀ ਹੈ, 200 ਆਦਮੀ ਨਾਲ ਹੈ, ਇਹ ਤਾਂ 100 ਆਦਮੀ ਮਰ ਜੂਗਾ। ਇਹ ਤਾਂ ਹੈਗੇ ਨੇ ਮੂਹਰੇ, ਸਰਕਾਰ ਚੁੱਪ ਕਰ ਜਾਂਦੀ ਹੁੰਦੀ। ਕੁਝ ਗੈਰ ਕਾਨੂੰਨੀ ਕੰਮ ਵੀ ਇਹਨਾਂ ਦੇ ਬਰਦਾਸ਼ਤ ਤਾਂ ਹੁੰਦੇ ਨੇ,
ਜੇ ਤੁਹਾਡੇ ਕੋਲ ਫੌਜ ਹੋਵੇ। ਹੁਣ ਅੱਤਵਾਦੀ ਨੇ ਕਿੰਨਾ ਕੁਛ ਕਰਕੇ ਚਲੇ ਜਾਂਦੇ ਨੇ, ਗੈਰ ਕਾਨੂੰਨੀ ਕੰਮ, ਫਿਰ ਵੀ ਸਰਕਾਰ ਕਹਿੰਦੀ ਹੈ ਚਲੋ ਸੁਲ੍ਹਾ ਕਰ ਲਓ, ਤੁਹਾਡੇ ਪਿਛਲੇ ਕੀਤੇ ਮਾਫ ਕਰ ਦਿੰਦੇ। ਇੱਦਾਂ ਫੌਜਾਂ ਖੜੀਆਂ ਹੋ ਜਾਂਦੀਆਂ ਨੇ। ਖੈਰ ਉਹ ਤਾਂ ਗਲਤ ਨੇ, ਡਕੈਤ ਹੋਣਾ ਆ। ਇਹ ਕੌਣ ਸੀ? ਆਲਾ ਸਿੰਘ ਕੌਣ ਸੀ? ਉਦੋਂ ਗੈਰ ਕਾਨੂੰਨੀ ਸੀ ਸਾਰੇ, ਉਸ ਸਰਕਾਰ ਦੇ ਹਿਸਾਬ ਨਾਲ ਤਾਂ ਗੈਰ ਕਾਨੂੰਨੀ ਸੀ ਨਾ ਸਾਰੇ ਜੱਥੇ ਜਿਨ੍ਹਾਂ ਨੇ ਮਿਸਲਾਂ ਕਾਇਮ ਕੀਤੀਆਂ ਨੇ। ਆਪਣੇ ਵਿੱਚ ਟੋਲੇ ਬਣੇ ਹੋਏ ਸੀ ਨਾ, ਮਾਰ ਧਾੜ ਕਰਦੇ ਸੀ ਨਾ। ਇਹ ਧਰਮ, ਉਹੀ ਧਾਰਮਿਕ ਆਦਮੀ ਹੋਏ ਨੇ, ਧਰਮ ਬਚਾਉਣ ਵਾਸਤੇ ਹੀ ਸੀ। ਸਵਾਮੀ ਘਾਤ ਕਿਰਤ ਘਣਤਾ, ਕਿਰਤ ਘਣਤਾ ਇਹ ਔਰ ਸਵਾਮੀ ਘਾਤ ਦੋ ਗੱਲਾਂ ਇਕੱਠੀਆਂ ਆ ਗਈਆਂ। ਸਵਾਮੀ ਨੂੰ ਆਘਾਤ ਕੀਤਾ, ਦਸਮ ਪਾਤਸ਼ਾਹ ਦੇ ਨੌਕਰ ਨੇ, ਉਹ ਤੋਂ ਹੀ ਤਨਖਾਹ ਲੈਂਦੇ ਹੋ, ਉਹਦੇ ਖਿਲਾਫ ਤੁਸੀਂ ਚਲੇ ਗਏ ਬਿਨਾਂ ਮਤਲਬ। ਉਹਨਾਂ ਨੇ ਕਿਸੇ ਨੇ ਕਿਹਾ ਵੀ ਕੁਛ ਨਹੀਂ, ਇਸ ਸਵਾਮੀ ਨੂੰ ਘਾਤ ਲਾਇਆ। ਦੋ ਵੀਰ ਹੈ ਦੁਰਧਰਖ, ਦੋ ਵੀਰ ਦੋ ਐਸੇ ਨੇ ਬੜੇ ਹਾਰ ਨਹੀਂ ਮੰਨਣ ਵਾਲੇ, ਮੰਨੀ ਵੀ ਨਹੀਂ ਹਾਰ। ਉੱਥੇ ਮਰੇ ਹੀ ਨੇ ਫਿਰ ਪਠਾਨ, ਉੱਥੇ ਜੰਗ 'ਚ ਜਾਂਦੇ ਕਿੱਥੇ? ਦੋ ਵੀਰ ਹੈ ਦੁਰਧਰਖ, ਸ਼ਤਰੂ ਸੂਰਨ ਕੇ ਸੰਘਾਰਕ, ਸੈਨ ਕੇ ਪਰਧਰਖ। ਸ਼ਤਰੂ ਜਿਹੜਾ ਉਹਨਾਂ ਦਾ, ਉਹਦੇ ਸੰਘਾਰਨ ਵਾਸਤੇ ਨੇ ਦੋਏ। ਜਿਹਨੂੰ ਸ਼ਤਰੂ ਮੰਨਦੇ ਨੇ ਅੰਦਰੋਂ, ਉਹਦਾ ਸੰਘਾਰ ਕਰਦੇ ਨੇ। ਸੈਨ ਕੇ ਪਰਧਰਖ, ਆ ਜਿਹੜੀ ਆਪਣੀ ਸੈਨਾ ਹੈ ਉਹਦੇ ਸਰਦਾਰ ਹੁੰਦੇ ਨੇ। ਸੈਨਾ ਦੇ ਸਰਦਾਰ ਹੀ ਸੀ ਉਹ, ਜਿਹੜਾ ਹਿਆਤ ਖਾਨ ਸੀ। ਆਪਣੀ ਸੈਨਾ ਦੇ ਬਚਾਉਣ ਵਾਸਤੇ, ਕਿਉਂ? ਉਹਨਾਂ ਨੂੰ ਕਿਹਾ ਵੀ ਆਪਾਂ ਲੁੱਟ ਲਾਂਗੇ, ਤੁਹਾਨੂੰ ਵੰਡ ਦੂੰਗਾ ਮੈਂ ਸਾਰਿਆਂ ਨੂੰ। ਆਪਣੀ ਸੈਨਾ ਦੇ ਤਾਂ ਖੈਰ ਖੁਆਏ ਹੁੰਦੇ ਨੇ, ਪਰ ਸ਼ਤਰੂ ਨਾਲ ਆਪਣੇ ਨਾਲ ਗੱਦਾਰੀ ਕਰਦੇ। ਹਾਂ, ਕੌਣ ਦੋ ਥਣ ਸੋ ਜਣਾ, ਜੋ ਨਾ ਮਾਨ ਹੈ ਤਿਹ ਤਰਾਸ। ਕਿਹੜਾ ਇਸ ਕਿਸੇ ਮਾਂ ਦਾ ਜਾਇਆ ਹੋਇਆ? ਦੋ ਥਣਾ ਵਾਲੀ ਮਾਂ ਆਦਮੀ ਹੋ ਸਕਦਾ, ਹੋ ਆਦਮੀ ਹੋ ਸਕਦਾ ਜਿਹੜਾ ਇਹਨਾਂ ਤੋਂ ਭੈ ਨਾ ਮੰਨਦਾ ਹੋਵੇ ਵੀ ਸਾਡੇ 'ਚ ਕੋਈ, ਦੇਖੋ ਨਾ ਆਪਣੀ ਵੀ ਸਰਕਾਰ ਹਰ ਵਕਤ CID ਰੱਖਦੀ ਹੈ ਵੀ ਕੋਈ ਫੌਜ ਦੇ ਵਿੱਚ ਗੱਦਾਰ ਨਾ ਹੋਵੇ, ਕੋਈ ਸਾਡੇ ਦਫ਼ਤਰਾਂ ਦੇ ਵਿੱਚ ਕੋਈ ਐਸਾ ਨਾ ਹੋਵੇ ਜਿਹੜਾ ਦੁਸ਼ਮਣ ਨੂੰ ਸਾਡੇ ਕੋਈ CID ਦੇ ਦੇਵੇ। ਸਾਰੇ ਡਰਦੇ ਨੇ, ਇਹਨਾਂ ਲੋਕਾਂ ਦਾ ਡਰ ਸਾਰੀਆਂ ਸਰਕਾਰਾਂ ਮੰਨਦੀਆਂ ਨੇ। ਜਿਹੜੇ ਅੱਤਵਾਦੀ ਹੁੰਦੇ ਨੇ ਉਹ ਵੀ ਮੰਨਦੇ ਹੁੰਦੇ ਨੇ ਆਪਣੇ 'ਚੋਂ ਵੀ ਕੋਈ ਆਪਣੀ CID ਨਾਲ ਦੇ ਦੇਵੇ। ਇਹਨਾਂ ਦਾ ਬਹੁਤ ਭੈ ਰੱਖਣਾ ਪੈਂਦਾ ਸਾਰਿਆਂ ਨੂੰ, ਹਰ ਵਕਤ ਖਿਆਲ ਰੱਖਣਾ ਪੈਂਦਾ। ਪਾਰਟੀਆਂ ਦੇ ਵਿੱਚ, ਇਲੈਕਸ਼ਨ ਦੇ ਵਿੱਚ ਦੂਏ ਘੁਸਪੈਠੀਆ ਵੜਦੇ ਨੇ। ਇਹਨਾਂ ਦਾ ਤਰਾਸ ਹੈ ਸੀ, ਡਰ ਕਿਹਨੇ ਨਹੀਂ ਮੰਨਿਆ, ਸਾਰੇ ਮੰਨਦੇ। ਦੇਖੋ ਰਾਜਨੀਤੀ ਪੜਾਈ ਜਾਂਦੇ ਨੇ ਵਿੱਚ ਹੀ, ਗੱਲ ਰਾਜਨੀਤੀ ਦੀ ਵੀ ਆਈ ਜਾਂਦੀ ਹੈ। ਆ ਘੁਸਪੈਠ ਦੀ ਵੀ ਗੱਲ ਆਈ ਹੈ ਵੀ ਧਰਮ 'ਚ ਵੀ ਘੁਸਪੈਠ ਹੋ ਜਾਂਦੀ ਹੁੰਦੀ ਹੈ। ਸਾਡੇ ਘੁਸਪੈਠ ਹੋਈ ਨਹੀਂ ਹੋਈ, ਘੁਸਪੈਠੀ ਹੀ ਨਹੀਂ। ਹੁਣ ਜਿਹਨਾਂ ਨੇ ਕੀਤਾ ਅਗਾਹਾਂ ਆਜੂ ਉਹਨਾਂ ਦੀ ਗੱਲ। ਰੂਪ ਅਨੂਪ ਬਲੋਕ ਕੈ, ਪਟ ਭੱਜੈ ਹੋਏ ਉਦਾਸ। ਰੂਪ ਅਨੂਪ ਬਲੋਕ ਕੈ, ਹਾਂ ਉਹਨਾਂ ਦਾ ਰੂਪ ਜਿਹੜਾ ਅਨੂਪ ਰੂਪ ਨੂੰ ਦੇਖ ਕੇ ਪਟ ਭੱਜੈ ਹੋਏ ਉਦਾਸ। ਜਿਹੜੇ ਸੂਰਮੇ ਨੇ ਉਹਨਾਂ ਨੂੰ ਸਮਝਾਉਣ ਦੇ ਲਈ ਜਾਂਦੇ ਨੇ, ਉਦਾਸ ਹੋ ਕੇ ਮੁੜੇ ਹੁੰਦੇ ਨੇ, ਉਹ ਨਹੀਂ ਮੰਨਦੇ। ਕਿਹਾ ਉਹਨਾਂ ਨੂੰ, ਉਹਨਾਂ ਦੇ ਵਿੱਚੋਂ ਹੀ ਇੱਕ ਚਾਰ ਆਦਮੀ ਨੇ ਸਵਾ ਦੇ ਜੱਥੇ ਵਾਲੇ, ਇੱਕ ਨੇ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ, ਗੱਦਾਰੀ ਹੈ, ਪੀਰ ਕੀ ਕਹੂਗਾ ਆਪਾਂ ਨੂੰ। ਨਹੀਂ ਮੰਨੇ ਉਹ ਤਿੰਨੇ, ਬਹੁਤ ਜ਼ੋਰ ਲਾਇਆ, ਸਾਰੀ ਰਾਤ ਕਰਦੇ ਰਹੇ ਗੱਲਬਾਤ। ਉਹ ਕਹਿੰਦੇ ਵੀ ਅਸੀਂ ਤਾਂ ਜਾਣਾ ਹੀ ਜਾਣਾ। ਛੁੱਟੀ ਲੈ ਕੇ ਕਹਿੰਦੇ ਸੀ ਛੁੱਟੀ ਜਾਣਾ ਸੀ ਘਰ ਨੂੰ। ਉਧਰ ਜੰਗ ਦਾ ਪਤਾ ਹੋਇਆ ਹੈ ਵੀ ਆਏ ਨੇ 22 ਧਾਰੀ ਆ ਰਹੇ ਨੇ, ਕੱਲ ਨੂੰ ਜੰਗ ਨੂੰ ਜਾਣਾ। ਉਹ ਰਾਤ ਨੂੰ ਕਹਿੰਦੇ ਸੀ ਛੁੱਟੀ ਜਾਣਾ। ਦਸਮ ਪਾਤਸ਼ਾਹ ਨੇ ਕਿਹਾ ਵੀ ਜੇ ਛੁੱਟੀ ਨਾ ਵੀ ਇਹਨਾਂ ਨੂੰ ਦਿੱਤੀ, ਵਿੱਚ ਆਪਣਿਆਂ ਨੂੰ ਮਾਰਨ ਲੱਗ ਗਏ, ਉਹ ਜ਼ਿਆਦਾ ਖਤਰਨਾਕ ਨੇ। ਆਪਣੀ ਫੌਜ ਖੜੇ ਉਹਨਾਂ ਵੱਲ ਹੋ ਗਏ, ਉਹ ਵਿੱਚ ਖੜੇ ਜ਼ਿਆਦਾ ਖਤਰਨਾਕ ਹੁੰਦੇ ਨੇ। ਹਥਿਆਰ ਤਾਂ ਹੋਣਗੇ ਹੀ ਕੋਲ, ਸਾਹਮਣੇ ਤੋਂ ਆਉਣ ਦਿਓ ਉਹਨਾਂ ਨੂੰ। ਤੇ ਸਾਹਮਣੇ ਤੋਂ ਆਉਣਗੇ ਤਾਂ ਦੁਸ਼ਮਣ ਬਣ ਕੇ ਆਉਣਗੇ। ਪਹਿਲਾਂ ਕਿਹਾ ਵੀ ਤੁਸੀਂ ਹੁਣ ਤਨਖਾਹ ਲੈਂਦੇ ਹੋ ਇੰਨਾ ਚਿਰ ਦੇ, ਭਾਈ ਤੁਸੀਂ ਜੰਗ ਦੀ ਲੋੜ ਪਈ, ਤੁਸੀਂ ਕਹਿੰਦੇ ਮੈਂ ਘਰ ਨੂੰ ਜਾਣਾ। ਨਹੀਂ ਜੀ ਅਸੀਂ ਤਾਂ ਜਾਣਾ, ਅਸੀਂ ਤਾਂ ਜਾਣਾ। ਜਾਂ ਨਾ ਹਟਿਓ ਕਹਿੰਦੇ ਚੰਗਾ ਜਾਓ।
ਇੱਕ ਕਹਿੰਦਾ ਜੀ ਮੈਂ ਤਾਂ ਜਾਣਾ ਨਹੀਂ, ਉਹ ਕਹਿੰਦਾ ਤੂੰ ਵੀ ਜਾ ਜੇ ਜਾਣਾ, ਨਹੀਂ ਕਹਿੰਦਾ ਮੈਂ ਨਹੀਂ ਜਾਣਾ। ਇਹ ਨਮਕ ਹਰਾਮੀ ਕਰਦੇ ਨੇ, ਮੈਂ ਨਹੀਂ ਕਰਨੀ। ਨਮਕ ਹਰਾਮੀ ਪੀਰ ਨੂੰ ਅਸੀਂ ਕਿਵੇਂ ਮੂੰਹ ਦਿਖਾਵਾਂਗੇ? ਅਸੀਂ ਨਹੀਂ ਕਰਨੀ। ਉਹ ਚਲੇ ਗਏ। 2 ਘੰਟੇ ਬਾਅਦ ਉਹਨੂੰ ਕਹਿੰਦੇ ਤੁਸੀਂ ਵੀ ਜਾਓ, ਤੂੰ ਵੀ ਜਾ। ਚਲਾ ਜਾ, ਜਾਂ ਪੀਰ ਕੋ ਚਲਾ ਜਾਈ, ਦੱਸ ਦੀ ਜਾ ਕੇ ਅਸੀਂ ਬੜੇ ਖੁਸ਼ ਹਾਂ ਤੇ ਤੈਨੂੰ ਰਾਜ ਨਹੀਂ ਹੈਗੇ, ਨਾ ਤੇਰੇ ਤੇ ਕੋਈ ਸ਼ੱਕ। ਤੂੰ ਪੀਰ ਬੁੱਧੂ ਸ਼ਾਹ ਨੂੰ ਦੱਸ ਦੇ ਜਾ ਕੇ। ਉਹਨੇ ਜਾ ਕੇ ਦੱਸਿਆ ਤਾਂ ਬੁੱਧੂ ਸ਼ਾਹ ਆਇਆ, ਉਹਨੇ ਜਾ ਕੇ ਦੱਸਿਆ ਵੀ ਆਹ ਗੱਲ ਹੋ ਗਈ। ਵੀ ਉਹ ਬੰਦੇ ਭੱਜ ਗਏ। ਉਹ ਰਾਜਾ ਨੂੰ 1-2 ਦਿਨ ਲੱਗੇ ਜਾਣੇ ਸੀ ਤਿਆਰੀ ਕਰਦਿਆਂ ਨੂੰ, ਨਾਲੇ ਉੱਥੋਂ ਚੜ ਕੇ ਆਉਣਾ ਸੀ। ਆਉਂਦੇ ਹੀ ਆਉਂਦੀ ਹੁੰਦੀ ਹੈ ਫੌਜ, ਇਕੱਠਾ ਕੋਠਾ ਕਰਕੇ ਆਉਂਦੇ ਨੇ। ਵਿਆਹ ਤੇ ਗਏ ਸੀ ਉਦੋਂ ਤਾਂ ਭੀਮ ਚੰਦ। ਤਾਂ ਬੁੱਧੂ ਸ਼ਾਹ ਜੰਗ 'ਚ ਆ ਕੇ ਪਹੁੰਚਿਆ ਸੀ। ਉਹਨਾਂ ਨੇ ਜਾ ਕੇ ਦੱਸਿਆ ਵੀ ਆਹ ਹੋ ਗਈ। ਉਹ ਸਮਝਾਉਣ ਵਾਲਾ ਵੀ ਆਖਰ ਹੱਥ ਖੜੇ ਕਰਤੇ, ਨਹੀਂ ਮੰਨੇ। ਰੂਪ ਅਨੂਪ ਬਲੋਕ ਕੈ ਭੱਟ ਭੱਜੇ ਹੋਏ ਉਦਾਸ। ਹਾਂ, ਉਦਾਸ ਹੋ ਕੇ ਵਿਚਾਰਾ ਆ ਗਿਆ ਭੱਟ। ਉਹ ਵੀ ਯੋਧਾ ਸੀ ਨਾ। ਉਹਨਾਂ ਦਾ ਅਜੀਬ ਰੂਪ ਦੇਖਿਆ ਵੀ ਇਹਨਾਂ ਨੇ ਕੀ ਗੱਦਾਰੀ ਦਾ ਰੂਪ ਧਾਰਨ ਕਰ ਲਿਆ। ਆਇਆ ਹੋਇਆ ਤਾਂ ਉਹਨੂੰ ਅਫਸੋਸ ਹੈ ਸਮਝਾਉਣ ਵਾਲੇ ਨੂੰ। ਉਹ ਬਹੁਤ ਨਿਰਾਸ਼ ਹੋ ਕੇ ਗੁਰੂ ਸਾਹਿਬ ਕੋਲ ਆਇਆ ਵੀ ਇਹ ਨਹੀਂ ਮੰਨਦੇ, ਬੇਈਮਾਨ ਹੋ ਗਏ। ਮਿੱਤਰ ਦੋਖ ਅਰ ਰਾਜ ਦੋਖ ਸੋ ਏਕ ਹੀ ਹੈ ਭਰਾਤ। ਮਿੱਤਰ ਦੋਖ ਔਰ ਰਾਜ ਦੋਖ ਇੱਕੋ ਹੀ ਨੇ। ਇਹ ਗੱਲ ਇੱਕ ਭਰਾ ਨੇ ਦੋ, ਚਾਹੇ ਉਹਨੂੰ ਮਿੱਤਰ ਦੋਖ ਕਹਿ ਲੋ ਚਾਹੇ ਰਾਜ ਦੋਖ ਕਹਿ ਲੋ, ਦੋਵੇਂ ਭਾਈ ਉਹਨੇ। ਮਿੱਤਰ ਦੋਖ, ਮਿੱਤਰ ਨਾਲ ਘਾਤ ਕਰਨਾ, ਵਿਸ਼ਵਾਸਘਾਤ ਕਰਨਾ, ਰਾਜੇ ਨਾਲ ਕਰਨਾ ਇੱਕੋ ਹੀ ਗੱਲ ਹੈ। ਵਿਸ਼ਵਾਸਘਾਤ ਤਾਂ ਵਿਸ਼ਵਾਸਘਾਤ ਹੈ। ਰਾਜਾ ਵੀ ਤਾਂ ਮਿੱਤਰੇ ਹੁੰਦਾ ਕਿਸਮ ਦਾ, ਜਿਹੜਾ ਤੁਹਾਨੂੰ ਤੁਹਾਡੇ ਨਿਆਣੇ ਪਾਲਦਾ ਹੈ ਤਨਖਾਹ ਦੇ ਕੇ, ਤੁਸੀਂ ਉਹਦੇ ਨਾਲ ਗੱਦਾਰੀ ਕਰੋ। ਹਾਂ, ਇਹ ਦੋਵੇਂ ਭਾਈ ਉਹ ਹੁੰਦੇ ਨੇ। ਕਹਿੰਦੇ ਇਹਨਾਂ ਤੇ ਸਾਵਧਾਨ ਰਹੀਦਾ। ਸਾਵਧਾਨ ਰਹਿਣ ਦੇ ਸਾਰੇ ਹੀ ਰਹਿੰਦੇ ਨੇ। ਇਹਨਾਂ ਲੋਕਾਂ ਨੇ ਚਲੋ ਏਕ ਬੰਸ ਦੁਹਨ ਕੋ ਔਰ ਏਕ ਹੀ ਹੈ ਤਹਿਮਾਤ। ਇੱਕੋ ਹੀ ਬੰਸ ਹੈ ਦੋਹਾਂ ਦਾ, ਇੱਕੋ ਹੀ ਮਾਂ ਹੈ ਦੋਹਾਂ ਦੀ। ਇਹ ਕੌਣ ਨੇ ਮਿੱਤਰ ਦੋਖ? ਮਿੱਤਰ ਦੋਖ ਘਰ 'ਚ ਪੈਦਾ ਹੋਏ ਨੇ। ਸ੍ਰੀ ਚੰਦ ਤੋਂ ਲੈ ਕੇ ਆਪਣੇ ਘਰ ਦੀ ਗੱਲ ਕਰ ਰਹੇ ਨੇ ਹੁਣ ਸਾਰੀ। ਉਹ ਰਾਮ ਰਾਏ ਪੈਦਾ ਹੋਇਆ, ਵਿੱਚੋਂ ਹੀ ਹੋਇਆ, ਘਰੋਂ ਹੀ ਹੋਇਆ। ਇੱਕੋ ਹੀ ਮਾਂ ਨੂੰ, ਇੱਕੋ ਹੀ ਗੁਰਮਤਿ ਨੂੰ ਮੰਨਦੇ ਨੇ, ਉਸੇ ਦਾ ਪ੍ਰਚਾਰ ਕਰਦੇ ਨੇ। ਇਹ ਰਾਜਦੋਖ ਹੈ। ਇਹ ਰਾਜਦੋਖ ਸੀ। ਮਿੱਤਰ ਦੋਖ ਵੀ ਹੋ ਸਕਦਾ, ਪਰ ਇਹ ਰਾਜਦੋਖ ਹੈ। ਕੋਈ ਹਰ ਸਮਾਨ ਨਹੀਂ ਰਾਜਾ। ਹਰ ਦੇ ਨਾਲ ਦੋਖ ਕਰਨਾ, ਅੰਦਰਲੇ ਨਾਲ। ਅੰਤਰਾਤਮਾ ਨਾਲ ਦੋਖ ਕਰਨਾ, ਅੰਤਰਾਤਮਾ ਨਾਲ ਵੈਰ ਕਰਨਾ। ਅੰਤਰਾਤਮਾ ਚਾਹੁੰਦੀ ਹੈ ਕਰੇ, ਨਹੀਂ ਚਾਹੁੰਦੀ, ਪਰ ਕਰਦੇ ਨੇ। ਅੰਤਰਾਤਮਾ ਨੂੰ ਕ੍ਰਸ਼ ਕਰਕੇ ਕੰਮ ਕੀਤਾ ਜਾ ਸਕਦਾ। ਮਿੱਤਰ ਦੋਖ ਕਹਿ ਲੋ, ਉਹ ਵੀ ਅੰਤਰਾਤਮਾ ਨੂੰ ਕ੍ਰਸ਼ ਕਰਕੇ ਕਰੂਗਾ। ਰਾਜ ਦੋਖ ਕਿਸੇ ਨਾਲ ਵੀ, ਰਾਜ ਨਾਲ ਵੀ ਕਹਿ ਲੋ, ਤਾਂ ਵੀ ਅੰਤਰਾਤਮਾ ਨੂੰ ਮਾਰ ਕੇ ਹੀ ਕਰੂਗਾ। ਅੰਤਰਾਤਮਾ ਨੂੰ ਕ੍ਰਸ਼, ਆਵਾਜ਼ ਨੂੰ ਕ੍ਰਸ਼ ਕਰਕੇ ਇਹ ਕੰਮ ਹੋ ਸਕਦਾ, ਵਰਨਾ ਨਹੀਂ ਹੋ ਸਕਦਾ। ਛਤਰੀ ਧਰਮ ਧਰੇ ਹਠੀ ਰਣ ਧਾਏ ਹੈ ਜਿਹੇ ਔਰ। ਇੱਕ ਗੱਲ ਨਾ, ਛਤਰੀ ਧਰਮ ਰੱਖਦੇ ਨੇ ਲੋਕ, ਜਿੱਧਰ ਪਾਸੇ ਹੋ ਜਾਣ ਪਿੱਠ ਨਹੀਂ ਦਿੰਦੇ। ਹੁਣ ਉੱਥੇ ਹੀ ਖੜੇ ਨੇ, ਉੱਥੇ ਹੀ ਜਿਹੜੇ ਖਿਲਾਫ ਸੀ ਗੁਰੂ ਘਰ ਦੇ। ਇਸ ਵਕਤ ਵੀ ਗੁਰਮਤਿ ਨੂੰ ਨਹੀਂ ਆਉਣ ਦਿੰਦੇ ਸਾਹਮਣੇ, ਉੱਥੇ ਹੀ ਖੜੇ ਨੇ ਪੈਰ ਗੱਡੀ। ਛਤਰੀ ਧਰਮ ਧਰੇ ਹਠੀ, ਛਤਰੀ ਧਰਮ ਧਰੇ ਹਠੀ ਨੇ, ਆਪਣੇ ਧਰਮ ਤੇ ਖੜੇ ਨੇ। ਮੈਂ ਤਾਂ ਹੀ ਕਿਹਾ ਤੁਹਾਡਾ ਧਰਮ ਹੈ ਗੁਰਮਤਿ ਤੋਂ ਉਲਟ ਪ੍ਰਚਾਰ ਕਰਨਾ, ਸਾਡਾ ਧਰਮ ਹੈ ਗੁਰਮਤਿ ਤੇ ਤੁਸੀਂ ਆਪਣਾ ਕਰਦੇ ਰਹੋ, ਅਸੀਂ ਆਪਣਾ ਕਰਦੇ। ਇਹੀ ਗੱਲ ਕਹਿ ਰਿਹਾ ਸੀ ਮੈਂ ਮਿਸਰੀ ਵਾਲਿਆਂ ਨੂੰ। ਤੁਹਾਡਾ ਧਰਮ ਹੈ, ਤੁਹਾਡਾ DNA ਹੈ, ਇਹ ਕਰਦੇ ਰਹੇ ਨੇ ਪਿੱਛੇ, ਤੁਸੀਂ ਕਰੋ। ਤੁਸੀਂ ਕਦ ਕਹਿੰਦੇ ਨਾ ਕਰੋ। ਸਾਡਾ ਕੁਝ ਹੋਰ ਹੈ, ਤੁਹਾਡਾ ਹੋਰ ਹੈ। ਤੁਸੀਂ ਆਪਣਾ ਕਰਦੇ ਰਹੋ, ਅਸੀਂ ਆਪਣਾ ਕਰਦੇ। ਜਿਹੜੇ ਗੁਰੂ ਘਰ ਤੋਂ ਖਿਲਾਫ ਤੇ ਆਪਣਾ ਕਰਦੇ ਰਹੇ ਨੇ। ਰਾਮ ਰਈਏ ਕਰਦੇ ਨਹੀਂ ਰਹੇ, ਹੁਣ ਤਾਂ ਧੀਰ ਮੱਲੀਏ ਕਰਦੇ ਨਹੀਂ ਰਹੇ, ਮੀਲੇ ਕਰਦੇ ਨਹੀਂ ਰਹੇ, ਬਸੰਤ ਕਰਦੇ ਨਹੀਂ ਰਹੇ, ਕਰਦੇ ਰਹੇ ਨੇ, ਕਰਦੇ ਰਹਿਣਗੇ। ਉਹੀ ਪ੍ਰਚਾਰ ਅੱਜ ਸਾਡੇ ਕੋਲ ਉਹਨਾਂ ਦਾ ਕੀਤਾ ਹੋਇਆ।
ਇਹੀ ਪ੍ਰਚਾਰ ਅੰਮ੍ਰਿਤਸਰ ਤੋਂ ਹੁੰਦਾ ਆ। ਅੰਮ੍ਰਿਤਸਰ ਨਾਲ ਕਨੈਕਸ਼ਨ ਨਹੀਂ ਰੱਖਿਆ ਦਸਮ ਪਾਤਸ਼ਾਹ ਨੇ। ਬੜੀ ਡੂੰਘੀ ਗੱਲ ਸੀ ਇਹ। ਜਿਹੜਾ ਅੰਮ੍ਰਿਤ ਛਕਾਉਣ ਤੇ ਅੰਮ੍ਰਿਤ ਤੁਹਾਨੂੰ ਪੌਣ ਦੇਤੀ, ਅੰਮ੍ਰਿਤ ਛਕਾਤਾ, ਕੀ ਲੋੜ ਸੀ ਇਹ ਗੱਲ ਕਹਿਣ ਦੀ? ਤੁਹਾਡਾ ਪਿੰਡ ਕਿਹੜਾ? ਪਿੰਡ ਕਿਹੜਾ? ਅਨੰਦਪੁਰ ਸਾਹਿਬ। ਕੀ ਕਹਿਣਾ? ਸਾਡਾ ਪਿੰਡ ਹੁਣ ਅਨੰਦਪੁਰ ਸਾਹਿਬ ਹੈ। ਸਾਡਾ ਕੋਈ ਕਨੈਕਸ਼ਨ ਨਹੀਂ ਹੈ ਕਰਤਾਰਪੁਰ ਨਾਲ, ਸਾਡਾ ਕੋਈ ਕਨੈਕਸ਼ਨ ਨਹੀਂ ਹੈ ਖਡੂਰ ਸਾਹਿਬ ਨਾਲ, ਸਾਡਾ ਕੋਈ ਕਨੈਕਸ਼ਨ ਨਹੀਂ ਹੈ ਬੌੜੀ ਸਾਹਿਬ ਨਾਲ, ਗੋਇੰਦਵਾਲ ਨਾਲ, ਸਾਡਾ ਕੋਈ ਕਨੈਕਸ਼ਨ ਨਹੀਂ ਹੈ ਅੰਮ੍ਰਿਤਸਰ ਨਾਲ, ਕਿਉਂ? ਉੱਥੇ ਵਿਰੋਧੀਆਂ ਦਾ ਕਬਜ਼ਾ ਹੈ। ਸਾਡਾ ਪਿੰਡ ਅਨੰਦਪੁਰ ਸਾਹਿਬ ਹੈ। ਨਾਨਕੇ ਗੁਰੂ ਕੀ ਲਾਹੌਰ ਨੇ, ਪਿਤਾ ਗੁਰੂ ਗੋਬਿੰਦ ਸਿੰਘ ਹੈ। ਹੋਰ ਕੋਈ ਕਿਸੇ ਨਾਲ ਕੋਈ ਕਨੈਕਸ਼ਨ ਨਹੀਂ। ਨਾਨਕ ਨਾਲ ਕਨੈਕਸ਼ਨ ਨਹੀਂ ਹੈ, ਗੁਰੂ ਗੋਬਿੰਦ ਸਿੰਘ ਨਾਲ ਕਨੈਕਸ਼ਨ ਹੈ। ਔਲਾਦ ਉਹਦੀ ਹੈ, ਨਾਨਕ ਨੂੰ ਮੰਨਦੇ ਆ, ਨਾਨਕ ਦੇ ਚੇਲੇ ਆ, ਨਾਨਕ ਦੇ ਸਿੱਖਾਂ ਸੀ। 10 ਗ੍ਰੰਥ ਨੂੰ ਪਹਿਲਾਂ ਮੰਨਦੇ ਆ, ਗੁਰਬਾਣੀ ਨੂੰ ਬਾਅਦ ਚ ਮੰਨਦੇ ਆ। ਪਿਤਾ ਜੋ ਹੈ ਇਹ ਸਾਡੇ ਘਰ ਦਾ ਪਿਤਾ ਦਾ ਗ੍ਰੰਥ, ਉਹਨੂੰ ਅਸੀਂ ਮੁੱਕਰ ਜੀਏ। ਉਹ ਕਹਿੰਦਾ ਵੀ ਉਹਨੂੰ ਮੰਨੋ, ਇਹ ਤਾਂ ਕਹਿੰਦਾ ਉਹਨੂੰ ਮੰਨੋ, ਇਹ ਤਾਂ ਹੁਕਮ ਦਿੰਦਾ ਗੁਰੂ ਗ੍ਰੰਥ ਸਾਹਿਬ ਮੰਨੋ। ਇਹ ਤਾਂ ਮੰਨਣ ਨੂੰ ਕਹਿੰਦਾ ਵੀ ਉਹਨੂੰ ਮੰਨੋ। ਉਹਨੂੰ ਤਾਂ ਮੰਨਾਂਗੇ ਜੇ ਇਹਨੂੰ ਮੰਨਾਂਗੇ ਪਹਿਲਾਂ। ਉਹਨੂੰ ਵੀ ਨਹੀਂ ਮੰਨਦੇ, ਜਿਹੜਾ ਇਹਨੂੰ ਨਹੀਂ ਮੰਨਦਾ ਉਹਨੂੰ ਵੀ ਨਹੀਂ ਹੈ। ਉਹਨੂੰ ਕਾਹਤੇ ਮੰਨੂਗਾ? ਜਿਹਦਾ ਪਿਓ ਨਹੀਂ ਕਹਿੰਦਾ ਉਹਨੂੰ ਮੰਨੋ, ਉਹ ਕਾਹਤੇ ਮੰਨੂਗਾ? ਉਹਨਾਂ ਦੇ ਪਿਓ ਨਹੀਂ ਕਹਿੰਦੇ ਉਹਨੂੰ ਮੰਨੋ। ਰਾਮ ਰਾਏ ਨਹੀਂ ਕਿਹਾ ਉਹਨੂੰ ਮੰਨੋ, ਉਸ ਗ੍ਰੰਥ ਨੂੰ ਮੰਨੋ। ਸ੍ਰੀ ਚੰਦ ਨੇ ਨਹੀਂ ਕਿਹਾ ਉਸ ਨੂੰ ਮੰਨੋ। ਤੀਰ ਮਾਲਣ ਨਹੀਂ ਕਿਹਾ ਉਹਨੂੰ ਮੰਨੋ। ਜਿਹੜਾ ਆਪਣਾ ਪਿਰਥੀਏ ਨੇ ਨਹੀਂ ਕਿਹਾ ਉਹਨੂੰ ਮੰਨੋ। ਪਿਰਥੀਏ ਤਾਂ ਖਿਲਾਫ ਹੈ। ਪਿਰਥੀਏ ਦੀ ਵਿਚਾਰਧਾਰਾ ਹੋਰ ਹੈ, ਮੀਡੀਆ ਦੀ ਵਿਚਾਰਧਾਰਾ ਹੋਰ ਹੈ, ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਹੋਰ ਹੈ। ਉਹ 9ਵੇਂ ਪਾਤਸ਼ਾਹ ਵਾਲੀ ਵਿਚਾਰਧਾਰਾ ਹੈ। ਜੇ 9ਵੇਂ ਪਾਤਸ਼ਾਹ ਵਾਲੀ ਵਿਚਾਰਧਾਰਾ ਹੈ, ਗੁਰੂ ਨਾਨਕ ਵਾਲੀ ਉਹ ਵਿਚਾਰਧਾਰਾ ਹੈ। ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਦੇਵਾਂ, ਨਾਨਕੇ ਗੁਰੂ ਕੀ ਲਾਹੌਰ। ਕਨੈਕਸ਼ਨ ਹੀ ਨਹੀਂ ਹੋਰ ਕਿਤੇ ਸਾਡਾ ਹੈਗਾ। ਇਹ ਗੱਲ ਕਹਿਣ ਦੀ ਕੀ ਲੋੜ ਸੀ? ਸਵਾਲ ਇਹ ਹੈ। ਮੀਣਿਆਂ ਨਾਲ, ਬਸੰਤਾਂ ਨਾਲ, ਧੀਰਮਲੀਆਂ ਨਾਲ, ਰਾਮਰਈਆਂ ਨਾਲ ਸਾਡਾ ਕੋਈ ਕਨੈਕਸ਼ਨ ਨਹੀਂ। ਇਹ ਨਾਲ ਕਿਹਾ ਇਹ ਉਹਨਾਂ ਦੀ ਸੈਂਟਰ ਨੇ, ਉਹਨਾਂ ਦੀ ਸੈਂਟਰ ਨੇ, ਉਹਨਾਂ ਦੀ ਕਬਜ਼ਾ ਉਹਨਾਂ ਸੈਂਟਰ। ਇਹ ਗੱਲ ਜਿਹੜੀ ਕਹੀ ਸੀ, ਇਹਦਾ ਮਤਲਬ ਕੀ ਸੀ? ਇਹਦੀ ਗਹਿਰਾਈ ਤੱਕ ਪਹੁੰਚੋ। ਅਨੰਦਪੁਰ ਸਾਹਿਬ ਨਾਲ ਕਨੈਕਸ਼ਨ ਕੋਈ ਨਹੀਂ, ਦੂਜੇ ਨਾਲ ਸਾਡਾ ਜ਼ਿਆਦਾ ਕਨੈਕਸ਼ਨ ਹੈ। ਝੂਠ ਜ਼ਿਆਦਾ ਦੂਜੇ ਤੋਂ ਹੀ ਹੈ। ਪੌੜੀਆਂ ਬਣਾਤੀਆਂ 84 ਪੌੜੀਆਂ ਤੇ 84 ਪਾਠ ਕਰ ਲਓ, ਮੁਕਤੀ ਮਿਲ ਜੂਗੀ। ਉੱਥੇ ਹੀ ਲਿਖਿਆ ਹੋਇਆ, ਸਾਡੇ ਨਹੀਂ, ਅਨੰਦਪੁਰ ਸਾਹਿਬ ਨਹੀਂ ਕਿਤੇ ਲਿਖਿਆ। ਪੌੜੀ ਇੱਥੇ ਵੀ ਕਿਤੇ ਲਿਖਿਆ ਮੋਹਰੇ ਦੇ, ਮੋਹਰੀ ਚ ਨਿਕਲ ਜਾਓ। ਦੇਖੋ ਗੁਰੂ ਅਮਰਦਾਸ ਨਾਲ ਜ਼ਿਆਦਾ ਪਖੰਡ ਜੋੜ ਲਿਆ ਉਹਨਾਂ ਨੇ, ਜ਼ਿਆਦਾ ਬਹੁਤਾ। ਉਹਨਾਂ ਦੇ ਜਿਹੜਾ ਪਿੰਡ ਹੈ ਉਹ ਜਿੱਥੇ ਸੰਨ ਸਾਹਿਬ ਦੇ ਵਿੱਚ ਨਿਕਲ ਜਾਓ, ਮੁਕਤੀ ਹੋ ਜੂਗੀ। ਜ਼ਿਆਦਾ ਵਿਰੋਧ ਉਹਨਾਂ ਨੇ ਕੀਤਾ। ਉਹਨਾਂ ਦੇ ਕਿੱਲੀ ਨਾਲ ਬਾਲ ਗੱਡੀ ਹੈ, ਉੱਥੇ ਕਿੱਲੀ ਗੱਡੀ ਹੈ। ਕਿਉਂ ਆਏ ਸੀ ਨਾ ਉਹਨਾਂ ਚੋਂ, ਮਾਲਾ ਵਾਲਿਆਂ ਚੋਂ ਆਏ ਹੋਏ ਸੀ ਨਾ। ਮਾਲਾ ਵਾਲਿਆਂ ਦੇ ਖਿਲਾਫ ਲੈ, ਮਾਲਾ ਵਾਲਿਆਂ ਨੇ ਅਟੈਕ ਜ਼ਿਆਦਾ ਕੀਤਾ ਗੁਰੂ ਮੱਤ ਤੇ। ਸੰਤ ਸਾਰੇ ਮਾਲਾ ਵਾਲੇ ਹੀ ਨੇ। ਇਹਨਾਂ ਨੇ ਝੂਠ ਬੋਲਿਆ ਸਾਰੇ ਸੰਤਾਂ ਨੇ। ਬਹੁਤ ਸੀਰੀਅਸ ਗੱਲ ਸੀ ਇਹ, ਜਿਹੜੀ ਨਹੀਂ ਕੀਤੀ ਅੱਜ ਸੀ ਕਿਸੇ ਨੇ। ਪਰਦਾ ਚੱਕਣਾ ਪਊਗਾ ਹੁਣ ਸਾਰੇ। ਉਹਨਾਂ ਨੇ ਨਹੀਂ ਸੁਧਰਨਾ, ਕਿਸੇ ਨੇ ਵੀ ਨਹੀਂ ਸੁਧਰਨਾ। ਅਸੀਂ ਉਹਨਾਂ ਸੁਧਾਰ ਕੇ ਕਿਸੇ ਨੂੰ ਕੀ ਲੈਣਾ? ਕਿਸੇ ਨੂੰ ਕੀ ਲੈਣਾ ਸੁਧਾਰ ਕੇ? ਆਪਣੇ ਆਪ ਨੂੰ ਸੁਧਾਰੋ। ਕਿਸੇ ਨੂੰ ਸੁਧਾਰਨ ਦੀ ਗੱਲ ਨਹੀਂ ਹੈ। ਉੱਥੇ ਦੀ ਵਿਚਾਰਧਾਰਾ ਨਹੀਂ ਮੰਨਣੀ ਜਿਹੜੀ ਗੁਰਮਤਿ ਦੇ ਖਿਲਾਫ ਹੈ। ਜੇ ਗੁਰਮਤਿ ਆ ਜਾਣਗੇ ਦੇਖੀ ਜਾਊ, ਜਿੱਦਣ ਆ ਜਾਣਗੇ ਦੇਖੀ ਜਾਊ। ਉਹ ਸਾਡੇ ਨਾਲ ਕਨੈਕਸ਼ਨ ਜੋੜਨ, ਸਾਨੂੰ ਜੋੜਨ ਦੀ ਲੋੜ ਨਹੀਂ ਉਹਨਾਂ ਨਾਲ ਕਨੈਕਸ਼ਨ। ਉਹ ਅਨੰਦਪੁਰ ਸਾਹਿਬ ਦੇ ਛੱਡ ਜਾਉਣ। ਉਹ ਵਿਚਾਰਧਾਰਾ ਇੱਥੇ ਹੈ, ਖਾਲਸਾ ਇੱਥੇ ਦੀ ਉਤਪਤੀ ਹੈ। ਸਾਡੇ ਕੋਲ ਹੈ ਹੁਣ ਜੋ ਖਾਲਸਾ ਮੇਰੋ ਸਤਿਗੁਰ ਪੂਰਾ। ਸਾਡੇ ਨਾਲ ਕਨੈਕਸ਼ਨ ਉਹਨਾਂ ਨਾਲ ਜੋੜਨਾ। ਅਸੀਂ ਉਹਨਾਂ ਨਾਲ ਕਿਉਂ ਜੋੜੀਏ? ਅਸੀਂ ਉਹਨਾਂ ਨਾਲ ਜੋੜ ਕੇ 84 ਪੌੜੀਆਂ ਤੇ ਪਾਠ ਕਰੀਏ ਜਾ ਕੇ, ਫਿਰ ਉਹਨਾਂ ਦੀ ਗੱਲ ਮੰਨੀਏ। ਅਸੀਂ ਬੇਰੀ ਨੂੰ ਮੰਨ ਲਈਏ ਵੀ ਬੇਰੀ ਦੁੱਖ ਭੰਜਣੀ ਹੈ, ਨਾਮ ਹੈ ਨਹੀਂ ਅੰਮ੍ਰਿਤਸਰ ਮੰਨਾਂਗੇ, ਫਿਰ ਤਾਂ ਮੰਨਣਾ ਪਊ ਸਾਨੂੰ ਜਾ ਕੇ।
ਅਸੀਂ ਲਿੰਕ ਤੋੜ ਲਾਂਗੇ ਇਹਨਾਂ ਨੂੰ ਸਾਰਿਆਂ ਨੂੰ। ਸਾਡਾ ਕੋਈ ਕਨੈਕਸ਼ਨ ਨਹੀਂ ਇਹਨਾਂ ਨਾਲ, ਗੁਰਮਤਿ ਦਾ ਕੋਈ ਕਨੈਕਸ਼ਨ ਨਹੀਂ ਇਹਨਾਂ ਗੱਲਾਂ ਨਾਲ। ਇਹਨਾਂ ਗੱਲਾਂ ਨਾਲ ਕਨੈਕਸ਼ਨ, ਜਿੱਥੇ ਗੱਲਾਂ ਵਾਲੇ ਅੱਗੇ ਜਗ੍ਹਾ ਦੀ ਤਾਂ ਕੋਈ ਕੀਮਤ ਨਹੀਂ। ਇਹ ਤਾਂ ਪ੍ਰਚਾਰ ਕੀ ਹੁੰਦਾ, ਸਵਾਲ ਇਹ ਹੈ। ਮੈਸੇਜ ਕੀ ਮਿਲਦਾ, ਸਵਾਲ ਇਹ ਹੈ। ਮੈਸੇਜ ਗੁਰਮਤਿ ਦਾ ਨਹੀਂ ਮਿਲ ਰਿਹਾ। ਮੈਸੇਜ ਨਾਲ ਉਹਦੇ ਨਾਲ ਸਾਡਾ ਕੋਈ ਲਿੰਕ ਨਹੀਂ। ਜੋ ਲਿੰਕ ਨਹੀਂ, ਉਹ ਜਗ੍ਹਾ ਨਾਲ ਕੋਈ ਲਿੰਕ ਨਹੀਂ। ਮੈਸੇਜ ਕਿਉਂ ਮਿਲਦਾ ਉਲਟ? ਕਿਉਂ ਮੈਸੇਜ ਉਲਟ ਮਿਲਦਾ? ਜਵਾਬ ਉਹਨਾਂ ਨੇ ਦੇਣਾ। ਜੇ ਮੈਸੇਜ ਉਲਟਾ, ਸਾਡਾ ਕੋਈ ਲਿੰਕ ਨਹੀਂ। ਜੇ ਮੈਸੇਜ ਠੀਕ ਹੋਊ ਫਿਰ ਦੇਖਾਂਗੇ। ਪਹਿਲਾਂ ਕਰਤਾ ਲੈਣ ਠੀਕ ਕਰੇ ਤੇ ਜਿਹੜਾ ਆਦਮੀ ਬੇਈਮਾਨ ਤੋਂ ਇਮਾਨਦਾਰ ਬਣੇ ਉਹ ਤੇ ਸ਼ੱਕ ਰਹਿੰਦੀ ਹੁੰਦੀ ਹੈ ਵੀ ਅੰਦਰੋਂ ਹੋਇਆ ਹੈ, ਅੰਦਰੋਂ ਮੰਨਿਆ ਕਿ ਬਾਹਰੋਂ ਹੀ ਮੰਨਿਆ ਜੋ। ਹਾਂਜੀ। ਛਤਰੀ ਧਰਮ ਧਰੇ ਹਠੀ ਰਣ ਧਾਏ ਹੈ ਜਹ ਔਰ। ਛਤਰੀ ਧਰਮ ਧਾਰਨ ਕੀਤਾ ਇਹਨਾਂ ਨੇ। ਇਹ ਵੀ ਹਠੀ ਨੇ, ਆਪਣਾ ਹਠ ਨਹੀਂ ਛੱਡਿਆ ਕਿਸੇ ਨੇ ਵੀ। ਬਾਬੂ ਤੇਜਾ ਸਿੰਘ ਦੇ ਜਿਹੜੇ ਪੈਰੋਕਾਰ ਨੇ, ਤੇਜਾ ਸਿੰਘ ਦੇ ਖਿਲਾਫ ਹੁਕਮਨਾਮਾ ਜਾਰੀ ਹੋ ਗਿਆ, ਨਹੀਂ ਮੰਨਿਆ, ਕਹਿੰਦਾ ਕਰ ਦੋ ਹੁਕਮਨਾਮਾ ਜਾਰੀ। ਉਹੀ ਮਿਸ਼ਨਰੀ ਵਾਲੇ ਨੇ, ਉਹੀ ਕਹਿ ਰਹੇ ਨੇ ਹੁਕਮਨਾਮੇ ਨੂੰ ਨਾ ਮੰਨੋ। ਹੁਣ ਹੁਕਮਨਾਮੇ ਨੂੰ ਨਾ ਮੰਨਣ ਦੀ ਵੀ ਗੱਲ ਉਹ ਕਹਿ ਰਹੇ, ਕਿਉਂਕਿ ਤੇਜਾ ਸਿੰਘ ਨੇ ਮੰਨਿਆ ਜੋ ਹੈ ਨਹੀਂ। ਇਹਨਾਂ ਦੀਆਂ ਗੱਲਾਂ ਨੇ। ਲੜਾਈ ਇਹਨਾਂ ਦੇ ਘਰ ਹੈ ਇਹ ਸਾਰਿਆਂ ਦੇ। ਹੁਕਮਨਾਮੇ ਵਾਲੇ ਵੀ ਸਾਡੇ ਤਾਂ ਨਿਗਾਹ 'ਚ ਉਹੀ ਜਿਹੇ ਨੇ, ਨਾ ਮੰਨਣ ਵਾਲੇ ਵੀ ਹੋਏ ਜਾਂਦੇ, ਮੰਨਣ ਵਾਲੇ ਵੀ ਹੋਏ ਜਿਹੇ ਨੇ, ਦੇਣ ਵਾਲੇ ਵੀ ਹੋਏ ਜਿਹੇ ਨੇ। ਸਿਆਸੀ ਗੱਲਾਂ ਨੇ, ਸਿਆਸੀ ਲੜਾਈਆਂ ਨੇ ਇਹਨਾਂ ਦੀਆਂ। ਗੁਰਮਤਿ ਦੀ ਕਿਹੜੀ ਕਾਹਦੀ ਲੜਾਈ ਹੈ ਇਹਨਾਂ ਦੀ? ਗੁਰਮਤਿ ਦਾ ਕਾਹਦਾ ਪ੍ਰਚਾਰ ਹੈ? ਕਿੱਥੇ ਗੁਰਮਤਿ ਦਾ ਪ੍ਰਚਾਰ? ਨਾ ਉਹਨਾਂ ਕੋਲ ਹੈ, ਨਾ ਉਹਨਾਂ ਕੋਲ। ਵੋਟਾਂ ਦੀ ਅਰਗੋਲਕ ਦੀ ਲੜਾਈ ਹੈ। ਦੋਵੇਂ ਪਾਸੇ ਗੋਲ ਕੇ, ਵੋਟਾਂ 'ਚ ਵੀ ਗੋਲ ਕੇ ਹੈ। ਦੋਵੇਂ ਪਾਸੇ ਮਾਇਆ ਦੀ ਲੜਾਈ ਹੈ। ਗੁਰਮਤਿ ਦੀ ਕੋਈ ਲੜਾਈ ਨਹੀਂ ਇਹਨਾਂ ਦੀ ਕਿਸੇ ਦੀ। ਗੁਰਮਤਿ ਦੇ ਪ੍ਰਚਾਰ ਦੀ ਕੋਈ ਗੱਲ ਨਹੀਂ ਹੈ ਕਿਤੇ। ਹਾਂਜੀ। ਕੌਣ ਧੀਰ ਧਰੇ ਪਟਾਂਬਰ ਲੇਤ ਹੈ ਚੱਕ ਝੋਰ। ਕੌਣ ਧੀਰ ਧਰੇ ਪਟਾਂਬਰ? ਕਿਹੜਾ ਸੂਰਮਾ ਧੀਰ ਰੱਖੂਗਾ ਇੱਥੇ? ਉਹਨਾਂ ਨੇ ਕਿਸੇ ਤਰੀਕੇ ਨਾਲ ਵੀ ਲੜਾਈ ਜਿੱਤਣੀ ਹੁੰਦੀ ਹੈ। ਜੇ ਨਾ ਲੜਾਈ ਜਿੱਤੀ ਜਾਵੇ ਤਾਂ ਜੁੱਤੀ 'ਚ ਵੀ ਵੜ ਜੀਦਾ ਹੁੰਦਾ ਜਾ ਕੇ। ਉਹ ਸਿੱਖ ਬਣ ਕੇ ਆਵੜੇ ਸਾਡੇ 'ਚ। ਜਦ ਉਹਨਾਂ ਨੂੰ ਪਤਾ ਲੱਗਿਆ ਵੀ ਹੁਣ ਦਸਮ ਪਾਤਸ਼ਾਹ ਕਹਿ ਗਏ ਇਹਨਾਂ ਨਾਲ ਨਹੀਂ ਕਰਨਾ, ਜਦੇ ਉਹ ਟਾਈਮ ਮਿਲਿਆ, ਜਦੇ ਸਾਰੇ ਸਿੱਖ ਬਣ ਕੇ ਘਰ ਆ ਗਏ। ਰਣਜੀਤ ਸਿੰਘ ਦਾ ਰਾਜ ਆਇਆ, ਸਾਰੇ ਸਿੱਖ ਬਣ ਗਏ। ਅਕਾਲੀ ਫੂਲਾ ਸਿੰਘ ਨੇ ਕਿਹਾ ਇਹ ਸਿੱਖ ਨਹੀਂ, ਸਿੱਖ ਨਾ ਬਣਾਓ। ਕਹਿੰਦੇ ਤੁਸੀਂ ਚੁੱਪ ਕਰੋ ਜੀ, ਸਾਡਾ ਨਹੀਂ ਸਰਦਾ ਹੈਗਾ। ਮੁਸਲਮਾਨਾਂ ਨਾਲ ਸਾਥੇ ਟੱਕਰ ਨਹੀਂ ਲੈਣੀ, ਫੌਜ ਇਹਨਾਂ 'ਚ ਭਰਤੀ ਹੋਣੀ ਹੈ। ਸਿੱਖੇ ਨੇ, ਤੁਹਾਨੂੰ ਕੀ ਹੈ? ਜੇ ਘਰ ਆ ਜਾਣਗੇ, ਬਣ ਜਾਣਗੇ ਸਿੱਖ, ਕੀ ਮਾੜੀ ਕੀ ਗੱਲ ਹੈ? ਸਿੱਖੀਓ ਗੁੰਝੇ ਲਾ ਕੇ ਰੱਖਤੀ, ਮਾੜੀ ਤਾਂ ਇਹ ਗੱਲ ਸੀ। ਉਹਨਾਂ ਨੂੰ ਪਤਾ ਸੀ ਹੁਣ ਸਿੱਖੀ ਵਿਹੀਨ ਸਿੱਖ ਨੇ, ਸਿੱਖ ਬਹੁਤ ਨੇ, ਸਿੱਖੀ ਹੈ ਨਹੀਂ। ਸਿੱਖੀ ਤੋਂ ਬਿਨਾਂ ਸਿੱਖ ਹੁੰਦਾ? ਆਖਰ ਲਿਖ ਕੇ ਦੇਣਾ ਪੈ ਗਿਆ ਕੋਰਟ ਦੇ ਵਿੱਚ, ਮੰਨਣਾ ਪੈ ਗਿਆ ਕੋਰਟ, ਹਾਈ ਕੋਰਟ ਦੇ ਵਿੱਚ ਵੀ ਸਿੱਖ ਹੈ ਨਹੀਂ ਹੋ ਜਾ ਸਿੱਖ ਹੁੰਦਾ। ਨੌਬਤ ਇੱਥੇ ਆ ਗਈ ਨਾ, ਨੌਬਤ ਆ ਗਈ। ਹੁਣ ਆਪ ਮੰਨੇ ਗਏ ਕੋਰਟ ਤਾਂ ਸਭ ਕੁਝ ਮੰਨਣਗੇ। ਜਦੋਂ ਕੋਰਟ ਚਲੇ ਗਏ, ਇੱਕ ਇੱਕ ਚੀਜ਼ ਮੰਨਣੀ ਬਣਾ ਦਾਂਗੇ ਇਹਨਾਂ ਨੂੰ। ਕੋਰਟ ਦੇ ਵਿੱਚ ਤਾਂ ਕੋਰਟ ਤੋਂ ਹੁਣ ਡਰਦੇ ਹੀ ਨੇ। ਗੁਰਦੁਆਰਾ ਐਕਟ ਹੈ, ਕਾਨੂੰਨ ਹੈ, ਕੋਰਟ ਚੈਲੰਜ ਹਰ ਚੀਜ਼ ਹੋ ਸਕਦੀ ਹੈ ਇਹਨਾਂ ਦੀ। ਆਪੇ ਕਰਦੇ ਨਾ ਇਲੈਕਸ਼ਨ, ਗੁਰਦੁਆਰਾ ਇਲੈਕਸ਼ਨ ਵਾਸਤੇ ਚੈਲੰਜ ਕਰਦੇ, ਸਭ ਕੁਝ ਹੁੰਦਾ ਹੀ ਹੈ। ਕੋਰਟ ਦੱਸੋ ਇਹਨੂੰ ਹੁਣ ਸਿੱਖੀ ਕੀ ਹੈ? ਇਹਨਾਂ ਨੂੰ ਕੋਰਟ 'ਚ ਘੜੀਸਾਂਗੇ ਇਹਨਾਂ ਨੂੰ ਸਾਰਿਆਂ ਨੂੰ। ਤੁਸੀਂ ਦੱਸੋ ਸਿੱਖ ਤੁਹਾਨੂੰ ਬਣਾਇਆ ਕੀ ਨੇ? ਸਿੱਖੀ ਦੱਸੋ ਕੀ ਹੈ? ਇਸ ਕਰਕੇ ਨਹੀਂ ਗੋਲਕ ਦਿੱਤੀ ਤੁਹਾਨੂੰ ਵੀ ਤੁਸੀਂ ਸਿੱਖੀ ਤੇ ਇਸ ਉਲਟ ਇਸਤੇਮਾਲ ਕਰੋ। ਗੁਰਮਤਿ ਨੂੰ ਤਹਿਸ ਨਹਿਸ ਕਰਨ ਵਾਸਤੇ ਇਹਦਾ ਇਸਤੇਮਾਲ ਕਰੋ ਗੋਲਕ ਦਾ। ਇਹ ਦੱਸੋ ਕਿੱਥੇ ਲਿਖਿਆ ਗੁਰਦੁਆਰਾ ਐਕਟ? ਕਿਹਨੇ ਦਿੱਤੀ ਹੈ ਤੁਹਾਨੂੰ ਗੋਲਕ ਇਹਦੇ ਵਾਸਤੇ? ਕੌਣ ਧੀਰ ਧਰੇ ਪਟਾਂਬਰ ਲੇਤ ਹੈ ਚੱਕ ਝੋਰ। ਚੱਕ ਚੋਰ ਉਹਨਾਂ ਨੇ ਤਾਂ ਧੋਖਾ ਦੇ ਕੇ ਆਪਣਾ ਲੜਾਈ ਜਿੱਤ ਲਈ। ਧੋਖਾ ਦੇ ਕੇ ਲੜਾਈ ਜਿੱਤ ਗਏ। ਉਹ ਰਹਿਤ ਨਾਲ ਮਰਿਆਦਾ ਬਾੜਤੀ ਲਿਆ ਕੇ ਕੀ ਕਰ ਰਹੇ ਨੇ? ਕੀ ਹੋ ਰਿਹਾ? ਦੁਕਾਨਦਾਰੀ ਹੈ, ਸਭ ਬਿਜ਼ਨਸ ਹੈ। ਆਪੇ ਲੋਕ ਕਹਿੰਦੇ ਨੇ ਹੁਣ ਤਾਂ ਸਾਰੇ ਸਭ ਕੁਝ ਵਿਕਦਾ। ਮੁੱਲ ਗੁਣੋ ਮੁੱਲ ਵਪਾਰ ਜਿਹੜਾ ਸੀ ਉਹ ਕਿੱਥੇ ਗਿਆ?
ਅਮੁੱਲ ਗੁਣ ਅਮੁੱਲ ਵਪਾਰ ਵਾਲੀ ਗੱਲ ਕਿੱਥੇ ਗਈ? ਜਾਂ ਗੁਰੂ ਗ੍ਰੰਥ ਸਾਹਿਬ ਦੀ ਪਹਿਲੇ ਹੀ ਜਪਜੀ ਸਾਹਿਬ 'ਚ ਅਮੁੱਲ ਗੁਣ ਅਮੁੱਲ ਵਪਾਰ ਉਹ ਕਿੱਥੇ ਗਿਆ? ਉਹ ਦੱਸੋ ਕਿੱਥੇ ਹੈ? ਜੇ ਅਮੁੱਲ ਗੁਣ ਅਮੁੱਲ ਵਪਾਰ ਹੈ ਤਾਂ ਤਨਖਾਹਦਾਰ ਮੁਲਾਜ਼ਮ ਕਿਉਂ ਰੱਖੇ ਨੇ? ਜਾਂ ਵਪਾਰ ਵੀ ਬਿਨਾਂ ਪੈਸਿਆਂ ਤੇ ਹੋਣਾ, ਪੈਸਾ ਨਾਲ ਵਪਾਰ ਨਹੀਂ ਹੋ ਸਕਦਾ। ਇਹਦਾ ਅਮੁੱਲ ਗੁਣ ਅਮੁੱਲ ਵਪਾਰ ਹੈ। ਗੁਣ ਵੀ ਅਮੁੱਲ ਹੈ, ਇਹਦਾ ਵਪਾਰ ਵੀ ਅਮੁੱਲ ਹੈ। ਇਹ ਸ਼ਰਤ ਹੈ ਗੁਰਬਾਣੀ ਦੀ। ਤੁਸੀਂ ਸ਼ਰਤ ਕਿਹਨੂੰ ਪੁੱਛ ਕੇ ਤੋੜੀ ਹੈ? ਜਿਹੜਾ ਅਮੁੱਲ ਵਪਾਰ ਨਹੀਂ ਕਰ ਸਕਦਾ ਉਹਨੂੰ ਗੁਰਦੁਆਰੇ ਦਾ ਉਹਦਾ ਗੁਰੂ ਘਰ ਨਾਲ ਕੋਈ ਸੰਬੰਧ ਹੀ ਨਹੀਂ, ਗੱਲ ਖਤਮ ਹੋਈ। ਜਿਹਨੇ ਤਨ ਮਨ ਧਨ ਸੌਂਪਿਆ ਨਹੀਂ ਗੁਰ ਕੋ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ, ਹੁਕਮ ਨਹੀਂ ਮੰਨਿਆ, ਉਹਨੂੰ ਪ੍ਰਾਪਤੀ ਹੋ ਨਹੀਂ ਕੁਛ ਹੋਈ। ਜਿਹਨੂੰ ਕੁਛ ਪ੍ਰਾਪਤ ਨਹੀਂ ਹੋਇਆ ਵੰਡਦਾ ਕੀ ਫਿਰਦਾ? ਤਨ ਮਨ ਧਨ ਸੌਂਪਿਆ ਨਹੀਂ ਜੇ, ਹੁਕਮ ਮੰਨਿਆ ਨਹੀਂ ਜੇ, ਤਾਂ ਉਹਨੂੰ ਪ੍ਰਾਪਤ ਦੱਸੋ ਕੀ ਹੋਇਆ? ਫਿਰ ਗੁਰਬਾਣੀ ਝੂਠੀ ਹੈ ਜੇ ਫਿਰ ਪ੍ਰਾਪਤ ਹੋਇਆ। ਜੇ ਫਿਰ ਪ੍ਰਾਪਤ ਹੋ ਗਿਆ ਗੁਰਬਾਣੀ ਝੂਠੀ ਹੈ। ਸੰਤ ਦੱਸਣ ਕਿਹਨੂੰ ਕੁਛ ਪ੍ਰਾਪਤ ਹੈ? ਫਿਰ ਪ੍ਰਾਪਤ ਹੈ ਤਾਂ ਦਿਖਾਓ ਕੀ ਹੈ। ਚਲੋ ਪ੍ਰਾਪਤੀ ਹੈ, ਦਿਖਾਓ ਕੀ ਹੈ ਤੁਹਾਡੇ ਕੋਲ? ਗੱਲ ਦਿਖਾਉਣ ਦੀ ਹੈ। ਹੁਣ ਜੇ ਹੈ ਹੀ ਨਹੀਂ ਕੁਛ, ਦੇ ਕੀ ਰਹੇ ਹੋ? ਫਿਰ ਤੁਹਾਡੇ ਕੋਲ ਤਾਂ ਕੁਛ ਹੈ ਨਹੀਂ, ਦੇ ਕੀ ਰਹੇ ਹੋ? ਮੁੱਲ ਗੁਣ ਮੁੱਲ ਵਪਾਰ ਤਾਂ ਉਹੀ ਕਰੂ ਜੇ ਕਿਸੇ ਕੋਲ ਗੁਣ ਹੋਣਗੇ। ਹੈ ਹੀ ਨਹੀਂ ਤਾਂ ਵਪਾਰ ਕਾਹਦਾ ਕਰ ਰਹੇ ਹੋ? ਕੁਛ ਨਹੀਂ ਕਹਿਣ ਨੂੰ ਹੈ ਕੋਰਟ ਦੇ ਸਾਹਮਣੇ, ਨਾ ਕੋਲ ਕੱਖ ਨਹੀਂ ਕਹਿਣ ਨੂੰ। ਈਰਖਾ ਅਰ ਉਚਾਟ ਇਹ ਦੋ ਜੰਗ ਜੋਧਾ ਸੂਰ। ਈਰਖਾ ਅਰ ਉਚਾਟ, ਉਚਾਟ ਜਦੋਂ ਈਰਖਾ ਪੈਦਾ ਹੋ ਜਾਂਦੀ ਉਚਾਟ ਪੈਦਾ ਹੋ ਜਾਂਦੇ ਨੇ। ਈਰਖਾ ਸਾਰਿਆਂ 'ਚ, ਪੰਥ ਵਿੱਚ ਈਰਖਾ ਨਹੀਂ ਹੈ। ਉਹ ਈਰਖਾ ਨੇ ਪੰਥ ਛਡਾਤੀ ਗੁਰਮਤਿ। ਕਿਸ ਤਰੀਕੇ ਨਾਲ ਮੈਂ ਇਲੈਕਸ਼ਨ ਜਿੱਤਣਾ? ਝੂਠ ਬੋਲ ਕੇ ਜਿੱਤਣਾ, ਸ਼ਰਾਬ ਪਿਲਾ ਕੇ ਜਿੱਤਣਾ, ਕਿਵੇਂ ਜਿੱਤਣਾ? ਪੈਸੇ ਦੇ ਕੇ ਜਿੱਤਣਾ, ਇਲੈਕਸ਼ਨ ਜਿੱਤਣਾ, ਗੋਲਕ ਤੇ ਕਬਜ਼ਾ ਕਰਨਾ। ਕੋਈ ਰੌਲਾ ਨਹੀਂ ਹੈ ਗੁਰਮਤਿ ਦਾ। ਉਧਰ ਉਚਾਟ ਨੇ ਸਭ। ਉਚਾਟ ਹੁੰਦਾ ਛੱਡ ਦੇਣਾ, ਤਿਆਗ ਦੇਣਾ। ਜੇ ਈਰਖਾ ਆ ਜਾਂਦੀ ਹੈ ਉੱਥੇ ਟਾਰਗੇਟ ਜਿਹੜਾ ਤਿਆਗਿਆ ਜਾਂਦਾ ਹੁੰਦਾ, ਉੱਥੇ ਨਹੀਂ। ਈਰਖਾ ਹੀ ਨਹੀਂ ਆਗੇ ਵੜਦੀ ਪਹਿਲਾਂ ਤਾਂ ਘਰ 'ਚ। ਈਰਖਾ ਬੜੂਗਾ ਜਦ ਜਾਂ ਉਚਾਟ ਹੋ। ਈਰਖਾ ਕਰਕੇ ਹੀ ਉਚਾਟ ਹੋਏ ਨੇ। ਈਰਖਾ ਨਹੀਂ ਉਹਨਾਂ ਨੂੰ ਕਿਹਾ ਰਵਿਦਾਸੀਆਂ ਨੇ ਅੱਡ ਕੱਢੀ ਹੈ, ਉਹ ਆਪਣੀ ਬਾਣੀ ਕੱਢਦੇ ਨੇ। ਈਰਖਾ ਉੱਥੇ ਹੋਰ ਕੀ ਹੈ? ਅਸਲੀ ਈਰਖਾ ਕਰਕੇ ਹੀ ਸ੍ਰੀ ਚੰਦ ਅੱਡ ਹੋਇਆ ਸੀ। ਈਰਖਾ ਕਰਕੇ ਮੈਨੂੰ ਨਹੀਂ ਨਾ ਦਿੱਤੀ ਗੁਰਿਆਈ, ਤਾਂ ਉਹ ਈਰਖਾ ਕਰਕੇ ਉਲਟਾ ਪ੍ਰਚਾਰ ਕਰਦਾ ਸੀ। ਈਰਖਾ ਕਰਕੇ ਹੀ ਜਿਹੜਾ ਰਾਮ ਰਾਏ ਅੱਡ ਹੋਇਆ ਸੀ। ਸਭ ਈਰਖਾ ਦੇ ਈਰਖਾਲੂ ਸੀ। ਈਰਖਾ ਕਰਕੇ ਹੀ ਗੁਰਮਤਿ ਦਾ ਨੌਵੇਂ ਪਾਤਸ਼ਾਹ ਨੂੰ ਆਉਣ ਨਹੀਂ ਦਿੱਤਾ ਉੱਥੇ ਅਨੰਦਪੁਰ ਸਾਹਿਬ, ਨਾ ਅੰਮ੍ਰਿਤਸਰ ਵੜ ਨਹੀਂ ਦਿੱਤਾ। ਈਰਖਾ ਕਰਕੇ ਨਹੀਂ ਵੜ ਦਿੱਤਾ ਇਹਨਾਂ ਨੇ। ਤੇ ਗੁਰਮਤਿ ਦਾ ਉੱਥੇ ਕਿੱਥੇ ਪ੍ਰਚਾਰ ਹੋਣਾ ਸੀ? ਤਾਂ ਈਰਖਾ ਸੀ ਗੁਰੂ ਕਰਨਾ ਤਾਂ ਉਹਨਾਂ ਦੀ। ਜੇ ਤਾਂ ਈਰਖਾ ਹੁੰਦਾ ਤਾਂ ਉਚਾਟ ਹੋ ਜਾਂਦਾ, ਉੱਥੇ ਤਿਆਗ ਹੋ ਜਾਂਦਾ। ਈਰਖਾ ਹੀ ਤਾਂ ਹੈ। ਉਹ ਕੁਛ ਹੋਰ ਕਹਿ ਰਹੇ ਨੇ। ਦੂਜੇ ਤਾਂ ਕਦਰ ਕਰਨਗੇ ਨਾ ਜੇ ਈਰਖਾ ਉਚਾਟ ਹੈ। ਫਿਰ ਕੀ ਹੈ? ਦੋ ਜੰਗ ਜੋਧਾ ਸੂਰ, ਦੋਏ ਜੰਗ ਜੋਧਾ ਸੂਰ ਜੱਦੇ ਹੀ ਲੱਗੇ ਨੇ ਆਪਣੇ। ਇਹਨਾਂ ਨੇ ਸਿਰਾਂ ਦੇ ਮੁੱਲ ਪਾਏ ਨੇ। ਔਰ ਸਿਰਾਂ ਦੇ ਮੁੱਲ ਕਿੱਥੋਂ ਪੈਣੇ? ਕੌਣ ਦੱਸਦਾ ਸੀ ਵੀ ਇਹ ਸਿੱਖ ਹੈ? ਇਹੀ ਦੱਸਦੇ ਸੀ। ਮਾਝੇ 'ਚ ਨਹੀਂ ਗਏ ਛੇਵੇਂ ਪਾਤਸ਼ਾਹ ਜਾਤੇ ਆਏ ਨੇ ਕੋਈ ਗੁਰੂ। ਨੌਵੇਂ ਪਾਤਸ਼ਾਹ ਜ਼ਰੂਰ ਚਲੇ ਗਏ ਸੀ। ਉਹ ਇਹਨਾਂ ਨੇ ਫਿਰ ਦਰਵਾਜ਼ੇ ਨਹੀਂ ਖੋਲੇ, ਉਹ ਮੁੜਿਆ ਉੱਥੋਂ। ਇਹ ਕਹਿ ਕੇ ਅੰਮ੍ਰਿਤਸਰੀ ਅੰਦਰ ਸੜੀਏ, ਹੁਣ ਤੇ ਕਹਿੰਦੇ ਰਹੇ ਨੇ ਅੰਮ੍ਰਿਤਸਰੀ ਅੰਦਰ ਸੜੀਏ, ਕਾਹਦੇ ਕਹਿੰਦੇ ਰਹੇ ਨੇ? ਗੁਰਮਤਿ ਦਾ ਉੱਥੇ ਕਿੱਥੇ ਪ੍ਰਚਾਰ ਹੈ? ਅੰਦਰ ਤਾਂ ਮਾਇਆ ਦੀ ਤ੍ਰਿਸ਼ਨਾ ਹੈ, ਤ੍ਰਿਸ਼ਨਾ ਨਾਲੇ ਸੜਦਾ ਹੁੰਦਾ।
ਮਾਇਆ ਦੀ ਜਿੱਥੇ ਭੁੱਖ ਹੋਵੇ ਸੜੂਏ, ਉੱਥੇ ਹੋਰ ਕੀ ਹੋਊਗਾ। ਭਾਜ ਹੈ ਅਵਲੋਕ ਕੈ ਅਰ ਰੀਜ ਹੈ ਲਖਹੂਰ। ਉਹ ਤਾਂ ਭੱਜ ਜਾਂਦੇ ਹੁੰਦੇ ਨੇ, ਦੂਰ ਹੋ ਜਾਂਦੇ ਨੇ, ਗੁਰੂ ਘਰ ਤਾਂ ਦੂਰ ਹੋ ਗਿਆ ਨਾ। ਤੇ ਭਾਜ ਹੈ ਅਵਲੋਕ ਕੈ, ਦੇਖ ਕੇ ਉਹਨਾਂ ਦੀ ਹਾਲਤ, ਅਰ ਰੀਜ ਹੈ ਈਰਖਾ ਦੇਖੀ ਪੰਜਵੇਂ ਪਾਤਸ਼ਾਹ ਨੇ ਜਦ ਵੱਡੇ ਭਰਾ ਦੀ, ਵੱਡੇ ਭਰਾਵਾਂ ਦੀ, ਪਰੇ ਹੋ ਗਏ। ਸੂਰ ਸੀ ਨਾ ਉਹ, ਸੂਰਮੇ ਨਹੀਂ ਈਰਖਾ ਕਰਦੇ ਹੁੰਦੇ, ਈਰਖਾ ਵਾਲੇ ਤੋਂ ਪਰੇ ਹੋ ਜਾਂਦੇ। ਸੂਰ ਸ਼ਬਦ ਵਰਤੇ। ਭਾਜ ਹੈ ਅਵਲੋਕ ਕੈ, ਦੇਖ ਲੈਂਦੇ ਨੇ ਜਦੋਂ ਵੀ ਇਹਨਾਂ 'ਚ ਈਰਖਾ ਹੈ। ਅਰ ਰੀਜ ਹੈ ਲਖਹੂਰ। ਉਹਨਾਂ ਨੇ ਖੁਸ਼ ਕੌਣ ਹੁੰਦੇ ਨੇ? ਦੂਜੀਆਂ ਮੱਤਾਂ ਵਾਲੇ। ਦੂਜੀਆਂ ਮੱਤਾਂ ਵਾਲੇ ਦੇਖ ਕੇ ਬੜੇ ਨੇੜੇ ਨੂੰ ਆਉਂਦੇ ਨੇ, ਰੀਝ ਬੜੇ ਖੁਸ਼ ਹੁੰਦੇ ਨੇ। ਦੂਜੀਆਂ ਮੱਤਾਂ ਵਾਲੇ ਤਾਂ ਖੁਸ਼ ਹੋਣਾ ਹੀ ਹੈ। ਬਾਕੀਆਂ ਨਾਲ ਸਾਰਿਆਂ ਨਾਲ ਮੇਲ ਸੀ, ਹੋਰ ਮੱਤਾਂ ਨੇ ਇਹਨਾਂ ਦਾ। ਪਿੰਡਾਂ ਵਾਲਿਆਂ ਦੇ ਆਲੇ ਦੁਆਲੇ ਸਾਰੇ ਹੀ ਸੰਤ ਫਿਰਦੇ ਨੇ। ਕਿਉਂ ਫਿਰਦੇ ਨੇ? ਕਿਉਂਕਿ ਗੁਰਮਤਿ ਛੱਡੀ ਹੋਈ ਹੈ। ਉਹ ਤਾਂ ਖੁਸ਼ ਨੇ ਉਹਨਾਂ ਨਾਲ, ਸਾਡੇ ਨਾਲ ਕੋਈ ਵੀ ਨਹੀਂ ਖੁਸ਼। ਕਿਉਂ ਨਹੀਂ? ਕੋਈ ਤਾਂ ਹੋਵੇ ਜੇ ਮੱਖੀ ਬੈਠਣ ਦਈਏ। ਗੁੜ ਹੈ ਨਹੀਂ, ਮੱਖੀ ਕਿੱਥੋਂ ਬੈਠੇ? ਉਹਨਾਂ ਨੂੰ ਹਜ਼ਮ ਨੇ ਇਹ ਗੱਲਾਂ, ਕਿਸੇ 'ਚ ਔਗਣ। ਸਾਨੂੰ ਹਜ਼ਮ ਕੋਈ ਨਹੀਂ। ਉਹਨਾਂ ਨੇ ਸਭ ਨੂੰ ਮੇਲ ਕਰਕੇ ਚੱਲਣਾ। ਸਾਨੂੰ ਮੇਲ ਤਾਂ ਅਸੀਂ ਸਾਰਿਆਂ ਨਾਲ ਕਰਦੇ, ਪਰ ਗੁਰੂ ਨੂੰ ਮੇਲ ਨਹੀਂ ਛੱਡਦੇ। ਗੁਰੂ ਨਾਲ ਮੇਲ ਜਿਹਦਾ ਨਹੀਂ ਹੈਗਾ, ਉਹਦੇ ਨਾਲ ਮੇਲ ਕਿਵੇਂ ਹੋ ਜੂ? ਜੇ ਹੁਣ ਉਹ ਕਹਿੰਦੇ ਨੇ ਵੀ ਚਲੋ ਗੁਰੂ ਦੀ ਗੱਲ ਛੱਡ ਕੇ ਮੇਲ ਕਰ ਲਓ, ਫਿਰ ਨਹੀਂ ਕਰਦੇ। ਕੌਣ ਧੀਰ ਧਰੇ ਪਟੰਬਰ, ਜੀਤ ਹੈ ਸਭ ਛਤਰ। ਕਿਹੜਾ ਧੀਰ ਧਰੇ ਉਹਦੇ ਮੂਹਰੇ? ਕਿਹੜਾ ਸੂਰਮਾ ਉਹਨਾਂ ਨੂੰ ਸਮਝਾਵੇ? ਈਰਖਾ ਵਾਲੇ ਨੂੰ ਕੌਣ ਸਮਝਾ ਲੂਗਾ? ਨਹੀਂ ਸਮਝਾ ਸਕਦਾ ਕੋਈ ਵੀ। ਆਖਰ ਗੁਰੂ ਸਾਹਿਬ ਨੇ ਕਿਹਾ ਇਹਨਾਂ ਨਾਲ ਰਿਸ਼ਤਾ ਹੀ ਨਾ ਰੱਖੋ, ਇਹਨਾਂ ਤੋਂ ਵੈਸੇ ਹੀ ਦੂਰ ਹੋ ਜਾਓ। ਹੱਥ ਖੜੇ ਹੀ ਕਰਤੇ ਵੀ ਇਹਨਾਂ ਨੂੰ ਸਮਝਾਉਣ ਦੀ ਲੋੜ ਹੀ ਨਹੀਂ ਹੈ। ਇਹ ਸਿੱਖ ਨਹੀਂ ਹੈ, ਮੈਂ ਤਾਂ ਕਿਹਾ ਸੀ ਇਹ ਬੇੜਾ ਹੈ ਦੁੱਧ ਦਾ ਡੋਲ ਦਿਓ। ਸਭ ਕੁਝ ਆ ਗਿਆ, ਨੰਗਾ ਹੋ ਗਿਆ। ਇਹ ਨਹੀਂ ਸਮਝਾਏ ਜਾ ਸਕਦੇ, ਸਮਝਾਉਣ ਦੀ ਲੋੜ ਨਹੀਂ ਹੁੰਦੀ। ਕਰੋੜਾਂ ਹੋਰ ਸਿੱਖ ਬਣ ਜਾਣਗੇ, ਇਹਨਾਂ ਨੇ ਨਹੀਂ ਬਣਨਾ। ਵਿਗੜਿਆ ਦੁੱਧ ਨਹੀਂ ਠੀਕ ਹੁੰਦਾ, ਡੋਲ ਲਈਦਾ ਹੁੰਦਾ। ਤਾਂ ਵਿਗੜਿਆ ਦੁੱਧ ਹੋਰ ਬਥੇਰੇ ਬਣ ਜਾਣਗੇ। ਫਰੈਸ਼ ਦੁੱਧ ਬਥੇਰਾ ਪਿਆ, ਉਹਨੂੰ ਜਾਗ ਲਾ ਦਿਓ। ਫਰੈਸ਼ ਨੂੰ ਗਰਮ ਕਰਕੇ, ਉਹ ਫਰੈਸ਼ ਨੂੰ ਜਾਗ ਲਾਓ ਗਰਮ ਕਰਕੇ। ਗਿਆਨ ਪ੍ਰਚੰਡ ਕਰੋ ਉਹਨਾਂ ਦੇ ਅੰਦਰ, ਜਾਗ ਲੱਗ ਜੂਗਾ। ਜਿਹੜਾ ਜਾਗਣਾ ਚਾਹੁੰਦਾ ਉਹਨੂੰ ਜਗਾਓ, ਜਿਹੜਾ ਜਾਗਣਾ ਨਹੀਂ ਚਾਹੁੰਦਾ ਉਹਨੂੰ ਕਹਿੰਦੇ ਜਗਾਓ ਨੇ। ਜੀਤ ਹੈ ਸਭ ਛਤਰ, ਜੀਤ ਹੈ ਸਭ ਛਤਰ। ਕੌਣ ਧੀਰ ਧਰੇ ਪਟੰਬਰ, ਜੀਤ ਹੈ ਸਭ ਛਤਰ। ਹਾਂ, ਉਹ ਜਿਹੜੇ ਸ਼ਤਰੂਆਂ ਨੂੰ ਉਹਨਾਂ ਨੇ, ਉਹ ਜਿਹੜੇ ਸ਼ਤਰੂ ਨੇ ਨਾ, ਇਹ ਜਿਹੜੇ ਔਗਣ, ਔਗਣਾਂ ਦੇ ਜਿੱਤੇ ਹੋਏ ਨੇ, ਉਹ ਔਗਣ ਹਾਰੇ ਨੇ ਸਾਰੇ ਹੀ। ਈਰਖਾ ਉਚਾੜੇ ਦੋ, ਈਰਖਾ ਉਚਾੜ ਨੇ ਜਿਹੜੇ ਇਹ ਇਹਨਾਂ ਨੇ ਆਪਣੇ ਸ਼ਤਰੂ ਜਿੱਤ ਲਏ। ਆਪੇ ਸ਼ਤਰੂ ਜਿੱਤ ਲੈ ਜਾਏ, ਇਹਨਾਂ ਨੇ ਕਿਸੇ ਤੇ ਮੰਨਣਾ ਹੀ ਨਹੀਂ। ਇਹਨਾਂ ਨੇ ਤਾਂ ਭੱਜ ਗਿਆ ਕਹਿ ਦੇਣਾ ਨਾ, ਮੰਨਣਾ ਹੀ ਨਹੀਂ। ਜਿਹਨੇ ਮਰਜ਼ੀ ਤੁਸੀਂ ਪ੍ਰੂਫ ਦੇਈ ਜਾਓ, ਗੁਰਬਾਣੀ ਦਿਓ, ਮੈਂ ਨਾ ਮੰਨੂ ਤੇ ਖੜੇ ਨੇ। ਦੰਤ ਲੈ ਤ੍ਰਿਣ ਭਾਜ ਹੈ, ਪਟ ਕੌਣ ਗਏ ਹੈ ਅਤਰ। ਉਹ ਜਿਹੜੇ ਸਿਆਣੇ ਨੇ, ਉਹ ਇਹਨਾਂ ਨਾਲ ਦੰਦਾਂ 'ਚ ਘਾ ਲੈ ਕੇ ਨਾ ਪਰੇ ਹੋ ਜਾਂਦੇ ਨੇ ਕਿ ਇਹਨਾਂ ਨੂੰ ਕੋਈ ਮਨਮੁਖ ਅਭੇਜ ਨਾ ਭੇਜੀ ਪੱਥਰ ਨੂੰ। ਮੂਰਖ ਨਾਲ ਨਾ ਲੁੱਝੀਏ, ਮੂਰਖ ਨਾਲ ਨਾ ਲੁੱਝੀਏ, ਬੜੇ ਖਰੇ ਹੋਊ ਜੀ। ਜਿਹੜੇ ਸਿਆਣੇ ਦੇਖੋ ਨਾ ਭਗਤ ਹੋਏ ਨੇ, ਕਿੰਨੇ ਕੁ ਲੋਕ ਉਹਨਾਂ ਦੀ ਗੱਲ ਮੰਨ ਗਏ। ਉਹ ਦੰਦਾਂ 'ਚ ਘਾ ਲੈ ਕੇ ਪਰੇ ਹੋਏ ਨੇ। ਹੋਰ ਕੀ ਹੈ? ਉਹਨਾਂ ਨੇ ਲੈਣਾ ਕੀ ਹੈ? ਜਿਹਨੇ ਮੰਨਣੀ ਹੈ ਮੰਨੋ, ਜਿਹਨੇ ਨਹੀਂ ਮੰਨਣੀ ਨਾ ਮੰਨੋ। ਜੇ ਕਿਸੇ ਨੇ ਹੱਥ 'ਚ ਦੀਵਾ ਖੂਹ 'ਚ ਡਿੱਗਣਾ, ਆਪਾਂ ਨੇ ਜ਼ਰੂਰ ਬਚਾਉਣਾ। ਉਹਨੂੰ ਦੱਸ ਦੇਣਾ ਵੀ ਖੂਹ ਅੱਗੇ ਤੇਰੇ। ਜੋ ਕਹੇ ਵੀ ਤੂੰ ਮਾਮਾ ਲੱਗਦਾ, ਮੇਰੇ ਕੋਲ ਦੀਵਾ, ਮੈਨੂੰ ਨਹੀਂ ਦਿੰਦਾ ਖੂਹ, ਮੈਂ ਤਾਂ ਡਿੱਗਣਾ। ਫਿਰ ਉਹਨੂੰ ਕਹੇ ਵੀ ਡਿੱਗ ਭਾਈ, ਕੋਈ ਨਹੀਂ। ਕਿਉਂਕਿ ਤੇਰੇ ਨਾਲ ਦੇ ਬਹੁਤ ਡਿੱਗੇ ਹੋਏ ਨੇ ਜੀ। ਇਹ ਰਸਤਾ ਉਹਨਾਂ ਦਾ, ਖੂਹ 'ਚ ਡਿੱਗਣ ਦਾ ਰਸਤਾ ਅਲੱਗ ਵਾਲਿਆਂ ਦਾ। ਜਾਕੀ ਭੇਡਾਂ ਚਾਲ ਹੈ, ਚਲਤੇ ਕੇ ਪਾਛੇ ਚਲੇ।
ਜਿੱਥੇ ਤੁਹਾਡੇ ਖਾਨਦਾਨ ਨਹੀਂ ਡਿੱਗਦੇ ਆਏ ਨੇ ਡਿੱਗੋ ਉੱਥੇ। ਹਾਂਜੀ। ਘਾਤ ਔਰ ਵਸੀਕਰਨ ਵੱਡ ਵੀਰ ਧੀਰ ਅਪਾਰ। ਇੱਕ ਵਸ਼ੀਕਰਨ ਵਾਲੇ ਨੇ ਸੰਤ ਜਿਹੜੇ ਵਸ਼ੀਕਰਨ ਕਰਦੇ ਨੇ। ਘਾਤ ਔਰ ਵਸੀਕਰਨ ਇਹ ਘਾਤ ਲਾਉਂਦੇ ਨੇ, ਜਿਹਨੂੰ ਬਸ ਕਰਨਾ ਉਹਦੇ ਤੇ ਹੀ, ਜਿਹਨੂੰ ਬਸ ਕਰਨਾ ਉਹਦੇ ਤੇ ਘਾਤ ਲਾਇਆ ਹੋਇਆ ਉਹਨਾਂ ਦਾ, ਵਸ਼ੀਕਰਨ ਵਾਲੇ। ਇਹ ਸਾਰੇ ਸੰਤ ਵਸ਼ੀਕਰਨ ਵਾਲੇ ਨੇ ਮੰਤਰ। ਇਹ ਬਹੁਤ ਖਤਰਨਾਕ ਨੇ। ਨਕਸ਼ਾ ਸਾਰਿਆਂ ਦਾ ਹੀ ਦਿਖਾਇਆ ਹੋਇਆ, ਛੱਡਿਆ ਕੋਈ ਵੀ ਨਹੀਂ ਹੈ। ਸੰਗਤ ਨੂੰ ਬਸ ਕਰੀ ਹਾਂ, ਸੰਗਤ ਨੂੰ ਬਸ ਕਰਨਾ ਔਰ ਘਾਤ ਲਾਉਣਾ ਸਾਰਿਆਂ ਤੇ। ਇਹ ਵਸ਼ੀਕਰਨ ਵਾਲੇ ਨੇ। ਇਹਨਾਂ ਨਾਲ ਬਣ ਨਹੀਂ ਸਕਦੀ ਸਾਡੀ ਕਿਸੇ ਨਾਲ ਵੀ। ਆ ਸਾਰੇ ਦਸਤਾ ਦਿੱਤੇ। ਹਾਂ, ਇਹ ਸੰਤ ਬੰਦੇ ਨੇ 10 ਗ੍ਰੰਥਾਂ ਪਰ। ਆ ਵੀ ਦੇਖ ਲੈਣ ਕੀ ਲਿਖਿਆ ਹੋਇਆ। ਘਾਤ ਔਰ ਵਸੀਕਰਨ ਹਾਂ, ਵੱਡ ਵੀਰ ਧੀਰ ਅਪਾਰ। ਇਹ ਵਿਸ਼ਵਾਸ ਘਾਤ ਹੈ ਵਸ਼ੀਕਰਨ। ਜੇ ਤੁਸੀਂ ਘਾਤ ਲਾਉਨੇ ਹੋ, ਜਿਹਨੂੰ ਬਚ ਕਰਦੇ ਹੋ, ਵਿਸ਼ਵਾਸ ਘਾਤ ਪਰਮੇਸ਼ਰ ਨਾਲ ਵੀ ਹੈ। ਕਹਿ ਰਹੇ ਹੋ ਤੁਸੀਂ ਕੀ ਮਨੋਕਾਮਨਾ ਪੂਰੀਆਂ ਕਰਨੀਆਂ ਵਸ਼ੀਕਰਨ ਹੈ। ਮਨੋਕਾਮਨਾ ਪੂਰੀਆਂ ਕਰਨ ਦਾ ਝਾਂਸਾ ਦੇਣਾ ਹੀ ਵਸ਼ੀਕਰਨ। ਮਨੋਕਾਮਨਾ ਪੂਰੀਆਂ ਦੀ ਅਰਦਾਸ ਕਰਨ ਹੀ ਵਸ਼ੀਕਰਨ। ਦੁਨੀਆ ਜਾਂਦੀ ਹੈ, ਜੇ ਮਾਰਗ ਪੰਡਤ ਗਏ ਪਾਛੇ ਪੜੀ, ਵਸ਼ੀਕਰਨ ਹੈ ਉਹ। ਗੁਰਬਾਣੀ ਦੇ ਖਿਲਾਫ ਹੈ। ਫਿਰ ਦਸਮ ਗ੍ਰੰਥ ਦਾ ਮੰਨਦਾ ਨਹੀਂ ਇਹਨੂੰ। ਹੈ ਵੀ ਨਹੀਂ ਮੰਨਣ ਵਾਲੀ ਗੱਲ ਵੀ ਨਹੀਂ ਹੈ। ਕੋਈ ਵੀ ਨਹੀਂ ਮੰਨਦਾ ਸਿਆਣਾ ਆਦਮੀ। ਧਾਰਮਿਕ ਜਿਹੜੇ ਆਦਮੀ ਬਲੈਕਮੇਲਰ ਨੇ, ਉਹਨਾਂ ਦੀ ਗੱਲ ਹੈ। ਬਲੈਕਮੇਲਰਾਂ ਦੇ ਪਰਦੇ ਫੋਲਤੇ ਦਸਮ ਗ੍ਰੰਥ ਨੇ। ਤੇ ਬਲੈਕਮੇਲਰ ਫਿਰ ਰਹਿ ਵੀ ਇਕੱਲਾ ਹੀ ਜਾਂਦਾ ਅੱਗੇ ਜਾ ਕੇ। ਕਰੂਰ ਕਰਮ ਕੁਠਾਰ ਪਾਣ ਕਰਾਲ ਦਾੜ ਬਰਿਆਰ। ਕਰਦੇ ਕੀ ਨੇ? ਕਰੂਰ ਕਰਮ ਕਰਦੇ ਨੇ। ਬੜੇ ਭੈੜੇ ਕੰਮ ਕਰਦੇ ਨੇ। ਸਾਰੀਆਂ ਜਿੰਨੀਆਂ ਮੱਤਾਂ ਨੇ ਤ੍ਰਿਆ ਚਰਿੱਤਰ, ਸਾਰੇ ਸੰਤ ਤ੍ਰਿਆ ਚਰਿੱਤਰ ਦਾ ਹੀ ਨਕਸ਼ਾ ਹੈ ਇਹਨਾਂ ਦਾ। ਸੰਤ ਸਮੂਹ ਨੇ ਇੱਕ ਕੇ ਅੱਜ ਵੀ ਉਹੀ ਗੱਲ ਆ। ਕਿਸੇ ਨੇ ਕੋਈ ਪਖੰਡ ਬਣਾਇਆ, ਕਿਸੇ ਨੇ ਕੋਈ ਪਖੰਡ ਬਣਾਇਆ। ਕੰਮ ਉਹੀ ਕਰਦੇ ਨੇ। ਪਹਿਲਾਂ ਹੀ ਕਰੂਰ ਕਰਮ ਕਰਦੇ ਨੇ ਸਾਰੇ। ਕੁਠਾਰ ਪਾਣ ਹੱਥ 'ਚ ਕੀ ਹੈ? ਕੁਹਾੜਾ। ਮਨਮੁਖ ਦਾ, ਮਨਮਤ ਦਾ ਕੁਹਾੜਾ। ਆਪਣੀ ਮਰਜ਼ੀ ਨਹੀਂ ਕਹਿੰਦੇ ਵੀ ਗੁਰ ਕੇ ਪਾਣੀ ਚੱਲਣ ਨੂੰ ਕੋਈ ਨਹੀਂ ਕਹਿੰਦਾ। ਕੁਠਾਰ ਪਾਣ ਹੱਥ ਪਾਣ ਹੁੰਦਾ, ਹੱਥ ਵਿੱਚ ਕੁਹਾੜਾ ਰੱਖੋ। ਇੱਛਾਵਾਂ ਪੂਰੀਆਂ ਹੁੰਦੀਆਂ ਨੇ ਇੱਥੇ। ਹਾਂ, ਤਾਂ ਹੀ ਵਸ਼ੀਕਰਨ ਹੋਊਗਾ। ਉਹ ਨਹੀਂ ਕਹਿੰਦੇ ਕੁਹਾੜਾ ਨਾ ਰੱਖੋ ਹੱਥ 'ਚ। ਹੱਥ 'ਚ ਕੁਹਾੜਾ ਰੱਖਣ ਨੂੰ ਕਹਿੰਦੇ ਰੱਖੋ। ਤੇ ਕੁਹਾੜਾ ਕਿੱਥੇ ਜਾਊਗਾ? ਉਹ ਪੈਰ ਤੇ ਲੱਗਦਾ ਆਪਣੇ ਤੇ ਹੀ। ਜਿਹੜਾ ਕੁਹਾੜਾ ਚਲਾਉਂਦਾ ਲੱਗਦਾ ਹੀ ਪੈਰ ਤੇ ਆਪਣੇ ਤੇ ਹੀ ਹੁੰਦਾ। ਪੈਰ ਕੁਹਾੜਾ ਮਾਰਿਆ, ਹੋਰ ਕਿਤੇ ਵੀ ਨਹੀਂ ਲੱਗਦਾ ਕੁਹਾੜਾ। ਉਹਦਾ ਹੀ ਪੈਰ ਤੇ ਲੱਗਦਾ ਜਿਹਦੇ ਕੋਲ ਹੁੰਦਾ। ਲੱਗਦਾ ਹੀ ਨਹੀਂ ਹੋਰ ਕਿਤੇ ਕੁਹਾੜਾ। ਕੁਹਾੜਾ ਲੱਗੂਏ ਪੈਰ ਤੇ, ਆਪਣੇ ਹੀ ਪੈਰ ਤੇ ਲੱਗਦਾ ਕੁਹਾੜਾ। ਤੇ ਉਹਨਾਂ ਦੇ ਪੈਰ ਤੇ ਉਹ ਵੀ ਚਾਹੁੰਦੇ ਨੇ ਕੁਹਾੜਾ ਇਹਨਾਂ ਦੇ ਪੈਰ ਤੇ ਵੱਜੇ, ਤਾਂ ਕਿ ਸਾਡੇ ਕੋਲੇ ਰਹਿਣ। ਜੇ ਪੈਰ ਤੇ ਕੁਹਾੜਾ ਵੱਜੂ, ਤੁਰ ਕੇ ਜਾਊ ਕਿੱਥੇ? ਜਾਊ ਕਿੱਥੇ? ਭੱਜ ਕੇ। ਭੱਜਣ ਜੋਗਾ ਛੱਡਿਆ ਹੀ ਹੈ ਨਹੀਂ। ਪੈਰ ਤੇ ਕੁਹਾੜਾ ਜਿਹਦੇ ਵੱਜਾ, ਭੱਜਣ ਜੋਗਾ ਰਹਿੰਦਾ ਹੀ ਨਹੀਂ। ਭੱਜ ਕੇ ਜਾਊ ਕਿੱਥੇ? ਕਰਾਲ ਦਾੜ ਬਰਿਆਰ। ਦਾੜ ਕੀ ਹੈ? ਬਹੁਤ ਹੀ ਭਿਆਨਕ ਦਾੜ ਹੈ। ਜਿਹੜਾ ਜੜ ਥੱਲੇ ਆ ਗਿਆ ਨਾ, ਹਾਂ, ਜਿਹੜਾ ਇਹਨਾਂ ਦੀ ਜੜ ਥੱਲੇ ਆ ਗਿਆ ਉਹਨੂੰ ਨਹੀਂ ਛੱਡਦੇ ਫਿਰ। ਬਰਿਆਰ, ਹਾਂ, ਭਿਅੰਕਰ ਹੈ ਦਾੜ ਇਹਨਾਂ ਦੀ। ਬਹੁਤ ਹੀ ਭਿਅੰਕਰ ਦਾੜ ਹੈ ਇਹਨਾਂ ਦੀ। ਜੀਆਂ ਘੁੱਟ ਖਾਂਦੇ ਬੱਗੇ ਨਾ ਕਹੀਆਂ, ਉਹ ਦਾੜ ਹੈ ਇਹਨਾਂ ਦੀ। ਘੁੱਟ ਜੀਆਂ ਖਾਂਦੇ, ਜੜ ਥੱਲੇ ਲੈ ਕੇ ਖਾ ਜਾਂਦੇ ਨੇ ਇਹ। ਕਹਿੰਦੇ ਸਾਡੇ ਨਹੀਂ ਜੀ ਚੜਦਾ ਪੈਸਾ ਤੁਹਾਡੇ ਆਉਂਦਾ ਕਿੱਥੋਂ? ਜੇ ਚੜਦਾ ਨਹੀਂ, ਨਾਨਕਸਰ ਵਾਲੇ ਨੂੰ ਪੁੱਛੇ ਪੈਸਾ ਆਉਂਦਾ ਕਿੱਥੋਂ? ਇਹ ਦੱਸੋ। ਤੁਹਾਡੇ ਤਾਂ ਚੜਦਾ ਨਹੀਂ, ਪੈਸਾ ਆਉਂਦਾ ਕਿੱਥੋਂ? ਸੋਰਸ ਦੱਸੋ ਕਿੱਥੇ ਪੈਸਾ? ਕਰਾਲ ਦਾੜ ਬਰਿਆਰ। ਹਾਂ, ਬਰਿਆਰ ਹੁੰਦੀ ਹੈ, ਬਹੁਤ ਭਿਆਨਕ। ਕਿਹੜੀ ਹੈ ਦਾੜ? ਐ ਦਾੜ ਨਹੀਂ ਹੈਗੀ ਵੀ ਕੋਈ ਚੀਜ਼ ਨਾ ਫੁੱਟਦੀ ਹੋਵੇ ਜੀ ਤੋਂ। ਬਿਜ ਤੇਜ ਅਛਿਜ ਗਾਤ
ਅਭਿਜ ਰੂਪ ਦੁਰੰਤ। ਬਿਜ ਤੇਜ ਹੈ, ਬਿਜਲੀ ਵਰਗੀ ਦਾ ਤੇਜ ਹੈ। ਅੱਛੇ ਜਗਾਤ। ਅੱਛੇ ਜਗਾਤ ਹੈ। ਜਿਹੜਾ ਉਹਦਾ ਇਰਾਦਾ ਹੈ, ਇਰਾਦਾ ਉਹਦਾ ਕਦੇ ਡੋਲਦਾ ਨਹੀਂ ਹੈ। ਆਪਣੇ ਇਰਾਦੇ ਤੋਂ ਨਹੀਂ ਪਿੱਛੇ ਹਟਦੇ। ਜੋ ਇਰਾਦਾ ਉਹੀ ਰੱਖਦੇ ਨੇ, ਉਹ 'ਚ ਫਰਕ ਨਹੀਂ ਪਾਉਂਦੇ ਹੈ। ਤੁਸੀਂ ਜਿੰਨਾ ਮਰਜ਼ੀ ਇਹਨਾਂ ਨੂੰ ਕਹੀ ਜਾਓ, ਗਿਆਨ ਦੇਈ ਜਾਓ, ਉਹਦੇ 'ਚ ਕੋਈ ਫਰਕ ਨਹੀਂ ਪਾਉਣਾ ਇਹਨਾਂ ਨੂੰ। ਆਪਣੀ ਅਗਿਆਨਤਾ ਦੇ ਵਿੱਚ ਚਾਨਣ ਹੋਣ ਹੀ ਨਹੀਂ ਦਿੰਦੇ। ਆਪਣੇ ਕਪਟ ਨੂੰ ਤਿਆਗਦੇ ਹੀ ਨਹੀਂ, ਮੱਠਾ ਕਰਦੇ ਹੀ ਨਹੀਂ। ਅਭਿਜ ਰੂਪ ਦੁਰੰਤ। ਅਭਿਜ ਰੂਪ ਹੈ, ਪੱਥਰ ਦਾ ਰੂਪ ਭਿੱਜੇ ਹੁੰਦਾ ਹੈ। ਦੁਰੰਤ ਲਾਤਨ ਨਾਲ ਦੁਰੰਤ ਪੱਥਰ ਹੈ, ਬਿਲਕੁਲ ਭਿੱਜਦਾ ਨਹੀਂ ਹੈ। ਔਰ ਦੁਰੰਤ ਹੈ, ਅੰਤ ਭੈੜਾ ਹੈ। ਦੁਰੰਤ ਭੈੜਾ ਅੰਤ ਹੈ ਗੱਲ ਦਾ। ਹਸ਼ਰ ਕੁਛ ਵੀ ਹੋਵੇ, ਚਾਹੇ ਉਹ ਕਹਿੰਦੇ ਅਸੀਂ ਨਹੀਂ ਭਿੱਜਣਾ ਛੱਡੋ, ਪਰ ਅੰਤ ਨਹੀਂ ਚੰਗਾ ਹੈਗਾ ਇਹਨਾਂ ਗੱਲਾਂ ਦਾ। ਇਹਦਾ ਅੰਤ ਨਹੀਂ ਚੰਗਾ, ਭੈੜਾ ਅੰਤ ਹੈ। ਦੁਰ ਮਤਲਬ ਭੈੜਾ ਅੰਤ। ਅੰਤ ਚਾਹੇ ਕਿੰਨਾ ਹੀ ਸਿੱਟਾ ਭੈੜਾ ਹੋਵੇ, ਪਰ ਇਹ ਨਹੀਂ ਛੱਡਦੇ। ਜੇ ਗਾਤ ਹੈ ਭਿੱਜ ਦਾ ਮਤਲਬ ਇਹ ਨਹੀਂ ਹੈਗਾ ਉਹ ਨਾਮ ਦੀ ਵੀ ਗਾਤ ਹੈ ਭਿੱਜ ਹੈ। ਨਾਮ ਵਾਲਾ ਵੀ ਨਹੀਂ, ਨਾਮ ਵਾਲਾ ਨਹੀਂ ਭਿੱਜਦਾ ਕਪਟ ਨਾਲ, ਇਹਨਾਂ ਗੱਲਾਂ ਨਾਲ। ਅਗਿਆਨਤਾ 'ਚ ਨਹੀਂ ਭਿੱਜਦਾ, ਇਹ ਗਿਆਨ 'ਚ ਨਹੀਂ ਭਿੱਜਦਾ। ਇਹ ਗਿਆਨ ਕਿੰਨਾ ਹੀ ਕਰਾ ਲਓ, ਅਸਲ ਨਹੀਂ ਹੋਣ ਦਿੰਦੇ। ਆਪਣੇ ਤੇ ਅਸਲ ਨਹੀਂ ਮੰਨਦੇ। ਉਹ ਅਗਿਆਨਤਾ ਕਿੰਨੀ ਕਰ ਲਓ, ਅਸਲ ਨਹੀਂ ਹੋਣ ਦਿੰਦਾ। ਉਹਦੇ ਬਿਲਕੁਲ ਉਲਟ ਖੜੇ ਨੇ। ਇਹਦਾ ਅੰਤ ਪਰ ਭੈੜਾ ਹੈ, ਇਹ ਦੁਰੰਤ ਹੈ। ਇਹ ਆਪਣੀ ਹੋਮੇ ਨਹੀਂ ਛੱਡਦੇ, ਉਹ ਆਪਣਾ ਨਾਮ ਨਹੀਂ ਛੱਡਦੇ। ਦੋਏ ਵਿਰੋਧ ਖੜੇ ਨੇ। ਇਹ ਬਿਲਕੁਲ ਐਂਟੀ ਖੜੇ ਨੇ। ਇਹ 180 ਡਿਗਰੀ ਤੇ ਐਂਟੀ ਖੜੇ ਨੇ ਦੋਏ। ਆਪ ਦਾ ਅਰ ਝੂਠਤਾ ਅਰ ਵੀਰ ਬੰਸ ਕੁਠਾਰ। ਇਹ ਜਿਹੜੀ ਗੱਲ ਆਪ ਦਾ ਪੈ ਜਾਂਦੀ ਹੈ ਨਾ, ਔਰ ਝੂਠ ਦਾ। ਜਿੱਥੇ ਝੂਠ ਆ ਜਾਏ ਉੱਥੇ ਆਪ ਦਾ ਹੁੰਦੀ ਹੈ। ਘਰ 'ਚ ਝੂਠ ਬੋਲਣ ਲੱਗ ਜਾਏ, ਕੋਈ ਫੁੱਟ ਪੈ ਜਾਣੀ ਹੈ, ਝੂਠ ਚੱਲਣ ਲੱਗ ਜਾਏ। ਜਦ ਬੰਸ ਦੇ ਵਿੱਚ ਬਣ ਜਾਏ ਨਾ ਝੂਠ ਔਰ ਆਪ ਦਾ ਕਲੇਸ਼। ਔਰ ਵੀਰ ਬੰਸ ਕੁਠਾਰ। ਹਾਂ, ਵੀਰਾਂ ਦੇ ਬੰਸ ਦੇ ਵਿੱਚ ਕੁਠਾਰ ਆਪਸ ਵਿੱਚ ਕੁਹਾੜੇ ਚੱਲਣ ਲੱਗੇ ਨਾ। ਆਪਾ ਵਿਰੋਧ ਹੋ ਗਿਆ। ਇਹੀ ਹੋਇਆ ਸੀ ਗੁਰੂ ਘਰ 'ਚ। ਵਿੱਚੋਂ ਹੀ ਪੈਦਾ ਹੋਏ ਨੇ ਸਾਰੇ, ਵਿੱਚੋਂ ਹੀ ਨਿਕਲੇ ਹੋਏ ਨੇ। ਤੀਰ ਮੱਲੀਏ, ਰਾਮ ਰਹੀਏ, ਮੀਲੇ ਬਸੰਤ ਕਿੱਥੋਂ ਨਿਕਲੇ ਨੇ? ਵਿੱਚੋਂ ਹੀ ਨਿਕਲੇ ਨੇ। ਇਹ ਆਪਦਾ ਹੀ ਸੀ, ਆਪਦਾ ਹੀ ਸੀ। ਇਹ ਆਪਦਾ ਝੂਠਤਾ। ਉਹ ਇੱਥੇ ਜੇ ਧਰਮ ਨਹੀਂ ਤਾਂ ਝੂਠ ਹੈ ਉੱਥੇ। ਜੈ ਗਿਆਨ ਤਾਂ ਧਰਮ ਹੈ, ਜੈ ਝੂਠ ਤਾਂ ਪਾਪ। ਜੇ ਗਿਆਨ ਛੱਡਣਗੇ ਝੂਠ ਆ ਜਾਊਗਾ ਉੱਥੇ। ਝੂਠ ਦਾ ਪ੍ਰਚਾਰ ਸੀ ਨਿਰਾ ਇਹਨਾਂ ਦੇ ਕੋਲ। ਉਹ ਹੁਣ ਝੂਠ ਦਾ ਪ੍ਰਚਾਰ ਹੋਈ ਜਾਂਦਾ ਸਾਹਮਣੇ। ਸਾਡੇ ਝੂਠ ਦਾ ਪ੍ਰਚਾਰ ਹੁਣ ਕਿਵੇਂ ਮੁਕਰਨਗੇ? ਅੱਜ ਕਿਵੇਂ ਝੂਠ ਦਾ ਪ੍ਰਚਾਰ ਹੈ? ਅੱਜ ਕਿਵੇਂ ਕਹਿੰਦੇ ਦੁੱਖ ਭੰਜਣੀ ਮੇਰੀ ਹੈ? ਕਰਕੇ ਦਿਖਾਓ ਦੁੱਖ ਦੂਰ ਕਿਸੇ ਦਾ ਮੇਰੀ ਥੱਲੇ। ਅੱਜ ਝੂਠ ਦਾ ਪ੍ਰਚਾਰ, ਅੱਜ ਵੀ ਝੂਠ ਦਾ ਪ੍ਰਚਾਰ ਹੈ। ਇਹਦਾ ਮਤਲਬ ਪਹਿਲਾਂ ਤਾਂ ਝੂਠ ਦਾ ਹੁੰਦਾ ਹੀ ਰਿਹਾ ਪ੍ਰਚਾਰ, ਉਹੀ ਚੱਲਦਾ ਆਇਆ। ਉਹਨਾਂ ਨੇ ਆਪਣਾ ਨਹੀਂ ਛੱਡਿਆ, ਸਾਡਾ ਛਡਾਤਾ। ਸਾਡਾ ਕਿਵੇਂ ਛੜਿਆ? ਸਾਡਾ ਤਾਂ ਅਸੀਂ ਸਿਰਾਂ ਦੇ ਮੁੱਲ ਪਾਏ ਨਾ, ਘਰ ਨਹੀਂ ਬਣ ਦਿੱਤੇ ਨਾ, ਗੱਡਿਆਂ ਦੇ ਸਮਾਨ ਲੱਦ ਕੇ ਫਿਰਦੇ ਰਹੇ ਨਾ। ਇਹ ਕਿਉਂ ਨਹੀਂ ਉਜੜੇ? ਇਹ ਤਾਂ ਸਰਕਾਰ ਨਾਲ ਸੀ, ਇਹ ਕਦੇ ਉਜੜਦੇ? ਜਿਹੜਾ ਵੀ ਗੁੱਸੇ ਹੁੰਦਾ ਤਾਂ ਸਾਰੇ ਹੀ ਸਾਂਭ ਲੈਂਦੇ ਤੇ ਉਹਨੂੰ। ਜਦੋਂ ਲੋੜਣੀ ਉਹਦੀ ਦੇ ਟਾਈਮ ਦੇ ਵਿੱਚ ਪਿੱਛੋਂ ਆ ਕੇ 30 ਪੀੜ੍ਹੀ ਦੇ ਵਿੱਚ ਜਾਂ ਇਹਨਾਂ ਦਾ ਰੌਲਾ ਪਿਆ ਹਰਜੀ ਤੋਂ ਬਾਅਦ ਫੇਰ ਮਾਝੇ ਵਾਲਿਆਂ ਨੇ ਇੱਥੇ ਨਹੀਂ ਜਗ੍ਹਾ ਦਿੱਤੀ, ਇਹਨਾਂ ਨੂੰ ਇੱਧਰ ਆਉਣਾ ਪੈ ਗਿਆ ਮਲਵੇ 'ਚ। ਮਲਵੇ 'ਚ ਆ ਗਏ ਛੱਡ ਕੇ। ਫਿਰ ਪਤਾ ਲੱਗਿਆ ਉਹ ਤਾਂ ਉਹਨਾਂ ਚਿਰ ਰਿਹਾ ਜਿੰਨਾ ਚਿਰ ਦੂਏ ਨੂੰ ਪੱਟ ਕੇ ਇੱਧਰ ਲਾਉਣਾ, ਕਹਿੰਦਾ ਇੱਧਰੋਂ ਪੱਟਣਾ ਤੇ ਇੱਧਰ ਲਾਉਣਾ। ਬੋਲੇ ਨੇ ਪੱਟਣ ਨੂੰ ਤਾਂ ਕਿਹਾ ਸੀ, ਇਹ ਪੱਟਦੇ ਨੇ, ਲਾਉਂਦੇ ਨਹੀਂ ਹਨ। ਪੱਟਦਾ ਲਿਆ ਗੁਰੂ ਘਰ ਚੋਂ, ਲਾਇਆ ਕਿੱਥੇ? ਸੰਤ ਵੀ ਪੱਟੇ
ਪੱਟਿਆ ਆਪਣੇ ਆਪ ਨੂੰ ਸੰਤਾਂ ਨੇ ਘਰ ਛੱਡਿਆ, ਲਾਇਆ ਕਿੱਥੇ? ਸਵਾਲ ਤਾਂ ਇਹ ਹੈ। ਇਧਰੋਂ ਜੇ ਪੱਟਣ ਦਾ ਦੂਏ ਪਾਸੇ ਲਾਉਣਾ, ਦੂਏ ਪਾਸੇ ਲਾਇਆ ਕਿੱਥੇ? ਲਾਇਆ ਤਾਂ ਉਸੇ ਕਿਆਰੇ 'ਚ, ਲਾਇਆ ਤਾਂ ਮਾਇਆ ਵਾਲੀ ਕਿਆਰੀ 'ਚ ਲਾਇਆ ਹੋਇਆ। ਦੂਏ ਪਾਸੇ ਲਾਉਂਦੇ ਨਾ ਮਾਇਆ ਤੋਂ ਰਹਿਤ ਵਾਲੀ ਕਿਆਰੀ 'ਚ, ਫਿਰ ਮੰਨਦੇ। ਲਾਇਆ ਤਾਂ ਉਸੇ ਦੇ ਵਿੱਚ ਹੈ, ਬਕਾਰਾਂ ਦੇ ਵਿੱਚ ਲਾਇਆ। ਲਾਇਆ ਤਾਂ ਰੋਬ ਲਾਲਚ ਦੇ ਵਿੱਚ ਹੀ ਹੈ। ਰੋਬ ਲਾਲਚ ਤੇ ਪਰਲੇ ਪਾਸੇ ਲਾਉਂਦੇ, ਆਕਾਸ਼ ਚ ਲਾਉਂਦੇ ਪੱਟ ਕੇ ਧਰਤੀ ਚੋਂ। ਜੇ ਪੱਟੀ ਦਾ ਤਾਂ ਆਕਾਸ਼ ਚ ਲਾਈਦਾ। ਫਿਰ ਜੇ ਤਿਰਕੁੜੀ ਚੋਂ ਪੱਟਦੇ ਤਾਂ ਹਿਰਦੇ ਚਲਾਉਂਦੇ, 10 ਦੁਆਰ ਚਲਾਉਂਦੇ, ਫੇਰ ਗੱਲ ਬਣਦੀ। ਫਿਰ ਸੰਤੋਖ ਦਾ ਰੁੱਖ ਉੱਥੇ ਪੈਦਾ ਹੁੰਦਾ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ। ਫਿਰ ਗਿਆਨ ਦਾ ਫਲ ਲੱਗਦਾ। ਗਿਆਨ ਦਾ ਫਲ ਲਿਆਓ ਕਿੱਥੋਂ? ਹੁਣ ਤੁਸੀਂ ਗਿਆਨ ਦਾ ਫਲ ਕਿੱਥੋਂ ਲਿਆਓਗੇ? ਹੁਣ ਗਿਆਨ ਦੇ ਫਲ ਦੀ ਲੋੜ ਹੈ, ਦਿਖਾਉਣ ਦੀ ਲੋੜ ਪਊਗੀ। ਦਿਖਾਓ ਕਿੱਥੇ ਤੁਹਾਡੇ ਕੋਲ ਗਿਆਨ? ਸਾਖੀਆਂ ਪੜ੍ਹ ਕੇ ਸਾਖੀਆਂ ਸੁਣਾਉਣੀਆਂ ਗਿਆਨ ਨਹੀਂ ਹੈ। ਗਿਆਨ ਅੰਦਰੋਂ ਪੈਦਾ ਹੁੰਦਾ ਨਵਾਂ। ਗਿਆਨ ਦਾ ਰੋਜ਼ ਨਵਾਂ ਪੈਦਾ ਹੁੰਦਾ। ਸਾਹਿਬ ਮੇਰਾ ਨੀਤ ਨਵਾਂ, ਉਹ ਦਿਖਾਓ ਕਿੱਥੇ ਤੁਹਾਡੇ ਕੋਲ? ਉਹਦੀ ਲੋੜ ਹੈ। ਉਹਦੇ ਨਾਲ ਮੰਨਣਗੇ ਅਗਲੇ। ਇਹਨਾਂ ਨੂੰ ਨਹੀਂ ਮੰਨਦੇ ਤਾਂ ਜਵਾਕ ਸਾਖੀਆਂ ਸੁਣਾ ਦੇਣਗੇ, ਪੜ੍ਹ ਕੇ ਸੁਣਾ ਦਿਓ। ਉਹਦਾ ਕੀ ਹੈ? ਆਪ ਦਾ ਅਰ ਝੂਠ ਦਾ ਅਰ ਵੀਰ ਬੰਸ ਕੁਠਾਰ। ਇਹ ਕਿਸੇ ਬੰਸ ਦੇ ਵਿੱਚ ਬਹੁਤ ਬੜਾ ਕੁਠਾਰ ਹੈ, ਫੁੱਟ ਪੈ ਜਾਣੀ ਹੈ ਜਿਹੜੀ। ਪਰਮ ਰੂਪ ਦੁਧਰਖ ਗਾਤ ਅਮਰਖ ਤੇਜ ਅਪਾਰ। ਪਰਮ ਰੂਪ ਹੈ ਇਹਦਾ। ਅਮਰਕ ਇਹ ਵੀ ਨਹੀਂ ਮਰਦਾ। ਇਹ ਜਿਹੜਾ ਹੈ ਨਾ, ਦੇਖੋ ਕਿੰਨਾ ਚਿਰ ਹੋ ਗਿਆ ਸ੍ਰੀ ਚੰਦ ਕੇ ਉੱਥੇ ਹੀ ਚੱਲਦੇ ਨੇ, ਉਹੀ ਜਟਾਂ ਨੇ ਚੱਲਦੇ ਨੇ ਨਾ, ਉਵੇਂ ਹੀ ਚੱਲਣਗੇ। ਇਹ ਲਾਈਨ ਤੇ ਚੱਲਣਾ ਸਖਾਲਾ ਹੈ ਨਾ, ਸੌਖਾ। ਝੂਠ ਤੇ ਚੱਲਣਾ ਤਾਂ ਸੌਖਾ, ਦੁਨੀਆ ਹੀ ਚੱਲਦੀ ਹੈ। ਪਖੰਡ ਬਣਾ ਕੇ ਚੱਲਣਾ ਤਾਂ ਸੌਖਾ ਹੀ ਹੈ। ਸੱਚ ਤੇ ਚੱਲਣਾ ਹੀ ਔਖਾ। ਇਹ ਰਸਤਾ ਰੁੜ ਜਾਂਦਾ ਸੱਚ ਦਾ। ਇਹ ਦੇਖ ਕੇ ਚੱਲਣਾ ਪੈਂਦਾ। ਖੰਨੇ ਤਿੱਕੀ ਬਾਲੋਂ ਨਿੱਕੀ ਇਹ ਮਾਰਗ ਜਾਣਾ ਬਰੀਕ ਰਸਤਾ ਹੈ। ਇਹਦੇ ਤੇ ਧਿਆਨ ਨਾਲ ਚੱਲਣਾ ਪਊਗਾ। ਬਾਕੀ ਤਾਂ ਜਿੱਦੋਂ ਮਰਜ਼ੀ ਜਾਈ ਜਾਓ, ਝੂਠ ਹੈ ਝੂਠ ਹੈ। ਅਮਰਖ ਤੇਜ ਅਪਾਰ। ਅਮਰਖ ਤੇਜ ਅਪਾਰ। ਅੰਗ ਅੰਗਨ ਨੰਗ ਬਸਤਰਨ ਅੰਗ ਬਲਕਲ ਪਾਤ। ਅੰਗ ਅੰਗਨ ਨੰਗ ਬਸਤਰਨ, ਕੋਈ ਸਭ ਨੰਗੇ ਨੇ ਚਿੱਟੇ, ਕੁਛ ਨਹੀਂ ਹੈ ਪੱਲੇ। ਜਿਹਨੇ ਝੂਠ ਬੋਲਣਾ ਕਿਹਨੂੰ ਨਹੀਂ ਪਤਾ ਹੁੰਦਾ ਵੀ ਇਹ ਝੂਠ ਹੈ? ਲਕੋਲੂਗਾ ਝੂਠ। ਝੂਠਾ ਤਾਂ ਉਹੀ ਨੰਗਾ ਹੁੰਦਾ। ਸਾਹ ਦੁਨੀਆ ਨੂੰ ਪਤਾ ਹੁੰਦਾ ਝੂਠ ਹੈ। ਨੰਗ ਬਸਤਰਨ ਉਹ ਝੂਠੇ ਦਾ ਤਾਂ ਸਾਰਿਆਂ ਨੂੰ ਪਤਾ ਹੁੰਦਾ। ਅਜਾ ਦੂਈਆਂ ਚੀਜ਼ਾਂ ਤਾਂ ਲਕੋ ਲੈਂਦੇ ਨੇ, ਸੰਤ ਤਾਂ ਲਕੋਈ ਜਾਂਦੇ ਨੇ ਵੀ ਇਹਨਾਂ ਨੂੰ ਗਿਆਨ ਹੈ ਕਿ ਨਹੀਂ ਹੈ। ਇਹ ਤਾਂ ਲਕੋਈ ਜਾ ਸਕਦੀ ਹੈ ਚੀਜ਼। ਆ ਝੂਠ ਵਾਲੇ ਤਾਂ ਲਕੋਏ ਨਹੀਂ ਸਕਦੇ। ਇਹ ਤਾਂ ਸਭ ਨੂੰ ਪਤਾ ਹੁੰਦਾ। ਛੱਡੋ ਪਰੇ, ਤਾਂ ਝੂਠ ਬੋਲਦਾ। ਅੰਗ ਬਲਕਲ ਪਾਤ। ਅੰਗ ਬਲਕਲ ਪਾਤ। ਇਹ ਲੋਕਾਂ ਦੇ ਵਿੱਚ ਇਹ ਜਿਹੜੇ ਇਹਨਾਂ ਦਾ ਜ਼ਿਆਦਾ ਜਿਹੜੇ ਨੇ ਨਾ, ਇੱਕ ਸਮਝ ਲਓ ਝੰਡਾ ਬਰਦਾਰ। ਇਹਦੇ ਵਿੱਚ ਉਹ ਲੋਕ ਕੇਲੇ ਦੇ ਪੱਤੇ ਜਾਂ ਭੋਜ ਪੱਤਰ ਪਾਉਂਦੇ ਹੁੰਦੇ ਸੀ। ਅੰਗ ਬਲਕਲ ਪਾਤ। ਬਾਹਰ ਸਰੀਰ ਤੇ ਦਿਖਾਵਾ, ਝੂਠ ਬੋਲਣਾ ਦਿਖਾਵੇ ਖਾਤਰ। ਇਹ ਦੂਏ ਕੱਪੜੇ ਨਹੀਂ ਪਾਉਣੇ। ਇਹਦੇ ਨਾਲ ਉਹ ਦਿਖਾਵਾ ਲੋਕਾਂ ਨੂੰ ਵਿਸ਼ਵਾਸ ਰੱਖਦੇ, ਲੈ ਵੀ ਇਹ ਤਾਂ ਕੱਪੜੇ ਵੀ ਨਹੀਂ ਪਾਉਂਦੇ ਆ ਬੰਦੇ, ਤਾਂ ਬੋਲਣਾ ਝੂਠ ਹੈ। ਹਾਂ, ਨਿਰਾ ਝੂਠ ਬੋਲੀ ਜਾਣਾ। ਸੱਟਾ ਨਹੀਂ ਚੱਲਦਾ। ਸੰਤ ਸੱਟੇ ਵਾਲੇ ਨਹੀਂ ਹੁੰਦੇ, ਝੂਠੇ ਬੋਲਦੇ ਨੇ। ਹੋਰ ਕੀ ਕਰਦੇ ਨੇ? ਉਹ ਜੇ ਸੱਤਾ ਦੱਸਦੇ ਉਹਨੂੰ ਲੋਕਾਂ ਦੇ ਕਿਉਂ ਪੈਸੇ? ਲੋਕ ਮੱਥਾ ਟੇਕ ਕੇ ਜਾਂਦੇ ਨੇ, ਪੈਸੇ ਉਹਨਾਂ ਦੇ ਕਾਹਤੇ ਲੈਣ? ਫਿਰ ਰਾਮਦੇਵ ਕਹਿੰਦਾ ਮੇਰੀ ਧੋਤੀ ਨੂੰ ਜੇਬ ਨਹੀਂ। ਹਾਂ, ਧੋਤੀ ਨੂੰ ਜੇਬ ਨਹੀਂ। ਧੋਤੀ 'ਚ ਪੰਡ ਬਥੇਰੀ ਬੰਨੀ, ਉਹ ਜੇਬ ਤੇ ਕੀ ਲੈਣਾ? ਜਿੰਨੀ ਮਰਜ਼ੀ ਪੰਡ ਵਾਲਾ ਨੋਟਾਂ ਦੀ। ਧੋਤੀਆਂ ਦੀ ਜੇਬਾਂ ਹੁੰਦੀਆਂ, ਇਹਨਾਂ ਨੂੰ ਪੁੱਛੇ ਤਾਂ ਬਹੁਤ ਮੂਰਖ ਹੈ। ਦਾ ਮਤਲਬ ਧੋਤੀ ਨੂੰ ਜੇਬ ਹੁੰਦੀ ਹੈ। ਧੋਤੀ ਅੱਧੀ ਫੜ ਲੈ ਤਾਂ ਬਹੁਤ, ਅੱਧੀ ਬੰਨ ਲੈ, ਅੱਧੀ ਫੜ ਲੈ, ਪੰਡ ਬੰਨ ਲੈ ਨੋਟਾਂ ਦੀ। ਦੁਸ਼ਟ ਰੂਪ ਦਰਿਦਰ ਧਾਮ ਸੁਬਾਨ ਸਾਧੇ ਸਾਤ। ਦੁਸ਼ਟ ਰੂਪ ਹੈ, ਦੁਸ਼ਟ ਆਦਮੀ ਨੇ। ਇਹ ਸਾਰੇ ਦੁਸ਼ਟ ਨੇ। ਦਰਿਦਰ ਧਾਮ,
ਦਰਿੱਦਰ ਉਹਨੂੰ ਕਹਿੰਦੇ ਨੇ ਅਸਲ ਦੇ ਵਿੱਚ। ਦਰਿੱਦਰ ਲਫ਼ਜ਼ ਸਾਰਿਆਂ ਨਾਲੇ ਤਕਰੀਬਨ ਜੁੜਦਾ। ਜਿਹੜਾ ਆਪਣੀ ਜਿਹੜੀ ਹੈ ਨਾ ਵਿਚਾਰਧਾਰਾ ਉਹਨੂੰ ਫੈਲਾਉਂਦਾ ਨਹੀਂ ਹੈ, ਉਹ ਦਰਿੱਦਰੀ ਹੈ। ਵਿਚਾਰਧਾਰਾ ਨੂੰ ਨਹੀਂ ਫੈਲਾਉਂਦਾ, ਉਹ ਆਪ ਇੱਕ ਰੂਪ ਬਣਿਆ ਹੋਇਆ, ਉਹਦਾ ਸੰਤ ਬਣਿਆ ਹੋਇਆ। ਆਪ ਸੰਤਾ ਰੋਟੀ ਖਾਣ ਵਾਸਤੇ ਸੰਤ ਬਣੇ, ਹੋਰ ਸੰਤ ਨਹੀਂ ਬਣਾਉਂਦਾ ਉਹ। ਇਹ ਦਰਿੱਦਰੀ ਹੈ। ਨਾ ਤਾਂ ਵਿਚਾਰਧਾਰਾ ਨੂੰ ਫੈਲਾਉਂਦਾ ਉਹ, ਨਾ ਕੋਈ ਗਿਆਨ ਤਾਂ ਉਹਦੇ ਕੋਲ ਹੁੰਦਾ ਹੀ ਨਹੀਂ। ਇਹ ਕਹਿੰਦਾ ਨਹੀਂ ਗਿਆਨ ਹੈ ਨਹੀਂ, ਹੁਣ ਇਹ ਕਿਵੇਂ ਕਹਿ ਗਿਆਨ ਹੈ ਨਹੀਂ? ਦਰਿੱਦਰ ਤਾਂ ਉਹ ਦਰਿੱਦਰ ਤਾਂ ਉਹਨੂੰ ਕਹਿੰਦੇ ਨੇ ਜਿਹੜਾ ਵਿਚਾਰਧਾਰਾ ਨਹੀਂ ਆਪਣੀ ਫੈਲਾਉਂਦੇ। ਇਹ ਜਿੰਨੇ ਵੀ ਇਹ ਸਾਧ ਨੇ ਆਪ ਸਾਧ ਬਣ ਗਏ ਨਾ। ਜਿਹੜਾ ਕੋਈ ਸਾਧ ਇਹਨਾਂ ਦੇ ਜੁੰਮ ਹੀ ਹੋ ਜਾਵੇ ਆ ਕੇ ਵੀ ਮੈਂ ਬਣਨਾ ਹੀ ਬਣਨਾ ਹੈ, ਨਾ ਖੇੜਾ ਛੱਡੇ, ਉਹਨੂੰ ਭਾਵੇਂ ਬਣਾ ਦੇਣੇ। ਸਾਧ ਵੀ ਨਹੀਂ ਬਣਾਉਂਦੇ ਬਹੁਤਿਆਂ ਨੂੰ। ਇਹ ਉਹਨੂੰ ਪਤਾ ਵੀ ਜੇ ਜ਼ਿਆਦਾ ਸਾਧ ਬਣਾ ਲਏ ਰੋਟੀ ਕਿੱਥੋਂ ਖਾਣੀ ਹੈ ਅਸੀਂ। ਸੋ ਬਾਣ ਇਹ ਆਪਣੀ ਕੋਈ ਬਹੁਤੀ ਉਹ ਨਹੀਂ ਫੈਲਾਉਂਦੇ ਨਹੀਂ ਆਪਣੇ ਉਹਨੂੰ। ਇਹ ਦਲਿੱਦਰੀ ਤਾਂ ਕਹਿੰਦੇ ਨੇ ਇਹਨਾਂ ਨੂੰ। ਨਾ ਇਹਨਾਂ ਨੇ ਕੁਛ ਮਿਹਨਤ ਕਰਨੀ ਹੈ, ਨਾ ਕਰਕੇ ਖਾਣਾ, ਨਾ ਕੋਈ ਕਮਾਈ ਕਰਨੀ ਹੈ, ਉਹ ਵਿਚਾਰਧਾਰਕ ਤੌਰ ਤੇ, ਨਾ ਕੋਈ ਗਾਹਾਂ ਕਿਸੇ ਨੂੰ ਦੱਸਣੀ ਹੈ ਕੋਈ ਗੱਲ। ਇਹ ਦਲਿੱਦਰੀ ਤਾਂ ਨੇ। ਸੋ ਬਾਣ ਸਾਧੇ ਸਾਥ, ਹਾਂ ਬਾਣ ਸਾਧੇ ਸਾਥ। ਆ ਜ਼ਰੂਰ ਹੈ, ਮਾਇਆ ਦੇ ਸਾਰੇ ਪੱਖਾਂ ਦੀ ਮਾਇਆ 'ਚ ਘੁੰਮੀ ਜਾਂਦੇ ਨੇ। ਸੱਤ ਸਰੀਰ ਦੇ ਨਾਲ ਸੰਬੰਧ ਹੈ ਮਾਇਆ ਦੇ ਵਿੱਚ। ਮਾਇਆ ਦੇ ਵਿੱਚ ਸਾਰੀਆਂ ਗੱਲਾਂ ਝੂਠ ਬੋਲੀ ਜਾਣੇ ਨੇ। ਮਾਇਆ ਵਾਸਤੇ ਬਥੇਰੇ ਝੂਠ ਜਾਣਦੇ ਨੇ। ਦਵਾਈ ਦੀ ਗੱਲ ਕਰ ਲਓ, ਉਹ ਜਾਣਦੇ ਨੇ। ਕਰਾਮਾਤ ਦੀ ਗੱਲ ਕਰ ਲਓ, ਜਾਣਦੇ ਕੁਝ ਵੀ ਨਹੀਂ। ਜਾਣਦੇ ਸਭ ਕੁਝ ਨੇ, ਜਾਣਦੇ ਕੁਝ ਵੀ ਨਹੀਂ। ਝੂਠੇ ਬੋਲਦੇ ਨੇ। ਵਿਯੋਗ ਔ ਅਪਰਾਧ ਨਾਮ ਸੋ ਧਾਰ ਹੈ ਜਬ ਕੋਪ। ਇੱਕ ਹੈ ਅਪਰਾਧ, ਇੱਕ ਵਿਯੋਗ ਹੈ। ਵਿਯੋਗ ਦੇ ਨਾਲ ਅਪਰਾਧ ਦਾ ਸੰਬੰਧ ਹੈ। ਕਈ ਸਾਧ ਵਿਯੋਗ ਨਾਲ ਬਣ ਜਾਂਦੇ ਨੇ, ਸਾਧ ਨਹੀਂ ਬਣਦੇ ਅਸਲ 'ਚ। ਵਿਯੋਗ ਦੀ ਕੋਈ ਪੂਰਤੀ ਵਾਸਤੇ ਅਪਰਾਧ ਕਰਦੇ ਨੇ। ਅਪਰਾਧ ਤ੍ਰਿਆ ਚਰਿੱਤਰ 'ਚ ਆਉਂਦਾ। ਅਸਲ ਦੇ ਵਿੱਚ ਤ੍ਰਿਆ ਚਰਿੱਤਰ ਨੂੰ ਅਸੀਂ ਕੈਟਾਗਰੀਆਂ ਦੇਵਾਂਗੇ ਇਹਦੇ ਨਾਲ। ਇਹਦੇ ਕੈਟਾਗਰੀ 'ਚ ਇਹਨਾਂ ਦੀ ਕੈਟਾਗਰੀ ਸਾਰੇ ਉਹ ਵੰਡੇ ਜਾਂਦੇ ਨੇ। ਫਿਰ ਵਿਯੋਗ ਦੀਆਂ ਕਈ ਕੈਟਾਗਰੀਆਂ ਆ ਜਾਣੀਆਂ ਨੇ। ਕਿਵੇਂ ਕੈਸੇ ਵਿਯੋਗ ਨਾਲ ਕਿਵੇਂ ਸੰਤ ਬਣਦੇ ਨੇ, ਕੀ ਕਰਦੇ ਨੇ, ਕੀ ਨਹੀਂ ਕਰਦੇ। ਨਹੀਂ ਬਹੁਤੀਆਂ ਸਾਰੀਆਂ ਕੈਟਾਗਰੀਆਂ ਇਹੀ ਦੇਤੀਆਂ। ਕੈਟਾਗਰੀਆਂ ਜਿਹੜੀਆਂ ਇਹ ਦੇਤੀਆਂ, ਇਹ ਇੰਨੀਆਂ ਹੀ ਕੈਟਾਗਰੀਆਂ ਦੇ ਸਾਰੇ ਤ੍ਰਿਆ ਚਰਿੱਤਰ ਨੇ। ਵਿਯੋਗ ਦੇ ਕਿੰਨੇ ਵਿਯੋਗ ਦੇ ਨਿਕਲ ਜਾਣੇ ਨੇ ਵਿੱਚੋਂ। 40-50 ਵਿਯੋਗ ਦੇ ਹੀ ਨਿਕਲ ਜਾਣੇ ਨੇ। ਵਿਯੋਗ ਨਾਲ ਸੰਬੰਧ ਨਿਕਲਣੇ ਨੇ ਉੱਥੇ। ਵਿਯੋਗ ਦਾ ਕੀ ਮਤਲਬ? ਵਿਯੋਗ ਕਿਸੇ ਔਰਤ ਦਾ ਪਤੀ ਮਰ ਗਿਆ, ਕਿਸੇ ਦਾ ਵਿਛੋੜੇ ਦੀ ਗੱਲ। ਵਿਛੋੜੇ ਦੀ ਗੱਲ। ਕਿਸੇ ਦਾ ਧਨ ਚਲਾ ਗਿਆ, ਧਨ ਦਾ ਵਿਯੋਗ ਹੈ। ਵਿਯੋਗ ਕਈ ਪ੍ਰਕਾਰ ਦਾ ਹੋ ਸਕਦਾ। ਘਾਟਾ ਪੈ ਗਿਆ, ਧਨ 'ਚ ਘਾਟਾ ਪੈ ਗਿਆ ਕਿਸੇ ਨੂੰ। ਕਿਸੇ ਭਾਈ ਮਰ ਗਏ, ਕਿਸੇ ਦਾ ਕੁਛ ਹੋ ਗਿਆ, ਸੱਟ ਵੱਜ ਗਈ। ਮਾਂ ਪਿਓ ਮਰ ਗਏ, ਬੱਚਾ ਰਹਿ ਗਿਆ, ਉਹ ਸਾਧਨ ਚਲਾ ਗਿਆ। ਇਹੋ ਜਿਹੀ ਗੱਲ। ਵਿਯੋਗ ਔ ਅਪਰਾਧ ਨਾਮ ਵਿਯੋਗ ਤੇ ਅਪਰਾਧ ਵੱਲ ਚਲੇ ਜਾਂਦੇ ਨੇ ਜਿਹੜੇ। ਸੋ ਧਾਰ ਹੈ ਜਬ ਕੋਪ। ਵਿਯੋਗ ਤੇ ਜਿਹੜੇ ਅਪਰਾਧ ਵੱਲ ਚਲੇ ਗਏ। ਵਿਛੜਨਾ ਵੀ, ਬੱਚੇ ਵਿਛੜ ਵੀ ਜਾਂਦੇ, ਵਿਯੋਗ ਉਹਨੂੰ ਵੀ ਕਹਿੰਦੇ ਨੇ। ਅਪਰਾਧ ਦੀ ਦੁਨੀਆ ਦੇ ਵਿੱਚ ਚਲੇ ਗਏ, ਅਪਰਾਧੀਆਂ ਦੇ ਸੰਗਤ ਦੇ ਵਿੱਚ ਚਲੇ ਗਏ। ਹਾਂ ਜੇ ਹੁਣ ਅੱਤਵਾਦੀ ਨੇ, ਬੱਚਿਆਂ ਨੂੰ ਚੁਰਾ ਕੇ ਲੈ ਜਾਂਦੇ ਨੇ। ਧਾਰ ਹੈ ਜਬ ਕੋਪ। ਨਾ ਤਾਂ ਉਹ ਵੀ ਉਹਦਾ ਹੀ ਦਿੰਦੇ ਨੇ ਨਾ, ਧਰਮ ਦਾ ਹੀ ਦਿੰਦੇ ਨੇ। ਧਰਮ ਦਾ ਹੀ ਨਾ ਦਿੰਦੇ ਨੇ। ਇਹ ਕ੍ਰੋਧ ਧਾਰ ਲੈਂਦੇ ਨੇ। ਧਾਰ ਹੈ ਜਬ ਕੋਪ ਧਾਰ ਲੈਂਦੇ ਨੇ। ਕਹਿੰਦੇ ਨੇ ਅਸੀਂ ਬਦਲਾ ਲੈਣਾ। ਕੋਈ ਆਦਮੀ ਮਰ ਜਾਂਦਾ, ਉਹ ਵਿਯੋਗ ਦਾ ਬਦਲਾ ਨਹੀਂ ਲੈਂਦੇ। ਹੁਣ ਕੋਈ ਬੰਦਾ ਗੌਰਮੈਂਟ ਮਾਰ ਦਿੰਦੀ ਹੈ ਇਹਨਾਂ ਦਾ, ਕਹਿੰਦੇ ਅਸੀਂ ਉਹਦਾ ਬਦਲਾ ਲਵਾਂਗੇ। ਕੋਪ ਧਾਰਨ ਕਰ ਲਿਆ ਉਹਨਾਂ ਨੇ। ਵਿਯੋਗ ਦੀ ਵਜ੍ਹਾ ਨਾਲ ਕੋਪ ਧਾਰਨ ਕੀਤਾ। ਅਮਾਰਤਾ ਇਹਨਾਂ ਨੇ, ਕਸਾਬ ਮਾਰਤਾ, ਫਾਂਸੀ ਦੇਤੀ। ਆ ਉਹ ਮਾਰਿਆ ਸੀ ਆਪਣੇ ਪਾਕਿਸਤਾਨ 'ਚ, ਲਾਦੇਨ। ਉਹ ਕਹਿੰਦੇ ਨੇ ਅਸੀਂ ਉਹਦਾ ਵਿਯੋਗ ਹੋ ਗਿਆ ਨਾ ਉਹਨਾਂ ਨੂੰ।
ਉਹਦਾ ਕ੍ਰੋਧ, ਉਹਦੇ ਪਿੱਛੇ ਕੋਪ ਆ ਗਿਆ, ਬਦਲੇ ਦੀ ਭਾਵਨਾ। ਕੌਣ ਠਾੜ ਸਕੈ ਮਹਾਬਲ, ਭਾਜ ਹੈ ਬਿਨ ਓਪ। ਉਹਨਾਂ ਨੂੰ ਕੋਈ ਨਹੀਂ ਸਮਝਾ ਸਕਦਾ ਫਿਰ ਵੀ ਤੁਸੀਂ ਇਹ ਨਾ ਕਰੋ। ਉਹ ਲੋਕਾਂ ਨੂੰ ਨਹੀਂ ਸਮਝਾ ਸਕਦਾ, ਕੋਈ ਵੀ ਖੜਾ ਨਹੀਂ ਹੋ ਸਕਦਾ ਉੱਥੇ ਸਾਹਮਣੇ। ਠਾੜਨਾ ਮਤਲਬ ਖੜਾ ਹੋਵੇ ਉੱਥੇ, ਖੜ ਕੇ ਉਹਨਾਂ ਨੂੰ ਸਕੇ ਮਹਾਬਲੀ, ਰੋਕ ਨਹੀਂ ਸਕਦਾ ਉਹਨਾਂ ਨੂੰ ਕੋਈ। ਭਾਜ ਹੈ ਬਿਨ ਓਪ, ਉਹ ਕਹਿੰਦੇ ਛੱਡੋ ਪਰੇ, ਇਹਨਾਂ ਨੇ ਨਹੀਂ ਮੰਨਣਾ ਹੈਗਾ। ਉਹ ਨਹੀਂ ਮੰਨਦੇ ਹੁੰਦੇ ਫਿਰ। ਉਹ ਤਾਂ ਸਾਰੇ ਹਾਰ ਖਾ ਕੇ ਆ ਜਾਂਦੇ ਨੇ, ਉਹ ਨਹੀਂ ਮੰਨਦੇ ਕਿਸੇ ਦੀ ਗੱਲ। ਕ੍ਰਿਸ਼ਨ ਗਿਆ ਸੀ ਨਾ ਮਨਾਉਣ ਕਿ ਨਾ ਤੁਸੀਂ ਆਪਾਂ ਜੰਗ ਕਰੀਏ। ਕ੍ਰਿਸ਼ਨ ਨੇ ਕਿਹਾ ਵੀ ਨਹੀਂ, ਇਹ ਮੰਨੇ ਨਹੀਂ ਸੀ। ਉਹ ਫਿਰ ਇਹ ਮੰਨ ਲੈਂਦੇ ਭਾਣਾ ਨਹੀਂ, ਰਲਣਾ ਨਹੀਂ ਹੈ। ਸੂਰ ਸੈਥਨ ਪਾਣ ਬਾਣ, ਸੰਭਾਰ ਹੈ ਤਬ ਸੂਰ। ਬਸ ਫਿਰ ਉਹ ਆਪਣੇ ਹਥਿਆਰ ਸੰਭਾਲ ਲੈਂਦੇ ਨੇ। ਜਦੋਂ ਇਹੋ ਜਿਹੀ ਕੋਈ ਆਉਂਦੀ ਹੈ ਗੱਲ, ਧਰਮ ਦੇ ਨਾਂ ਤੇ ਕੋਈ ਕਿਸੇ ਦਾ ਬੰਦਾ ਮਾਰਿਆ ਜਾਂਦਾ, ਉਹ ਫਿਰ ਬੜੀਆਂ ਲੜਾਈਆਂ ਤੇ ਹੋ ਜਾਂਦੀਆਂ। ਸੂਰਮੇ ਫਿਰ ਆਪਣੇ ਤਲਵਾਰਾਂ, ਤੀਰ, ਹਥਿਆਰ ਸੰਭਾਲ ਲੈਂਦੇ ਨੇ ਜੰਗ ਕਰਨ ਵਾਸਤੇ। ਭਾਜ ਹੈ ਤਜ ਲਾਜ ਕੋ, ਬਿਸਮ ਭਾਰ ਹਵੈ ਸਭ ਕੂਰ। ਭਾਜ ਹੈ ਤਜ ਲਾਜ। ਇਹ ਜਿਹੜੇ ਵਿਸ਼ਵ ਦਾ ਭਾਰ ਨੇ ਨਾ, ਧਰਮ ਮੁੱਤਾਂ, ਇਹ ਸਾਰੇ ਲਾਜ ਛੱਡ ਕੇ ਭੱਜ ਜਾਂਦੇ ਨੇ। ਫਿਰ ਉਹਨਾਂ ਨੂੰ ਦੇ ਸਾਹਮਣੇ ਉਹਨੂੰ ਰੋਕਣ ਵਾਲਾ ਕੋਈ ਨਹੀਂ ਹੈ। ਜਿਵੇਂ ਅੱਤਵਾਦ ਜਿਵੇਂ ਪੈਦਾ ਹੋਇਆ ਨਾ, ਅੱਤਵਾਦ ਦੀ ਐਗਜ਼ੈਕਟਲੀ ਗੱਲ ਹੈ, ਐਗਜ਼ੈਕਟਲੀ ਗੱਲ ਹੈ ਅੱਤਵਾਦ ਦੀ। ਜਿੰਨੇ ਸੰਤ ਨੇ ਅੱਤਵਾਦ ਦੇ ਖਿਲਾਫ ਕੋਈ ਚੂ ਨਹੀਂ ਕਰ ਸਕਦਾ। ਉਹਨਾਂ ਨੂੰ ਕਹਿ ਨਹੀਂ ਸਕਦੇ ਭਾਈ ਇਹ ਨਾ ਕਰੋ, ਡਰਦੇ ਨੇ ਸਾਨੂੰ ਨਾ ਮਾਰ ਦੇਣ। ਸਮਝਾਉਣ ਤਾਂ ਜੇ ਆਪਣਾ ਕਰੈਕਟਰ ਹੋਵੇ ਇਹਨਾਂ ਦਾ। ਧਾਰਮਿਕ ਤਾਂ ਆਪ ਵੀ ਨਹੀਂ ਹਨ। ਉਹਨਾਂ ਨੂੰ ਧਰਮ ਸਮਝਾਵੇ ਭਾਈ, ਧਰਮ ਇਹ ਕਦ ਕਹਿੰਦਾ ਹੈ। ਜੋ ਬਿਨਾਂ ਧਰਮ ਵਾਲੇ ਲੀਡਰ ਕਈ ਬੋਲ ਦਿੰਦੇ ਨੇ, ਅੱਤਵਾਦ ਦੇ ਖਿਲਾਫ ਮੁਸਲਮਾਨ ਵੀ ਬੋਲ ਦਿੰਦੇ ਨੇ, ਹਿੰਦੂ ਵੀ ਬੋਲ ਦਿੰਦੇ ਨੇ, ਪਰ ਇਹ ਸੰਤ ਕਦੇ ਨਹੀਂ ਬੋਲਦੇ। ਧਰਮ ਵਾਲਾ ਕੋਈ ਨਹੀਂ ਬੋਲਦਾ, ਇਹ ਨਹੀਂ ਬੋਲਦੇ। ਇਹ ਦੇਖੋ, ਓਬਾਮਾ ਨੇ ਕਿਹਾ ਵੀ ਧਰਮ ਹੀ ਆਉਣ ਮੈਦਾਨ ਦੇ ਵਿੱਚ, ਜਿਹੜਾ ਧਾਰਮਿਕ ਅੱਤਵਾਦ ਹੈ। ਬੜੀ ਸਿਆਣੀ ਗੱਲ ਕਹੀ ਉਹਨੇ, ਬਈ ਇਹ ਸਰਕਾਰੀ ਲੈਵਲ ਤੇ ਨਹੀਂ ਜਿੱਤਿਆ ਜਾ ਸਕਦਾ। ਗੱਲ ਤਾਂ ਠੀਕ ਹੈ ਉਹਦੀ, ਪਰ ਜਿਹੜਾ ਸਰਕਾਰੀ ਲੈਵਲ, ਸਰਕਾਰੀ ਜਿਹੜੀ ਗਲਤੀਆਂ ਨੇ ਸਰਕਾਰ ਦੀਆਂ, ਸਰਕਾਰ ਦੀ ਮਿਸਯੂਜ਼ ਆਫ ਪਾਵਰ ਨਾਲ ਜੋ ਕੁਝ ਹੋ ਰਿਹਾ ਹੈ, ਉਹ ਸਰਕਾਰ ਦੀ ਜ਼ਿੰਮੇਵਾਰੀ ਹੈ। ਉਹ ਸਰਕਾਰ ਫਿਰ ਉੱਥੋਂ ਉਹਨੂੰ ਵੀ ਹਟਣਾ ਪਊਗਾ। ਉਹ ਤਾਂ ਦੋਵਾਂ ਨੂੰ ਕਹੂ ਵੀ ਤੇਰੇ ਚਾਹ ਗਲਤੀ ਹੈ, ਤੇਰੇ ਚਾਹ ਗਲਤੀ ਹੈ, ਹੋ ਸਕਦਾ। ਪਰ ਫਿਰ ਵੀ ਇਹਨਾਂ ਨੂੰ ਤਾਂ ਪਹਿਲਾਂ ਮੰਨਣੀ ਪਊ ਨਾ ਉਹ ਗੱਲ। ਜੇ ਮੈਂ ਕਹਿਣਾ ਵੀ ਇਹ ਆਵੇ ਤਾਂ ਮੈਨੂੰ ਤਾਂ ਮੰਨਣੀ ਪਊ ਨਾ ਫਿਰ ਗੱਲ। ਹੋ ਸਕਦਾ ਰਾਜ਼ੀਨਾਮਾ, ਐਸੀ ਕੋਈ ਗੱਲ ਨਹੀਂ ਹੈ, ਪਰ ਦੋਏ ਤਰ੍ਹਾਂ ਆਪਣੀ ਆਪਣੀ ਗਲਤੀ ਮੰਨਣ। ਹਾਂ, ਹੋ ਸਕਦਾ ਕਿਸੇ ਵੀ ਸਟੇਜ ਤੇ ਰਾਜ਼ੀਨਾਮਾ ਹੋ ਸਕਦਾ ਹੁੰਦਾ, ਪਰ ਜੇ ਇੱਕ ਧਿਰ ਕਹੇ ਵੀ ਮੈਂ ਹਰਾਮਪਣਾ ਕਰਨਾ, ਇਹਨਾਂ ਨੂੰ ਅੱਤਵਾਦੀਆਂ ਨੂੰ ਕਹੋ। ਅੱਤਵਾਦੀ ਤਾਂ ਸਰਕਾਰ ਦੇ ਵਿੱਚ ਵੀ ਨੇ। ਹਾਂਜੀ, ਭਾਜ ਹੈ ਤਜ ਲਾਜ ਕੋ, ਬਿਸਮ ਭਾਰ ਹੈ ਸਭ ਕੂਰ। ਇਹ ਵਿਸ਼ਵ ਦਾ ਭਾਰ ਨੇ ਸਾਰੇ ਜਿੰਨੇ ਨੇ ਮੱਤਾਂ ਵਾਲੇ। ਇੰਨੀਆਂ ਮੱਤਾਂ ਨੇ ਸਭ ਸੰਸਾਰ ਦੇ ਉੱਤੇ। ਵਿਸ਼ਵ ਭਾਰ ਕੀ ਹੈ? ਕੰਮ ਕੁਝ ਕਰਨਾ ਨਹੀਂ, ਤੁਸੀਂ ਖਾਣਾ ਲੋਕਾਂ ਦੇ ਸਿਰ ਤੇ ਭਾਰੇ ਹੁੰਦੇ। ਹੋਰ ਕੀ ਭਾਰੇ ਨੇ ਧਰਮ ਵਾਲੇ। ਇਹ ਨਹੀਂ ਫਿਰ ਕਹਿੰਦੇ ਕੁਛ ਚਲਾਵੇ ਤੁਹਾਨੂੰ 10-10 ਕਿਲੋ ਸੋਨਾ ਚਾਹੀਦਾ, ਬੋਲਦੇ ਤੁਸੀਂ ਹੈ ਨਹੀਂ ਕੁਛ ਵੀ। ਦੁਨੀਆ ਮਰਨ ਦੇ ਕਿਨਾਰੇ ਤੇ ਆਈ ਹੈ, ਤੁਸੀਂ ਚੁੱਪ ਕਰੇ ਹੋਏ ਹੋ। ਫਿਰ ਕਾਹਦਾ ਧਰਮ ਹੈ ਤੁਹਾਡਾ? ਚੁੱਪ ਕਾਹਦੇ ਕਰੇ ਹੋਏ ਹੋ ਤੁਸੀਂ? ਕਾਹਦੇ ਕਿਹੜੇ ਮਤਲਬ ਬੇੜੇ ਦੀ ਦਵਾਈ ਰੱਖੇ ਹੋਏ ਹੋ? ਕੀ ਕਰਾਉਣਾ ਥੋਤੇ? ਜੇ ਦੁਨੀਆ ਉਲਟਰਾ ਪਾਈ ਹੋਈ ਹੈ, ਤੁਸੀਂ ਬੋਲੋ ਕੁਛ, ਉਹਨਾਂ ਨੂੰ ਸੇਧ ਦਿਓ। ਕੋਈ ਨਾ ਸਰਕਾਰ ਨੂੰ ਸੇਧ ਦਿੰਦੇ ਹੋ, ਨਾ ਤੁਸੀਂ ਦੂਜਿਆਂ ਨੂੰ ਸੇਧ ਦਿੰਦੇ ਹੋ। ਭਾਣ ਕੀ ਸਰ ਭੇਦ ਜਾ ਦਿਨ,
ਤਪ ਹੈ ਰਣ ਸੂਰ। ਬਸ ਫਿਰ ਉਸ ਵੇਲੇ ਫਿਰ ਕੋਈ ਸੂਰਮਾ ਪੈਦਾ ਹੁੰਦਾ ਹੈ। ਸੂਰਜ ਵੀ ਤਪ ਵਾਂਗੂ ਤਪ ਜਾਂਦਾ, ਫਿਰ ਉਹ ਜਿਵੇਂ ਸੂਰਜ ਦੀ ਤਪਸ਼ ਹੈ ਨਾ, ਐਨੀ ਤਪਸ਼ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ। ਭਾਣ ਕੀ ਸਰ, ਜਿਵੇਂ ਸੂਰਜ ਵਰਗੀ ਫਿਰ ਉਹਦੇ ਅੰਦਰ ਤਪਸ਼ ਪੈਦਾ ਹੁੰਦੀ ਹੈ ਸਭ ਕੁਝ ਦੇਖ ਕੇ। ਤਪ ਹੈ ਰਣ ਸੂਰ। ਆਪੇ ਕੋਈ ਸੂਰਮਾ ਐਨੀ ਜਦ ਉਹਦੇ ਅੰਦਰ ਆ ਜਾਂਦਾ ਨਾ, ਹੱਦ ਹੋ ਜਾਂਦੀ ਹੈ, ਫਿਰ ਉਹ ਸੂਰਜ ਵਾਂਗੂ ਅੱਖ ਖੋਲ ਦਿੰਦਾ ਆਪਣੀ। ਜੇ ਸੂਰਜ ਅੱਖ ਖੋਲਦਾ ਨਾ, ਗਰਮੀ ਵੀ ਨਿਕਲਦੀ ਹੈ, ਲਾਈਟ ਵੀ ਨਿਕਲਦੀ ਹੈ, ਦੋਏ ਚੀਜ਼ਾਂ ਇਕੱਠੀਆਂ ਨਿਕਲਦੀਆਂ ਨੇ। ਤਪ ਹੈ ਰਣ ਸੂਰ। ਹਾਂ, ਰਣ 'ਚ ਫਿਰ ਕੋਈ ਸੂਰਮਾ ਤਪਦਾ ਆ ਕੇ। ਕੌਣ ਧੀਰ ਧਰੇ ਮਹਾ ਭੱਟ, ਭਾਜ ਹੈ ਸਭ ਕੂਰ। ਆ ਜਿੰਨੇ ਕੂੜ ਵਾਲੇ ਝੂਠੇ ਨੇ, ਭੂਪ ਦੇ ਭਾਰ ਵਾਲੇ, ਸਾਰੇ ਭੱਜਣ, ਸਾਰਿਆਂ ਨੂੰ ਭਜਾ ਦਿੰਦਾ। ਤੁਸੀਂ ਕਰਦੇ ਹੋ ਇੱਥੇ, ਤੁਸੀਂ ਕੀ ਕਰਦੇ ਹੋ? ਤੁਸੀਂ ਕਿਹੜੇ ਮਰਜ਼ੀ ਦੁਆ ਹੋ? ਤੁਸੀਂ ਰੋਟੀਆਂ ਖਾਣ ਨੂੰ ਜੰਮੇ ਹੋਏ ਹੋ, ਤੁਸੀਂ ਕਿਉਂ ਨਹੀਂ ਬੋਲੇ? ਹੁਣ ਤੁਸੀਂ ਸਾਰੇ ਭੱਜ ਜਾਂਦੇ ਨੇ, ਕੋਈ ਨਹੀਂ ਬੋਲਦਾ ਉਹਦੇ ਸਾਹਮਣੇ। ਫਿਰ ਜਿੰਨਾ ਕੂੜ ਹੈ ਨਾ, ਝੂਠ ਹੈ, ਕੂੜ ਦਾ ਝੂਠ, ਝੂਠ ਸਾਰਾ ਹੀ ਭੱਜ ਲੈਂਦਾ। ਸ਼ਸਤਰ ਅਸਤਰ ਨ ਛਾੜ ਕੈ, ਅਰ ਬਾਜ ਰਾਜ ਵਿਸਾਰ। ਜਿੰਨੇ ਸ਼ਾਸਤਰ ਅਸਤਰ ਉਹਨਾਂ ਦੀਆਂ ਗੱਲਾਂ ਨੇ ਨਾ, ਕਰਦੇ ਆ ਕਥਾਵਾਂ ਲੋਕਾਂ ਨੂੰ ਭਰਮਾਉਣ ਦੀਆਂ, ਸਾਰੇ ਹੀ ਭੁੱਲ ਜਾਂਦੇ ਨੇ ਛੱਡ ਕੇ। ਅਰਬਾਜ ਰਾਜ ਵਿਸਾਰ। ਅਰਬਾਜ ਰਾਜ ਜਿਹੜਾ ਉਹ ਹੈ ਨਾ, ਆਪਣਾ ਭੱਲ ਬਣੀ ਹੋਈ ਹੈ ਵੀ ਅਸੀਂ ਬੜੇ ਸੰਤਾਂ, ਰਾਜ ਹੈ ਨਾ, ਉਹ ਭੁੱਲ ਜਾਂਦੇ ਨੇ। ਮੈਦਾਨ 'ਚ ਨਹੀਂ ਆਉਂਦੇ, ਹੁਣ ਮੈਦਾਨ 'ਚ ਨਹੀਂ ਆਉਂਦੇ, ਮੰਨਣਾ ਕੀ ਨੇ? ਜਦ ਆ ਕੇ ਉਹਨੇ ਝੰਡਾ ਗੱਡ ਦਿੱਤਾ ਵੀ ਇੱਥੇ ਆਓ, ਜੇ ਆਊ ਨਹੀਂ ਤਾਂ ਪੁੱਛਣਾ ਕਿਹਨੇ ਤੁਹਾਨੂੰ? ਉਹ ਵਿਸਾਰ ਦਿੰਦੇ ਨੇ, ਭੁੱਲ ਜਾਂਦੇ ਨੇ। ਝੂਠ ਹੁੰਦਾ ਨਾ, ਝੂਠਾ ਦਾ ਉਦੋਂ ਤੱਕ ਉਹਦੀ ਇੱਜ਼ਤ ਹੈ ਜਿੰਨਾ ਚਿਰ ਉਹਦਾ ਝੂਠ ਨੰਗਾ ਨਹੀਂ ਹੋਇਆ। ਜੇ ਉਹਦਾ ਝੂਠ ਹੀ ਨੰਗਾ ਹੋ ਗਿਆ, ਫਿਰ ਉੱਥੋਂ ਬੇਇੱਜ਼ਤੀ ਕਰਾਉਣ ਨਾਲ ਤਾਂ ਉਹ ਕਹਿੰਦਾ ਵੀ ਚੁੱਪ ਕਰ ਜਾਓ। ਚੁੱਪ ਕਰ, ਜਿਹੜੀ ਚੁੱਪ ਕਰ ਜਾਣ ਨਾਲ ਫਿਰ ਵੀ ਇੱਜ਼ਤ ਵੱਜ ਜਾਂਦੀ ਹੈ। ਉਹ ਬੇਇੱਜ਼ਤੀ ਜੇ ਹੈਗੀ ਤਾਂ ਲੈ ਕੇ ਬਹਿ ਤਾਂ ਜਾਓ, ਖਿਲਾਰਨੀ ਜ਼ਰੂਰ ਹੈ। ਕਾਟ ਕਾਟ ਸਨਾ ਤਬ ਭੱਟ, ਭਾਜ ਹੈ ਬਿਸਮ ਭਾਰ। ਆ ਬਿਸਮ ਦਾ ਜਿਹੜਾ ਭਾਰ ਹੈ, ਸਾਰਿਆਂ ਦੇ ਇਹਨਾਂ ਦੇ ਸੰਤੋਖ ਕੱਟ ਕੱਟ ਕੇ ਨਾ, ਜਿਹੜੀਆਂ ਇਹਨਾਂ ਦੇ ਅੰਦਰ ਸੰਤੋਖ ਕਿੰਨਾ ਕੁ ਹੈ, ਕੱਟ ਕੱਟ ਸਭ ਨੂੰ ਨੰਗੇ ਕਰ ਦਿੰਦਾ। ਸਨਾ ਸੰਤੋਖ ਨੂੰ ਹੁੰਦਾ, ਸੰਤੋਖ ਦੀ ਉਸਨਾ ਹੁੰਦੀ ਹੈ ਵੀ ਜੇ ਇਹਨਾਂ ਦਾ ਸੰਤੋਖ ਹੀ ਨਹੀਂ ਹੈ, ਇਹਦੇ ਪੱਲੇ ਕੱਖ ਵੀ ਨਹੀਂ ਛੱਡਦਾ। ਉਹ ਸਾਰਿਆਂ ਨੂੰ ਬੰਨ ਦਿੰਦਾ, ਇਹਨਾਂ ਦੀਆਂ ਸਾਰਿਆਂ ਦੀਆਂ ਕਮੀਆਂ ਦੱਸ ਦਿੰਦਾ, ਸਾਰਿਆਂ ਦਾ ਜੋ ਤਰਕ ਤੀਰ ਜਿਹੜੇ ਤਰਕ ਛੱਡਦਾ, ਸਾਰਿਆਂ ਦੇ ਬੰਨ ਦਿੰਦਾ। ਸਾਨੂੰ ਜਿਹੜੇ ਭੇਖ ਭੂਖ ਨੇ ਨਾ, ਜਿਹੜੇ ਕਹਿੰਦੇ ਨਾ ਸੰਤ ਦੀ ਨਿੰਦਿਆ ਨਾ ਕਰੋ, ਉਹ ਨਾ ਕਰੋ, ਸੰਤਾਂ ਦੇ ਆਰ, ਉਹ ਕਹਿੰਦੇ ਵੀ ਸੰਤ ਉਹਦੀ ਨਿੰਦਿਆ ਕੌਣ ਕਰਦਾ? ਤੁਸੀਂ ਸਾਬਤ ਕਰੋ ਜੀ ਅਸੀਂ ਸੰਤ। ਸੰਤ ਦੀ ਨਿੰਦਿਆ ਕਰਨੀ ਬੜਾ ਅਪਰਾਧ, ਅਸੀਂ ਆਪ ਮੰਨਦੇ। ਪਰ ਜੇ ਸੰਤ ਹੋਵੇ ਹੀ ਨਾ, ਫਿਰ ਬਣਾਉਟੀ ਸੰਤ ਦੀ ਕਿ ਅਸਲੀ ਸੰਤ ਦੀ? ਇਹ ਦੱਸੋ। ਤੁਸੀਂ ਸਾਬਤ ਕਰੋ ਵੀ ਅਸਲੀ ਸੰਤ, ਅਸਲੀ ਸੰਤ ਦੀ ਨਿੰਦਿਆ ਹੁੰਦੀ। ਅਸਲੀ ਸੰਤਾ ਕਹਿੰਦਾ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ। ਅਸਲੀ ਇਹ ਕਹਿ ਰਿਹਾ ਹੈ ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਉਹ ਤਾਂ ਇਹ ਕਹਿੰਦਾ ਹਿਰਦੇ ਸ਼ੁੱਧ ਜੇ ਨਿੰਦਾ ਹੋਏ, ਨਿੰਦਕ ਹਮਾਰੇ ਕੱਪੜੇ ਧੋਏ। ਜਾਂ ਤਾਂ ਤੁਸੀਂ ਦੱਸੋ ਵੀ ਅਸੀਂ ਹਿਰਦੇ ਸ਼ੁੱਧ ਨਾਲ ਨਿੰਦਾ ਨਹੀਂ ਕੀਤੀ ਤੁਹਾਡੀ। ਜੇ ਹਿਰਦੇ ਸ਼ੁੱਧ ਨਾਲ ਨਿੰਦਿਆ ਕੀਤੀ ਹੈ, ਫਿਰ ਨਿੰਦਕ ਹਮਾਰੇ ਕੱਪੜੇ ਧੋਏ। ਧੋਤੇ ਥੋੜੇ ਜਿਹੇ ਮੈਲ, ਧੋਤੀ ਆ ਜਾਓ, ਮੈਲ ਲਾ ਕੇ ਆ ਜਾਓ ਮੈਦਾਨ 'ਚ, ਫਿਰ ਮੈਲ ਛੱਡ ਕੇ ਆ ਜਾਓ, ਬੰਦੇ ਬਣ ਜਾਓ। ਜੇ ਥੋੜੀ ਜਿਹੀ ਮੈਲ ਹੈ, ਮੈਲ ਛੱਡ ਦਿਓ। ਜੇ ਦੱਸਦੀ ਤੁਹਾਡੀ 'ਚ ਕਮੀ, ਤੇ ਕਮੀ ਛੱਡ ਕੇ ਫਿਰ ਆ ਜਾਓ ਮੈਦਾਨ 'ਚ, ਨਾਲ ਲੜੋ, ਗੁਰਮਤਿ ਦੀ ਗੱਲ ਕਰੋ। ਗੱਡੀਆਂ ਗੁੱਡੀਆਂ ਜਿਹਦੀਆਂ ਹੈਗੀਆਂ ਵੇਚਦੇ ਹੋ, ਪੈਦਲ ਚੱਲੋ, ਉੱਥੇ ਆ ਜਾਓ ਜਿੱਥੋਂ ਚੱਲੇ ਸੀ ਵਾਪਸ। ਧੂਮਰ ਬਰਨ ਔ ਧੂਮਰ ਨੈਣ, ਸੋ ਸਾਤ ਧੂਮਰ ਜਵਾਲ। ਉਹਦੇ ਬਾਅਦ ਜਿਹੜੇ ਇਹੋ ਜਿਹੇ ਹੁੰਦੇ ਨੇ ਨਾ, ਜਦੋਂ ਸੂਰਜ ਚੜ੍ਹਦਾ ਹੈ
ਸਾਰੀਆਂ ਗੱਲਾਂ ਹੁੰਦੀਆਂ ਨੇ। ਐ ਲੋਕ ਨੇ ਜਿਹੜੇ, ਇਹਨਾਂ ਤੇ ਕੋਈ ਅਸਰ ਨਹੀਂ ਹੁੰਦਾ। ਧੂਮਰ ਵਰਨ ਇਹ ਹੁੰਦੇ ਢੀਠ, ਢੀਠ ਹੁੰਦੇ ਨੇ। ਫਿਰ ਢੀਠ ਜਿਹੜੇ ਹੁੰਦੇ ਨੇ ਨਾ, ਧੂਮਰ ਵਰਨ ਔਰ ਧੂਮਰ ਨੈਣ। ਟੂਮਰ ਬਣਨਾ, ਸਰੀਰ ਵੀ ਕਾਲਾ, ਅੱਖਾਂ 'ਚ ਵੀ ਕਾਲਖ, ਆਲੇ ਦੁਆਲੇ 7 ਧੂਣੀਆਂ ਸਾਧ ਹੁੰਦੇ ਨੇ ਜਿਹੜੇ, 7 ਧੂਣੀਆਂ ਲਾ ਕੇ, ਸਾਤ ਧੂਮਰ ਜਵਾਲ। ਅੱਗ ਦੀਆਂ 7 ਧੂਣੀਆਂ ਆਲੇ ਦੁਆਲੇ ਲਾ ਕੇ ਜਿਹੜੇ ਵਿੱਚ ਬਹਿੰਦੇ ਨੇ। ਛੀਨ ਮਸਤਰ ਧਰੇ ਸਭੈ ਤਨ, ਕਰੂਰ ਵਰਨ ਕਰਾਲ। ਬਾਹਰ ਕੱਪੜੇ ਲਾ ਕੇ ਰੱਖਦੇ ਨੇ। ਛੀਨ ਮਸਤਰ ਧਰੇ ਸਭੈ ਤਨ, ਆਹੋ ਉੱਥੇ ਬਹਿ ਜਾਂਦੇ ਨੇ, ਵਿੱਚ ਧੂਣੀਆਂ ਤਾਪਦੇ ਨੇ ਨਾ। ਇਹੋ ਜਿਹੇ ਲੋਕਾਂ ਦੇ ਕੋਈ ਅਸਰ ਨਹੀਂ ਪੈਂਦਾ ਉਹਦਾ, ਉਹ ਆਪਣਾ ਕੰਮ ਕਰੀ ਜਾਂਦੇ ਨੇ, ਉਹ ਕਿਸੇ ਦੀ ਸੁਣਦੇ ਹੀ ਨਹੀਂ। ਕਰੂਰ ਵਰਨ ਕਰਾਲ, ਕਰੂਰ ਬਣ ਕਰਾ ਉਹਦੇ ਧੂਣੀਆਂ ਧਾਣੀਆਂ ਤਾਪਦੇ। ਇਹੋ ਜਿਹੇ ਕੰਮ ਵਾਲੇ ਫਿਰ ਰਹਿ ਜਾਂਦੇ ਨੇ, ਨਾ ਕਿਸੇ ਨੂੰ ਕੁਝ ਕਰਨਾ। ਸਰੀਰ ਨੂੰ ਕਸ਼ਟ ਦੇਣ ਵਾਲੇ, ਗਿਆਨ ਵਾਲੀ ਗੱਲ ਵਾਲੇ ਨਹੀਂ ਹੁੰਦੇ, ਇੱਥੇ ਆ ਜਾਂਦੇ। ਉਹ ਤਾਂ ਕਹਿੰਦੇ ਨੇ ਅਸੀਂ ਤਾਂ ਜੀ ਬਸ ਕਰਕੇ ਦਿਖਾਉਂਦੇ ਹਾਂ, ਕੋਈ ਆਹ ਕਰਕੇ ਦਿਖਾਓ ਸਾਨੂੰ। ਲੈ ਕਹਿੰਦੇ ਗੱਲਾਂ ਦੀ ਨਹੀਂ ਸਾਨੂੰ ਤਾਂ, ਅਸੀਂ ਤਾਂ ਆਹ ਕਰ ਵਿੱਚ ਬੈਠੋ, ਜੇੜ ਦਾ ਮਹੀਨਾ ਬੈਠੋ ਧੂੜੀਆਂ 'ਚ। ਉਹ ਲੋਕ ਜਿਹੜੇ ਪਾਗਲ ਨੇ ਉਹਨਾਂ ਦੀ ਗੱਲ ਮੰਨ ਲੈਂਦੇ। ਪਾਗਲ ਨੇ ਨਾ, ਬਹੁਤੇ ਪਾਗਲ ਨੇ ਜਿਹੜੇ ਜੱਡ, ਕਹਿੰਦੇ ਨੇ ਇਹ ਤਾਂ ਭਾਈ ਕਰਾਮਾਤ ਹੈ ਕੋਈ। ਇਹੋ ਜਿਹੇ ਰਹਿ ਜਾਂਦੇ ਨੇ। ਫਿਰ ਕਰੂਰ ਵਰਨ ਆ ਰਹਿ ਜਾਂਦੇ ਨੇ, ਬਾਕੀ ਗਿਆਨ ਪ੍ਰਚਾਰ ਵਾਲਾ ਕੋਈ ਨਹੀਂ ਰਹਿੰਦਾ, ਸਭ ਛਾਈ ਮਾਈ ਹੋ ਜਾਂਦੇ। ਭੱਜਣ ਦਾ ਇਹ ਰਹਿ ਜਾਂਦੇ ਨੇ, ਆਏ ਰਹਿ ਜਾਂਦੇ ਨੇ ਬਸ। ਆਹ ਕੈਟਾਗਰੀ ਰਹਿ ਜਾਂਦੀ ਹੈ, ਆਹ ਕੈਟਾਗਰੀ ਰਹਿ ਜਾਂਦੀ ਹੈ, ਬਾਕੀ ਨਹੀਂ ਕੋਈ ਰਹਿੰਦਾ। ਸੂਰ ਚੜੇ ਦੇ ਬਾਅਦ ਵੀ ਨਹੀਂ ਰਹਿੰਦਾ ਨਾ, ਕਿਉਂਕਿ ਉਹ ਧੂੜੀਆਂ ਕੰਜ ਤਾਪ ਲੈਂਦੇ ਨਾਲ 7, ਉਹਨੂੰ ਸੇਕ ਕੀ ਲੱਗੇ ਸੋ, ਉਹ ਦੂਏ ਸੇਕ ਤੇ ਆ ਗਏ ਬਾਹਰ ਵਾਲੇ ਤੇ। ਕਰੂਰ ਵਰਨ ਕਰਾਲ, ਕਰੂਰ ਵਰਨ ਮੂਰਖ ਨੇ, ਉਹ ਮੂਰਖਾਂ ਦੇ ਵੀ ਮੂਰਖ ਨੇ। ਇਹ ਰਹਿ ਜਾਂਦੇ ਨੇ ਧੂੜੀਆਂ ਤਾਪਣ ਵਾਲੇ, ਵੀ ਅਸੀਂ ਤਾਂ ਜੀ ਲਾਓ ਅੱਗ ਦੇ ਵਿੱਚ ਬਹਿ ਜਾਂਦੇ। ਨਾਮ ਆਲ ਸਤ, ਉਹਨਾਂ ਨੂੰ ਸਵਾਹ ਸੇਕ ਆਉਣਾ, ਇਹਨਾਂ ਨੂੰ ਕਾਹਦਾ ਸੇਕ ਆਉਣਾ? ਮੂਰਖਾਂ ਨੂੰ ਸੇਕ ਉਹਨਾਂ ਨੂੰ ਆਉਂਦਾ ਜਿਹੜੇ ਲੋਕ ਗਿਆਨ ਕਰਦੇ ਸੀ ਨਾ, ਜਾ ਕੇ ਬਾਹਰ ਕੀਰਤਨ ਕਰਦੇ ਤੇ ਕਥਾ ਵਾਚਕ ਸੀ, ਉਹਨਾਂ ਨੂੰ ਤਾਂ ਸੇਕ ਆਉਂਦਾ ਇਹਨਾਂ ਗੱਲਾਂ ਦਾ। ਉਹਨਾਂ ਨੂੰ ਕੀ ਹੈ? ਉਹਦਾ ਧੂਣੀਆਂ ਲਾ ਕੇ ਅੱਖਾਂ 'ਚ ਵੀ ਧੂਆਂ ਪਈ ਜਾਂਦਾ, ਪਿੰਡੇ ਤੇ ਵੀ ਧੂਏ ਦਾ ਰੰਗ ਚੜਿਆ ਹੋਇਆ, ਸਾਰਾ ਕਾਲਾ ਹੋਇਆ ਪਿਆ। ਆਲੇ ਦੁਆਲੇ ਉਹ ਧੂਣੀਆਂ ਲਾਈਆਂ ਹੋਈਆਂ ਉਹਨਾਂ ਦੀ। ਆਹ ਕੰਮ ਉਹ ਤਾਂ ਆ ਜਾਣਦੇ ਨੇ, ਅਸੀਂ ਤਾਂ ਪ੍ਰੈਕਟੀਕਲ ਜਾਣਦੇ ਹਾਂ। ਇਹ ਰਹਿ ਜਾਂਦੇ ਨੇ। ਨਾਮ ਆਲਸ ਤਵਨ ਕੋ ਸੁਣ ਰਾਜ ਰਾਜ ਅਵਤਾਰ, ਆਲਸੀ ਰਹਿ ਜਾਂਦੇ ਨੇ। ਡੱਕਾ ਤੋੜਨਾ ਨਹੀਂ, ਰੋਟੀ ਖਾਣੀ ਹੈ, ਬਿਨਾਂ ਕੰਮ ਤੋਂ ਰੋਟੀ ਵਾਲੇ ਰਹਿ ਜਾਂਦੇ ਨੇ। ਜਿਨ੍ਹਾਂ ਨੇ ਸਿਰਫ ਬਿਨਾਂ ਕੰਮ ਕਰੇ ਤੋਂ ਰੋਟੀ ਮਿਲਣ ਦਾ ਜਿਹੜਾ ਧਰਮ ਹੈ, ਇੱਥੇ ਤੱਕ ਵਾਲੇ ਆਦਮੀ ਰਹਿ ਜਾਂਦੇ ਨੇ। ਬਾਕੀ ਸਭ ਕੌਣ ਸੂਰ ਸੰਘਾਰ ਹੈ ਤੇ ਸ਼ਸਤਰ ਅਸਤਰ ਪ੍ਰਹਾਰ। ਹੁਣ ਇਹਦੇ ਤੇ ਕੌਣ ਕਿਹੜਾ ਜਾਦੂ ਕਰ ਦੂਗਾ? ਇਹ ਤਾਂ ਇਹਦੇ ਤੇ ਕੋਈ ਅਸਰ ਨਹੀਂ ਹੁੰਦਾ, ਕਿਸੇ ਸ਼ਸਤਰ ਅਸਤਰ ਦਾ ਕੋਈ ਅਸਰ ਨਹੀਂ। ਕੋਈ ਸਿੱਖਿਆ ਦਾ ਤੇ ਕੋਈ ਅਸਰ ਨਹੀਂ। ਕੌਣ ਸੂਰ ਸੰਘਾਰ ਹੈ, ਉਹਨੇ ਆਪਣਾ ਇਹੀ ਕੰਮ ਕਰੀ ਸਾਰੀ ਉਮਰ। ਇਹ ਲੋਕ ਨੇ ਸਾਰੀ ਉਮਰ ਉੱਥੇ ਹੀ ਰਹਿਣਗੇ, ਕੁਛ ਨਹੀਂ ਇਹਨਾਂ ਤੇ ਕੋਈ ਅਸਰ ਨਹੀਂ ਪੈਂਦਾ ਕਿਸੇ ਚੀਜ਼ ਦਾ। ਬਸ ਸਭ ਕੁਝ ਸੁਣੀ ਜਾਣਗੇ, ਅਸਰ ਕਿਸੇ ਚੀਜ਼ ਦਾ ਨਹੀਂ ਹੈ। ਉਹੀ ਧੂਣੀ ਤਾਪ ਲੈਣੀ ਹੈ, ਉਹੀ ਰੋਟੀ ਖਾ ਲੈਣੀ ਹੈ। ਝੂਠ ਝਾੜ ਬੋਲ ਲੈਣਾ ਗੱਲਾਂ ਦਾ, ਕਰਾਮਾਤਾਂ ਦੇ ਪਿੱਛੇ। ਉਹ ਸੰਤ ਐ ਹੁੰਦਾ ਸੀ, ਉਹ 4 ਥਾਂ ਪਿਆ ਹੁੰਦਾ ਸੀ, ਰਾਤ ਨੂੰ ਉਹਦੇ ਟੁਕੜੇ ਟੁਕੜੇ ਹੋ ਜਾਂਦੇ ਸੀ। ਇਹੋ ਜਿਹੀਆਂ ਗੱਲਾਂ ਕਰੀ ਜਾਣੀਆਂ। ਤੋਟਕ ਛੰਦ, ਤੋਟਕ ਛੰਦ ਚੜ ਹੈ ਗਹਿ ਕੋਪ ਕਿਰਪਾਨ ਰਣ। ਚੜ ਹੈ ਗਹਿ ਕੋਪ ਕਿਰਪਾਨ ਰਣ। ਜਦੋਂ ਗੁੱਸੇ ਜਾ ਕੇ ਕਿਰਪਾਨ ਫੜ ਕੇ ਜੰਗ ਦੇ ਵਿੱਚ ਜਾਂਦਾ ਹੈ ਸੂਰਮਾ। ਘੁਮੰਤ ਕੀ ਘੂੰਗਰ ਘੋਰ ਘਣਨ, ਘੁਮੰਤ ਕੀ ਘੂੰਗਰ ਘੋਰ ਘਣਨ। ਤਾਂ ਘੁੰਗਰੂ ਇੱਕ ਪਾਸੇ ਤੇ ਵੱਜਦੇ ਨੇ, ਘੁੰਗਰੂਆਂ ਦੀ ਘੋਰ ਪੈਦਾ ਹੁੰਦੀ ਹੈ। ਤੇ ਨਾਮ ਸਖੇਦ ਅਭੇਦ ਭਟਨ। ਉਹਦਾ ਨਾਮ ਸੁਖੇਦ ਹੈ, ਸੁਖ ਤੇ ਨਾਮ ਸਖੇਦ ਅਭੇਦ, ਸੁਖ ਦੇਣ ਵਾਲਾ ਵੀ ਉੱਥੋਂ ਸੁਖ ਮਿਲਦਾ, ਸੁਖ ਦਾਤਾ। ਤੇ ਵੀਰ ਸੁਧੀਰ ਲਖੋ ਨਿਪਟਨ। ਜਿਹੜਾ ਵੀਰ ਹੈ, ਧੀਰਜ ਵਾਲਾ ਵੀਰ ਹੀ ਲਖੋ ਨਿਪਟਨ, ਉਹਦੇ ਨਾਲ ਨਿਪਟ ਸਕਦਾ। ਫਿਰ
ਜਿਹੜੇ ਜਿੱਥੇ ਸੁੱਖਾਂ ਦੀ ਭੁੱਖ ਆਉਂਦੀ ਹੈ। ਅੱਛਾ, ਪਾਰਸਨਾਥ ਨੂੰ ਕਹਿ ਰਹੇ ਹੋ ਵੀ ਹਾਂ, ਤੇ ਨਾਮ ਸਖੇਦ ਅਭੇਦ ਪਟੰ, ਹਾਂ ਭੇਦ ਪਟਨ। ਤੇ ਵੀਰ ਸੁਧੀਰ ਲਖੋ ਨਿਪਟੰ। ਹਾਂ, ਜਿੱਥੇ ਸੁੱਖਾਂ ਦੀ ਗੱਲ ਆ ਜਾਂਦੀ ਹੈ, ਸੁੱਖਾਂ ਦਾ ਮਤਲਬ ਹੈ ਪ੍ਰਵਾਹ ਚੱਲਦਾ ਹੈ, ਉੱਥੇ ਫਿਰ ਸੁੱਖਾਂ ਵੱਲ ਨੂੰ ਸਾਰੇ ਸਲਿੱਪ ਹੋ ਜਾਂਦੇ ਨੇ। ਸੁੱਖ ਸਾਰਿਆਂ ਨੂੰ ਢਾ ਲੈਂਦੇ ਨੇ। ਜਿਹੜੇ ਰਾਜੇ ਵੀ ਸੁੱਖਾਂ ਤੇ ਆ ਕੇ ਸੰਸਾਰੀ ਦੁੱਖਾਂ ਤੋਂ ਤੰਗ ਹੋ ਕੇ, ਜੇ ਸੁੱਖ ਕੋ ਚਾਹੇ ਸਦਾ, ਸਾਰੇ ਸੁੱਖਾਂ ਨੂੰ ਆਦਮੀ ਸੰਸਾਰੀ ਸੁੱਖਾਂ ਵੱਲ ਨੂੰ, ਇਹ ਸੰਸਾਰੀ ਸੁੱਖ ਨੇ ਜਿਹੜੇ, ਇਹ ਵੀ ਬੜੇ ਬਲਵਾਨ ਨੇ, ਇਹ ਵੀ ਢਾ ਲੈਂਦੇ ਨੇ ਆਦਮੀ ਨੂੰ। ਸਾਰੀ ਸਖੇਦ ਅਭੇਦ ਪਟੰ। ਹਾਂ, ਅਭੇਦ ਦਾ ਪਟ ਹੈ। ਜੇ ਹੋਰ ਸਾਰਿਆਂ ਤੋਂ ਬਚ ਜਵੇ ਤਾਂ ਸੰਸਾਰੀ ਸੁੱਖ ਢਾ ਲੈਂਦੇ ਨੇ ਆ ਕੇ। ਸੰਤ ਸੰਸਾਰੀ ਸੁੱਖ ਨਹੀਂ ਢਾਲੇ, ਕਾਰਾਂ ਵਾਲੇ ਏਸੀ ਚਾਹੀਦੇ ਨੇ, ਕਾਰਾਂ ਚਾਹੀਦੀਆਂ ਨੇ, ਉੱਥੇ ਲੰਗਰ ਹੈ, ਉਹ ਮਸ਼ੀਨਾਂ ਲੈ ਆਓ, ਖਰਚੇ ਹੀ ਵਧੀ ਜਾਣ। ਸਮਝਿਆ ਨਹੀਂ? ਤੇ ਇਹ ਵੀਰ ਸੁਧੀਰ ਲਖੋ ਨਿਪਟੰ। ਇਹ ਸੰਸਾਰ ਜਿਹੜਾ ਹੈਗਾ ਸਾਰਾ ਹੀ ਇਹ ਸੰਸਾਰੀ ਸੁੱਖਾਂ ਦਾ ਜਿੱਤਿਆ ਹੋਇਆ, ਸਾਰਾ ਇਹਨਾਂ ਨੇ ਕੰਮ ਲਾਇਆ ਹੋਇਆ। ਇੱਥੇ ਆ ਕੇ ਫਿਰ ਧਰਮ ਗਿਆ, ਜੇ ਸੰਸਾਰੀ ਸੁੱਖਾਂ 'ਚ ਪੈ ਗਿਆ ਧਰਮ ਗਿਆ। ਇਸ ਕਰਕੇ ਉੱਥੋਂ ਮੋੜ ਕੱਟ ਕੇ ਤਾਂ ਕਿਹਾ ਜੇ ਸੁੱਖ ਕੋ ਚਾਹੇ। ਹੁਣ ਸੁੱਖ ਵਾਲੇ ਭੱਟ ਤੋਂ ਕਿਵੇਂ ਬਚਣਾ, ਸੂਰਮੇ ਤੋਂ, ਸੁੱਖ ਰੂਪ ਜੋਧੇ ਤੋਂ ਕਿਵੇਂ ਬਚਣਾ? ਸ਼ਰਨ ਰਾਮ ਕੀ ਲੈ, ਰਾਮ ਕੀ ਸ਼ਰਨ ਚਲਿਆ ਜਾ, ਸੁੱਖ ਦੁੱਖ ਬਰਾਬਰ ਮੰਨ ਲੈ, ਸੁੱਖ ਔਰ ਦੁੱਖ ਨੂੰ ਬਰਾਬਰ ਮੰਨ ਲੈ। ਫਿਰ ਇੱਕ ਹੋਰ ਗੱਲ ਕਰ, ਉਦੋਂ ਵੀ ਜਹਾਂ ਬਰਾਬਰ ਮੰਨੇਗਾ ਤਾਂ ਵੀ ਸੁੱਖ ਦੀ ਆਸ ਰਹੂਗੀ। ਬਈ ਦੁੱਖ ਛੇਤੀ ਮੁੱਕੇ, ਸੁੱਖ ਆਵੇ। ਜਾਂ ਰੌਲ ਤੇ ਬਹਿ ਜਾਂਦਾ, ਉਹ ਕਹਿੰਦਾ ਮੇਰੀ ਛੇਤੀ ਮੁੱਕ ਜਵੇ, ਜਾਂ ਉੱਠ ਕਰਦਾ, ਉਹ ਕਹਿੰਦਾ ਛੇਤੀ ਨਾ ਆਵੇ ਹੁਣ ਮੇਰੀ। ਚਾਹੁੰਦੇ ਨੇ ਨਾ ਸਾਰੇ। ਫਿਰ ਦੁੱਖ ਨੂੰ ਦਾਰੂ ਮੰਨ ਲੈ, ਸੁੱਖ ਨੂੰ ਰੋਗ ਮੰਨ ਲੈ। ਜਿੰਨਾ ਚਿਰ ਰੌਲ ਹੈ ਉਹਦਾ ਤੈਨੂੰ ਦੁੱਖ ਦਾ ਜ਼ਰੂਰ ਹੈ, ਪਰ ਦਾਰੂ ਹੈ ਪੜ੍ਹਨ ਬਾਣੀ ਨਹੀਂ ਪੜ੍ਹਦਾ। ਬਾਣੀ ਤਾਂ ਪੜ੍ਹਦਾ ਨਾ, ਫਾਇਦਾ ਹੋ ਰਿਹਾ। ਜੇ ਜਿੰਨਾ ਚਿਰ ਰੌਲ ਤੇਰੀ ਲੱਗਦੀ ਨਹੀਂ, ਬਾਣੀ ਨਾਲ ਟੁੱਟਿਆ, ਉਹ ਤੇਰਾ ਰੋਗ ਹੈ, ਰੋਗੀ ਬਣ ਰਿਹਾ। ਉਂਝ ਸੁੱਖ ਹੈ ਬਾਹਰੋਂ, ਬਾਹਰਲਾ ਤੈਨੂੰ ਸੁੱਖ ਹੈ। ਜੇ ਇਹ ਦ੍ਰਿਸ਼ਟੀਕੋਣ ਤੋਂ ਫਿਰ ਤੈਨੂੰ ਰੌਲ ਲਾਉਣੀ ਚੰਗੀ ਲੱਗੂਗੀ ਜ਼ਿਆਦਾ ਦੇਰ। ਫਿਰ ਐਂ ਕਰ ਗਾਹਾਂ ਜਾ ਕੇ, ਫਿਰ ਤੂੰ ਦੁੱਖੇ ਚਾਹੇਗਾ, ਫਿਰ ਸੁੱਖ ਔਰ ਦੁੱਖ, ਫਿਰ ਸੁੱਖ ਦੀ ਤੈਨੂੰ ਇੱਛਾ ਨਹੀਂ ਰਹੂਗੀ, ਇੱਛਾ ਹੀ ਨਹੀਂ ਰਹੂਗੀ ਸੁੱਖ ਦੀ। ਜੇ ਸੁੱਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਰਹੇ, ਗੁਰ ਪੜ੍ਹਦਾ ਹੀ ਰਹਿ ਬਾਣੀ, ਦੇਖੋ ਭਲਾ ਦੁੱਖ ਆਵੇ, ਵਿਚਾਰਦਾ ਹੀ ਰਹਿ। ਜੇ ਪੜ੍ਹਨ ਦੇ ਹੋ ਗਿਆ ਵਿਚਾਰਨ ਲੱਗ ਜਾ, ਵਿਚਾਰ ਤਾਂ ਸਕਦਾ। ਇੱਥੋਂ ਆ ਕੇ ਫਿਰ ਤਾਂ ਉਹ ਜਿਹੜੇ ਸੰਸਾਰੀ ਸੁੱਖਾਂ ਨੇ ਉਹਨਾਂ ਤੋਂ ਤੂੰ ਛੁਟਕਾਰਾ ਹੋ ਸਕਦਾ। ਸੰਸਾਰੀ ਸੁੱਖ ਤੋਂ ਛੁਟਕਾਰਾ ਹੀ ਹੈ ਫਿਰ ਤੇਰਾ। ਉਧਰ ਹੀ ਦੌੜ ਹੈ, ਸਮਾਪਤ ਹੈ ਤੇਰੀ ਸੁੱਖਾਂ ਵਾਲੀ ਦੌੜ। ਇਹ ਰਸਤਾ ਬਚਣ ਦਾ ਹੋਰ ਕੋਈ ਤਰੀਕਾ ਹੀ ਨਹੀਂ। ਇਹ ਸੰਸਾਰੀ ਸੁੱਖਾਂ ਦੇ ਯੋਧੇ ਤੋਂ ਬਚਣ ਦਾ ਹੀ ਤਰੀਕਾ ਹੈ, ਹੋਰ ਕੋਈ ਤਰੀਕਾ ਹੀ ਨਹੀਂ। ਟੇਢ ਦੇ ਦਿਓ ਇਹਨਾਂ ਨੂੰ। ਦੇਖੋ ਨਾ, ਹਵਾ ਆਉਂਦੀ ਹੈ ਬਹੁਤ ਜ਼ੋਰ ਨਾਲ, ਬਾਂਸ ਦਾ ਦਰਖਤ ਟੇਢ ਦੇ ਦਿੰਦਾ, ਹਵਾ ਲੰਘ ਜਾਂਦੀ, ਉਹ ਫਿਰ ਖੜੇ ਦਾ ਖੜਾ। ਜਿਹੜਾ ਟੇਢ ਦੇ ਦਿੰਦਾ ਹੈ ਫਿਰ ਉੱਥੇ ਖੜੇ ਦਾ ਖੜਾ, ਉਹ ਆਉਂਦਾ ਬਰੋਲਾ ਆਉਂਦਾ, ਉਹਨੂੰ ਟੇਢ ਦੇ ਦਿਓ, ਗਾਂ ਲੰਘ ਜਾਏ, ਫਿਰ ਉੱਥੇ ਦਾ ਉੱਥੇ। ਕਲ ਰੂਪ ਕਰਾਲ ਜਵਾਲ ਜਲਨ, ਅਸੀਂ ਉਜਲ ਪਾਨ ਪ੍ਰਭਾ ਨਿਰਮਲੰ। ਕਲ ਕਾਲ, ਜੇ ਕਲਪਨਾ ਦੀ ਜਵਾਲਾ ਜਲ ਪਵੇ, ਜੇ ਇੱਛਾ ਕਰਾਲ ਜਵਾਲ ਜਲਨ, ਜੇ ਭਿਆਨਕ ਇੱਛਾ ਪੈਦਾ ਹੋ ਜਾਏ ਮਾਇਆ ਦੀ ਸੁੱਖਾਂ ਵਾਸਤੇ, ਦੇਖੋ ਇਹ ਵੀ ਤਾਂ ਹੋ ਸਕਦਾ, ਅੱਗ ਭੜਕ ਜਵੇ ਲੋਭ ਲਹਿਰ ਚ। ਅਸੀਂ ਉਜਲ ਪਾਨ ਪ੍ਰਭਾ ਨਿਰਮਲੰ, ਬਸ ਫਿਰ ਜਿਹੜੀ ਆਪਣੀ ਬੁੱਧੀ ਹੈ ਇਹ ਲੱਗ ਜਵੇ ਮਾਇਆ ਵਾਲੇ ਪਾਸੇ, ਸੁੱਖ ਵਾਲੇ ਪਾਸੇ ਲੱਗ ਸਕਦੀ ਹੈ। ਉਜਲ ਪਾਨ ਪ੍ਰਭਾ ਨਿਰਮਲੰ, ਹਾਂ, ਚਾਹੇ ਨਿਰਮਲੇ ਹੋਵੇ ਇੱਛਾ, ਕੋਈ ਮਤਲਬ ਹੈ ਗਲਤ ਤਰੀਕੇ ਨਾਲ ਮਾਇਆ ਚਾਹੇ ਦੀ ਇੱਛਾ ਨਾ ਹੋਵੇ, ਪਰ ਇੱਛਾ ਤਾਂ ਇੱਛਾ ਹੀ ਹੈ ਨਾ, ਮਾਇਆ ਦੀ ਭੁੱਖ ਤਾਂ ਮਾਇਆ ਦੀ ਹੋਈ ਹੈ ਨਾ।
ਹਾਂ। ਅਤੀ ਉਜਲ ਦੰਦ ਆਨੰਦ ਮਨੰ ਕੁਕਰਿਆ ਤੇ ਨਾਮ ਸਜੋਧ ਗਣੰ। ਇਹ ਵੀ ਜਿਹੜੇ ਉਜਲ ਦੰਦ ਅੱਛੇ ਉਜਲ ਦੰਦ ਨੇ ਦੋਏ, ਜਿਹੜੇ ਮਨ ਔਰ ਚਿੱਤ ਨੇ, ਜਿਹੜੇ ਉਜਲ ਹੋਣ ਉਹ ਵੀ ਸ਼ੁੱਧ ਹੋਣ ਦੋਏ। ਆਨੰਦ ਮਨੰ, ਆਨੰਦ ਮਨ ਚ ਵੀ ਹੋਵੇ, ਆਨੰਦ ਮਨ ਵੀ ਉਹ ਜਿਹੜਾ ਆਨੰਦ ਰਹੇ ਮਾਇਆ ਦੇ ਵਿੱਚ ਹੋਵੇ, ਸੰਤੋਖ ਦੇ ਵਿੱਚ ਵੀ ਕਰੇ। ਇਹ ਵੀ ਕੁਕਰਿਆ, ਕੁਕਰਿਆ ਤੇ ਨਾਮ ਸਜੋਧ ਗਣੰ। ਇਹ ਕੁਕਰਿਆ ਚੰਗੀ ਕਰਿਆ ਨਹੀਂ ਹੈ। ਸੰਸਾਰੀ ਪਦਾਰਥਾਂ ਦੀ ਜਿਹੜੀ ਹੈ ਉਹ ਕੁਕਰਿਆ ਹੀ ਹੈ। ਵੀ ਚਾਹੇ ਤੁਸੀਂ ਕਿਸੇ ਦਾ ਬੁਰਾ ਨਹੀਂ ਸੋਚਦੇ, ਇਹ ਕਰਿਆ ਨਹੀਂ ਹੈ, ਠੀਕ ਹੈ, ਕੁਕਰਿਆ। ਕਿਉਂ? ਇੱਥੇ ਜਿਹੜੀ ਹੈ ਵਿਚਾਰ ਵਾਲੀ ਕਿਰਿਆ ਖਤਮ ਹੋ ਗਈ। ਪ੍ਰਾਣੀ ਆਇਓ ਲਾਹਾ ਲੈਣ, ਇਹ ਲਾਹਾ ਤੈਨੂੰ ਨਾਲ ਜਾਣ ਵਾਲਾ ਨਹੀਂ, ਇਹ ਲਾਹੇ ਵਾਸਤੇ ਆਇਆ ਨਹੀਂ ਸੀ। ਸੰਸਾਰੀ ਲਾਹਾ ਤਾਂ ਹੈ ਇਹਦੇ ਵਿੱਚ, ਇਮਾਨਦਾਰੀ ਦਾ ਵੀ ਹੈ, ਚਲੋ ਮੰਨ ਲੈਂਦੇ ਹਾਂ, ਪਰ ਉਹ ਤਾਂ ਨੁਕਸਾਨ ਹੋ ਗਿਆ ਨਾ। ਜੋ ਲੈਣ ਆਇਆ ਤਾਂ ਉਹ ਤਾਂ ਮਿਲ ਨਹੀਂ ਰਿਹਾ। ਇਹ ਕਿਰਿਆ ਤਾਂ ਹੈ, ਕੁਕਰਿਆ ਹੈ ਵੀ। ਕੁਕਰਿਆ ਤੇ ਨਾਮ ਸਜੋਧ ਫੱਕੜੇ ਲੱਗਿਆ ਹੋਇਆ, ਕੋ ਫੱਕੜੇ, ਕੁਕਰਿਆ ਤੇ ਨਾਮ ਸਜੋਧ ਗਣੰ। ਇਹ ਕੋ ਫੱਕੜੇ ਹੈ, ਕੋ ਫੱਕੜੇ ਹੈ, ਕੁਕਰਿਆ ਇਹ ਵੀ ਬੜਾ ਜੋਧ ਹੈ, ਇਹ ਵੀ ਨਹੀਂ ਖੜਾ ਛੱਡਦਾ। ਕੁਕਰਿਆ ਤੇ ਨਾਮ ਸਜੋਧ ਗਣੰ। ਇਹ ਕੁਕਰਿਆ ਵਾਲਾ ਜੋਧ ਹੈ, ਇਹ ਵੀ ਨਹੀਂ ਦੂਏ ਪਾਸੇ ਜਾਣ ਦਿੰਦਾ। ਇਹਨੂੰ ਢਾਉਣਾ ਵੀ ਬਹੁਤ ਔਖਾ ਹੈ। ਕੁਕਰਿਆ ਵਾਲਾ ਜੋਧ ਹੈ ਜਿਹੜਾ, ਜੇ ਆਦਮੀ ਬਹੁਤ ਇਮਾਨਦਾਰ ਹੈ, ਸਭ ਕੁਝ ਠੀਕ ਹੈ, ਪਰ ਇਹ ਨਹੀਂ ਛੱਡਦੀ, ਕੁਕਰਿਆ ਨਹੀਂ ਛੱਡਦੀ, ਇਹ ਛੱਡ ਨਹੀਂ ਸਕਦਾ। ਉਹੀ ਵਾਧਾ ਬਣ ਜਾਂਦੀ ਹੈ, ਉਹ ਵਾਧਾ ਬਣ ਕੇ ਖੜੀ ਹੋ ਗਈ ਲਾਹਾ ਲੈਣ ਤੋਂ। ਅਤੀ ਸਿਆਮ ਸਰੂਪ ਕਰੂਪ ਤਨੰ ਉਪਜੰ ਅਗਿਆਨ ਬਿਲੋਕ ਮਨੰ ਤੇ ਨਾਮ ਗਿਲਾਨ ਪ੍ਰਧਾਨ ਭਟੰ ਰਣ ਮੋਹਣ ਮਾ ਹਟ ਹਾਰ ਹਟੰ। ਅਤੀ ਸਿਆਮ ਸਰੂਪ ਕਰੂਪ ਤਨੰ, ਇਹ ਹੋਰ ਕੈਟਾਗਰੀ ਹੈ, ਉਹ ਤਾਂ ਉੱਤੇ ਖਤਮ ਹੋ ਗਈ ਨਾ। ਉੱਥੇ ਕੁਕਰਿਆ ਦੀ ਗੱਲ ਸਸਤੀ, ਕੁਕਰਿਆ ਵਾਲੀ ਗੱਲ ਖਤਮ ਹੋ ਗਈ। ਹੁਣ ਜੇ ਹੈਗਾ ਮਨ ਚ ਮੈਲ ਰੱਖ ਕੇ ਵੀ ਤਾਂ ਕੰਮ ਕਰਦੇ ਨੇ। ਜੇ ਮੈਲ ਰੱਖ ਕੇ ਕੰਮ ਕਰੇ, ਹੇਰਾ ਫੇਰੀ ਹੈ, ਉਹ ਕਰ ਜਿਵੇਂ ਲੋਕ ਕਰਦੇ ਹੀ ਨੇ। ਹਾਂ, ਅਤੀ ਸਿਆਮ ਸਰੂਪ ਕਰੂਪ, ਅਤੀ ਸਿਆਮ ਸਰੂਪ ਮੈਲ ਰੱਖ ਕੇ ਕੰਮ ਕਰਨਾ। ਉਪਜੰ ਅਗਿਆਨ ਬਿਲੋਕ ਮਨ, ਉਹਦੇ ਨਾਲ ਅਗਿਆਨ ਪੈਦਾ ਹੋਣ ਲੱਗ ਜਾਂਦਾ। ਦੇਖੋ ਪਹਿਲਾਂ ਅਗਿਆਨ ਨਹੀਂ ਪੈਦਾ ਹੋਇਆ, ਪਹਿਲਾਂ ਰਾਹ ਜ਼ਰੂਰ ਰੋਕਿਆ ਉਹਨੇ, ਅਗਿਆਨਤਾ ਨਹੀਂ ਪੈਦਾ ਹੋਈ ਉਹਦੇ ਨਾਲ, ਇਮਾਨਦਾਰੀ ਦੇ ਕੰਮ ਨਾਲ। ਇਹਦੇ ਨਾਲ ਅਗਿਆਨਤਾ ਪੈਦਾ ਹੋ ਜਾਂਦੀ ਹੈ ਵੀ ਸ਼ਾਇਦ ਮੇਰੇ ਕੀਤੇ ਤੋਂ ਕੁਝ ਹੁੰਦਾ, ਇਹ ਵੀ ਕਰਨ ਲੱਗ ਜਾਂਦਾ। ਉੱਥੇ ਮੇਰੇ ਕੀਤੇ ਨਾ ਕੰਮ ਜ਼ਰੂਰ ਕਰ ਰਿਹਾ, ਮੰਨਦਾ ਉਹ ਵੀ, ਚਲੋ ਜਿਹੜਾ ਹੋਣਾ, ਲੇਕਿਨ ਉਹ ਅਸਲੀ ਕੰਮ ਤੋਂ ਖੁੱਜਿਆ ਹੋਇਆ ਸਿਰਫ। ਉੱਥੇ ਨੁਕਸਾਨ ਨਹੀਂ ਹੋ ਰਿਹਾ। ਇੱਥੇ ਨੂੰ ਇਹ ਭਰਮ ਪੈਦਾ ਹੋ ਗਿਆ ਇਹਦੇ ਅੰਦਰ, ਉਪਜੰ ਅਗਿਆਨ ਬਿਲੋਕ ਮਨ, ਇਹ ਭਰਮ ਪੈਦਾ ਹੋ ਗਿਆ ਵੀ ਮੈਂ ਤਾਂ ਕਰੋੜ ਅਰਬਪਤੀ ਹੋ ਸਕਦਾ। ਇਹ ਭਰਮ, ਇਹ ਜ਼ਿਆਦਾ ਖਤਰਨਾਕ ਹੈ, ਉਹਦੇ ਨਾਲੋਂ ਜ਼ਿਆਦਾ ਖਤਰਨਾਕ ਹੋ ਗਿਆ ਹੈ ਜੇ ਭਰਮ ਪੈਦਾ ਹੋ ਗਿਆ। ਇਹ ਜ਼ਿਆਦਾ ਖਤਰਨਾਕ ਹੈ। ਉਹਦਾ ਚਾਹੇ ਲੱਗਿਆ ਹੋਇਆ ਵੀ ਚਲੋ ਆਉਣੀ ਜਾਣੀ ਹੈ, ਮਾਇਆ ਰੱਬ ਦਿੰਦਾ, ਇੱਕ ਲੱਗਿਆ ਤਾਂ ਫਿਰ ਮਾਇਆ ਚ ਉੜ ਜਾ ਤਾਂ ਹੋਇਆ ਮਾਇਆ ਚ। ਉਹ ਚਾਹੇ ਮੰਨਦਾ ਵੀ ਹੈ ਵੀ ਮੈਂ ਨਹੀਂ ਕਰਦਾ, ਇਹ ਤਾਂ ਮਾਇਆ ਆਉਣੀ ਜਾਣੀ ਹੈ। ਲੋਕ ਮੰਨਦੇ ਵੀ ਨੇ ਬਥੇਰੇ ਵੀ ਮਾਇਆ ਆਉਣੀ ਜਾਣੀ ਹੈ, ਇਹ ਤਾਂ ਆਉਂਦੀ ਦਾ ਨਹੀਂ ਪਤਾ ਲੱਗਦਾ, ਜਾਂਦੀ ਦਾ ਨਹੀਂ ਪਤਾ ਲੱਗਦਾ। ਪਰ ਜਿਹੜੇ ਕੰਮ ਲੱਗਿਆ ਚਾਹੀਦਾ ਸੀ ਉਹ ਤਾਂ ਕਰਦਾ ਨਹੀਂ ਨਾ ਹੈ। ਇੰਨੇ ਕੁ ਨੂੰ ਆਪਣੇ ਆਪ ਨੂੰ ਧਾਰਮਿਕ ਸਮਝਣਾ ਜਿਹੜਾ ਉਹ ਭੁਲੇਖਾ ਉਹਦਾ। ਅਸਲੀ ਕਮਾਈ ਨਹੀਂ ਕਰ ਰਿਹਾ, ਉਹ ਤਾਂ ਉੱਥੇ ਤਾਂ ਉਨੀ ਉਹ ਗੱਲ ਦੱਸੀ ਹੈ। ਅਸਲੀ ਕੰਮ ਜਿਹੜਾ ਸੀ ਕਮਾਈ, ਉਹ ਨਹੀਂ ਤਾਂ ਨਹੀਂ ਹੋ ਰਹੀ। ਤੇ ਨਾਮ ਗਿਲਾਨ ਪ੍ਰਧਾਨ ਭਟਨ, ਇਹ ਗਿਲਾਨ ਤੇਰਾ ਅੰਦਰ ਸੜ ਰਿਹਾ ਤਾਂ ਇਹ ਤਾਂ ਤੇਰੇ ਗੁਣ ਗਾਲ ਦੂਗਾ। ਗਿਲਾਨ ਪ੍ਰਧਾਨ ਭਟਨ, ਇਹ ਤਾਂ ਬਦਬੂ ਪੈਦਾ ਕਰ ਦੂ ਤੇਰੇ ਅੰਦਰ। ਜੇ ਦੇਖੋ ਨਾ ਕੋਈ ਫਲ ਸੜਦਾ, ਬਦਬੂ ਪੈਦਾ ਹੋ ਜਾਂਦੀ ਹੈ, ਇਹ ਤਾਂ ਗਲਾਨੀ ਪੈਦਾ ਕਰ ਦੂ ਤੇਰੇ ਅੰਦਰ। ਪ੍ਰਧਾਨ ਭਟਨ, ਹਾਂ, ਪ੍ਰਧਾਨ ਭਟ ਹੋਵੇ ਪ੍ਰਧਾਨ ਭਟ ਸਾਰਿਆਂ ਨੂੰ ਹੋਵੇ, ਜਿਹੜਾ ਭੱਟ ਸਾਰਿਆਂ ਨੂੰ ਸੂਰਮਾ ਹੋਵੇ ਹੀ ਹੈ। ਇਹ ਤਾਂ ਅਹੰਕਾਰ ਖੜਾ ਕਰਤਾ ਇਹਨੇ ਤਾਂ ਅਹੰਕਾਰ ਖੜਾ ਕਰਤਾ ਵੀ ਮੈਂ ਐਂ ਕਰ ਦੂੰ, ਮੈਂ ਐਂ ਕਰ ਦੂੰ, ਮੈਂ ਐਂ ਕਰ ਸਕਦਾ। ਉੱਥੇ ਅਹੰਕਾਰ ਹੈ ਨੀ ਗਾ। ਉੱਥੇ ਅਸਲ ਕੰਮ ਤੋਂ ਖੁੱਲਿਆ ਹੋਇਆ ਸਿਰਫ।
ਅਸਲ ਕੰਮ ਵੱਲ ਧਿਆਨ ਨਹੀਂ, ਦੂਏ ਵੱਲ ਕੰਮ ਇਮਾਨਦਾਰੀ ਨਾਲ ਕਰਦਾ ਹੈ, ਪਰ ਅਸਲ ਕੰਮ ਵੱਲ ਤਾਂ ਧਿਆਨ ਹੈ ਨਹੀਂ, ਉਹ ਤਾਂ ਰਿਹਾ ਹੋਇਆ। ਰਣ ਮੋਨ ਮਹਾ ਹਟਹਾਰ ਹਟ। ਹੁਣ ਇਹ ਨਿਊਟਰਲ ਜਿਹੜਾ ਆਮ ਜਨਰਲ ਆਦਮੀ ਹੈ ਨਾ ਇਮਾਨਦਾਰ, ਉੱਥੇ ਲਿਆ ਕੇ ਗੱਲ ਮੁਕਾਉਂਦੇ ਨੇ। ਹੁਣ ਹਾਂ, ਇੱਕ ਹੇਰਾ ਫੇਰੀ ਵਾਲਾ, ਇੱਕ ਇਮਾਨਦਾਰ ਹੈ ਨਾ। ਹੇਰਾ ਫੇਰੀ ਵਾਲਾ ਵੀ ਨਹੀਂ, ਹੰਕਾਰੀ ਹੈ ਕੁੜੀ ਵੀ, ਮੈਂ ਤਾਂ ਐ ਕਰ ਸਕਦਾ। ਅਗਿਆਨਤਾ ਹੈ ਅੰਦਰ ਉਹਦੇ ਵੀ ਮੇਰੇ ਘਰੇ ਤੇ ਐ ਹੁੰਦਾ, ਮੇਰੇ ਘਰੇ ਤੇ ਉਹ ਹੁੰਦਾ, ਜਿਵੇਂ ਹੁੰਦਾ ਉਹ ਤੇ ਹੰਕਾਰ ਆ ਗਿਆ ਉਹਨੂੰ। ਉਹ ਜੋ ਡੱਲਾ ਕਹਿੰਦਾ ਜੇ ਮੈਂ ਹੁੰਦਾ ਫੌਜ ਚ ਐਂ ਕਰ ਦਿੰਦਾ, ਐਂ ਕਰ ਦਿੰਦਾ। ਉਹ ਰਣ ਮੋਨ ਮਹਾ ਹਟਹਾਰ ਹਟਨ। ਰਣ ਮੋਨ ਮਾਟ ਹਾਰ ਹਟਨ, ਉੱਥੇ ਤਾਂ ਫਿਰ ਜਿਹੜਾ ਹੈ ਨਾ ਰਣ ਮੋਨ ਮਹਾ ਹਟਹਾਰ ਹਟਨ, ਮੋਨ ਚੁੱਪ ਕਰ ਜਾਣਾ, ਜਵਾਬ ਨਹੀਂ ਦੇਣਾ ਉਹਨੇ ਗਿਆਨ ਦਾ। ਉਹ ਕੀ ਹੈ, ਜੇ ਤੁਸੀਂ ਉਹਨੂੰ ਗਿਆਨ ਕਰਾਓਗੇ ਨਾ, ਕੋਈ ਗੱਲ ਕਹੋਗੇ, ਤੁਹਾਡੀ ਗੱਲ ਦਾ ਤਾਂ ਜਵਾਬ ਨਹੀਂ ਦੇਊਗਾ, ਪਰ ਅਸਰ ਵੀ ਉਹ ਤੇ ਕੋਈ ਨਹੀਂ ਹੋਊਗਾ। ਰਣ ਮੋਨ ਮਹਾ ਹਟਹਾਰ ਹਟਨ, ਜਦ ਤੁਸੀਂ ਗਿਆਨ ਦੀ ਗੱਲ ਉਹਨੂੰ ਦੱਸੋਗੇ, ਜਵਾਬ ਤਾਂ ਨਹੀਂ ਦੇਊਗਾ ਤੁਹਾਡਾ, ਚੁੱਪ ਹੋ ਜਾਊਗਾ, ਪਰ ਉਹ ਅਸਰ ਉਹ ਤੇ ਕੁਝ ਨਹੀਂ ਹੁੰਦਾ। ਹਟ ਉਹਦਾ ਇਹ ਹੈ, ਹਟੀ ਹੈ, ਰੱਖੂਗਾ ਮੈਂ, ਉਹ ਤੁਹਾਡੀ ਗੱਲ ਦਾ ਜਵਾਬ ਨਹੀਂ ਦਿੰਦਾ। ਉਹਦੇ ਇਹ ਦੋਖ ਹੈ।